ਹੱਸ ਹੱਸ ਗੱਲਾਂ ਕਰਦੇ ਤੇ ਗੱਲਾਂ ਹੁਣ ਬਹੁਤੀਆਂ ਨਹੀਂ ਯਾਦ ਹੈਗੀਆਂ, ਲੇਕਿਨ ਇਹ ਕਹਿੰਦੇ ਵੀ ਮੌਤ ਸਾਡੇ ਕੋਲ ਡਰਦੀ ਫਿਰਦੀ ਆ ਤੇ ਸਾਡੇ ਚਿਹਰੇ ਵੱਲ ਵੇਖੋ, ਤੁਹਾਨੂੰ ਕੋਈ ਭੈ ਨਜ਼ਰ ਆਉਂਦਾ, ਕੋਈ ਡਰ ਨਜ਼ਰ ਆਉਂਦਾ, ਚਿਹਰੇ ਐ ਜਗਦੇ। ਤੇ ਜਿੰਨਾ ਚਿਰ ਅਸੀਂ ਗੱਲਾਂ ਕਰਦੇ ਰਹੇ ਆ, ਯਕੀਨ ਜਾਣੋ ਸਾਨੂੰ ਚੇਤਾ ਭੁੱਲ ਗਿਆ ਵੀ ਇਹਨਾਂ ਨੇ ਸਵੇਰੇ ਫਾਂਸੀ ਹੋਣੀ ਹੈ। ਉਸ ਵਕਤ ਸਵੇਰੇ ਫਾਂਸੀ ਹੋਣੀ ਹੋਵੇ ਤੇ ਸਾਨੂੰ ਚੇਤਾ ਭੁੱਲ ਜੇ। ਉਹ ਗੱਲਾਂ ਹੀ ਸਾਨੂੰ ਕਰ ਕਰਕੇ ਹਸਾਈ ਗਏ, ਗੱਲਾਂ ਇਹੋ ਜਿਹੀ ਕਰੀ ਗਏ, ਹੱਸੀ ਗਏ ਆ। ਜਦੋਂ ਦਿਮਾਗ ਚੋਂ ਨਿਕਲ ਜੇ ਉਦੋਂ ਹਾਸਾ ਆਉਂਦਾ, ਉੱਦਾਂ ਨਹੀਂ ਆਉਂਦਾ। ਜਿਹੜਾ ਮਤਲਬ ਹਾਸਾ ਆ ਰਿਹਾ, ਜੇ ਕੋਈ ਗੱਲ ਕਰ ਰਹੇ ਆ, ਦਿਮਾਗ 'ਚੋਂ ਇਹ ਗੱਲ ਨਿਕਲ ਜੇ ਵੀ ਸਵੇਰੇ ਫਾਂਸੀ ਆ, ਫਿਰ ਤੇ ਇਹ ਬੰਦਾ ਕੋਈ ਮੁਸਕਰਾਹਟ ਲਾ ਸਕਦਾ। ਤੇ ਵੈਸੇ ਤਾਂ ਲਾਉਣੀ ਬੜੀ ਔਖੀ ਆ, ਬੜੀ ਪੁਲਿਸ, ਬਹੁਤ ਜ਼ਿਆਦਾ ਪੁਲਿਸ ਲੱਗੀ ਸੀ ਉੱਥੇ। 32 ਜਣੇ ਗਏ ਆ ਤੇ ਇਹ ਚਿੱਟੀ ਗੱਡੀ ਦੇ ਵਿੱਚ ਇਹਨਾਂ ਦੋਵਾਂ ਨੂੰ ਚਿੱਟੀਆਂ ਚਾਦਰਾਂ ਵਿੱਚ ਲਪੇਟਿਆ ਸੀ। ਮੈਂ ਭਾਈ ਸੁੱਖੇ ਨੂੰ ਪਹਿਲਾਂ ਉਤਾਰਿਆ ਸੀ ਗੱਡੀ 'ਚੋਂ। ਅੱਛਾ ਭਾਈ ਹਾਂਜੀ ਸੁੱਖਾ ਜੀ, ਹਾਂਜੀ, ਜਦੋਂ ਇਸ਼ਨਾਨ ਕਰਾਉਣਾ ਸੀ ਨਾ ਉਹਨਾਂ ਦਾ, ਗੱਡੀ 'ਚ ਭਾਈ ਸੁੱਖੇ ਨੂੰ ਪਹਿਲਾਂ ਮੈਂ ਉਤਾਰਿਆ। ਹਾਂ, ਉਹਦਾ ਕਾਰਨ ਤੁਸੀਂ ਦੱਸੋ। ਉਹਦਾ ਕਾਰਨ ਇਹ ਵੀ ਉਹਦਾ ਭਰਾ ਨਹੀਂ ਹੈਗਾ, ਉਹਨੂੰ ਪਿਆਰ ਕੀਤਾ ਵਾ। ਚਲੋ ਉਹਨੂੰ ਉਤਾਰਿਆ ਤੇ ਉਹਦੇ ਬਾਅਦ 'ਚ ਫਿਰ ਮੈਂ ਭਾਈ ਜਿੰਦੇ ਨੂੰ ਉਤਾਰਿਆ। ਦੋਵਾਂ ਨੂੰ ਉਤਾਰਿਆ ਤੇ ਉਹਨਾਂ ਦੇ ਜਦੋਂ ਕੱਪੜੇ ਉਤਾਰੇ ਤੇ ਮੈਨੂੰ ਭਾਈ ਜਿੰਦੇ ਹੋਣਾ ਇੱਕ ਤੇ ਉਹ ਕਹਿੰਦੇ ਵੀ ਸਾਡੀਆਂ ਧੌਣਾਂ ਲੰਮੀਆਂ ਤਾਂ ਨਹੀਂ ਹੁੰਦੀਆਂ, ਕਿਤੇ ਬੁਰੇ ਤਾਂ ਨਾ ਲੱਗਾਂਗੇ। ਇਹ ਖਿਆਲ ਸਾਨੂੰ ਨਹੀਂ ਪਤਾ, ਸਾਡੀ ਕੋਸ਼ਿਸ਼ ਹੋਊਗੀ ਸਾਡੀਆਂ ਧੌਣਾਂ ਲੰਮੀਆਂ ਨਾ ਹੋਣ। ਅੱਜ ਅੱਖਾਂ 'ਚ ਪਾਣੀ ਆਇਆ, ਉੱਥੇ ਨਹੀਂ ਆਇਆ। ਯਕੀਨ ਕਰੋ, ਵਾਕਿਆ ਉਹਨਾਂ ਦੀਆਂ ਕੋਈ ਧੌਣਾਂ ਲੰਬੀਆਂ ਨਹੀਂ ਸੀਗੀਆਂ। ਤੇ ਮੈਂ ਭਾਈ ਜਿੰਦੇ ਦੇ ਕੇਸ ਵੇਖੇ ਤੇ ਗਿੱਲੇ ਸੀ, ਭਾਈ ਸੁੱਖੇ ਦੇ ਕੇਸ ਜਿਹੜੇ ਕਿੰਗਰੇ ਸੀ, ਥੋੜ੍ਹੇ ਵਾਲ ਹੈਗੇ ਕੁੰਡਲਾਂ ਵਾਲੇ, ਥੋੜ੍ਹੇ ਰੁੱਖੇ ਰੁੱਖੇ ਜਿਹੇ ਖੁਸ਼ਕ ਜਿਹੇ ਜਾਪੇ। ਦੋਵਾਂ ਨੇ ਕੇਸੀ ਇਸ਼ਨਾਨ ਕੀਤਾ ਹੈ, ਦੋਵੇਂ ਚੋਲੇ ਕਛਹਿਰੇ ਤੇ ਕਮਰ ਕੱਛੇ ਵਿੱਚ ਗੋਲ ਦਸਤਾਰਾਂ ਵਿੱਚ ਹੀ ਉਹਨਾਂ ਨੇ ਫਾਂਸੀ ਦੀ ਸਜ਼ਾ ਲਈ। ਉਹ ਫਿਰ ਪਹਿਲਾਂ ਉਹ ਬਸਤਰ ਲਾ ਗਏ ਤੇ ਦੂਜੇ ਜਿਹੜੇ ਬਸਤਰ ਲੈ ਕੇ ਗਏ ਹਾਂ ਉਹ ਕਹਿੰਦੇ ਇਸ਼ਨਾਨ ਕਰਾਇਆ। ਉਹਦੇ ਬਾਅਦ 'ਚ ਭਾਈ ਸੁੱਖੇ ਦੇ ਪਿਤਾ ਜੀ ਸਰਦਾਰ ਮਹਿੰਗਾ ਸਿੰਘ ਜੀ ਤੇ ਉਹਨਾਂ ਨੇ ਉਹਨਾਂ ਨੂੰ ਮਤਲਬ ਜਿਹੜੀ ਅੱਗ ਉਹਨਾਂ ਨੇ ਦਿਖਾਈ। ਤੇ ਸਾਡੇ ਪਿਤਾ ਜੀ ਸਰਦਾਰ ਗੁਲਜ਼ਾਰ ਸਿੰਘ ਜੀ, ਇਹਨਾਂ ਨੇ ਭਾਈ ਜਿੰਦੇ ਦੀ ਸਾਨੂੰ ਅੱਗ ਦਿਖਾਈ। ਭਾਈ ਜਿੰਦੇ ਹੁਣਾਂ ਸਾਨੂੰ ਇਹ ਕਿਹਾ ਵੀ ਜਦੋਂ ਅਸੀਂ ਉੱਥੇ ਮਤਲਬ ਸੰਸਕਾਰ ਹੋਇਆ ਤੇ ਉਸ ਟਾਈਮ 'ਤੇ ਬੀਬੀਆਂ ਵੀ ਗਈਆਂ ਹੈ ਵੀ ਤੁਸੀਂ ਗਿੱਧਾ ਪਾਉਣਾ ਵਾ, ਖੁਸ਼ੀ ਮਨਾਉਣੀ ਆ, ਘੋੜੀਆਂ ਗਾਉਣੀਆਂ। ਗਿੱਧਾ ਪਾਉਣਾ ਵਿਆਹ ਦੀਆਂ, ਜਿੱਦਾਂ ਕਿਸੇ ਦਾ ਵਿਆਹ ਵਾ, ਵਿਆਹ ਦੀਆਂ ਘੋੜੀਆਂ ਹੋਣੀਆਂ। ਇਹ ਲੋਕਾਂ ਨੂੰ ਪਤਾ ਲੱਗੇ ਕਿ ਸਿੰਘ ਜਿਹੜੇ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਤੇ ਮੌਤ ਨੂੰ ਮਖੌਲਾਂ ਕਰਦੇ ਆ ਤੇ ਇਹ ਡਰਦੇ ਨਹੀਂ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੱਲ ਕਰ ਰਹੇ ਸਾਂ ਆਪਾਂ ਕਿ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੇ ਉੱਪਰ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਉੱਪਰ ਜਿਹੜੀ ਪਿਕਚਰ ਬਣੀ ਹੈ ਉਹ ਮਤਲਬ ਤੱਥਾਂ ਦੇ ਆਧਾਰ ਔਰ ਅਸਲੀਅਤ ਤੋਂ, ਤੱਥਾਂ ਤੋਂ ਅਸਲੀਅਤ ਤੋਂ ਕੋਹਾਂ ਪਰੇ ਹੈ, ਜਿਹਦਾ ਜ਼ਿਕਰ ਆਪ ਜੀ ਨੇ ਕੀਤਾ। ਤੇ ਉਸ ਤੋਂ ਬਾਅਦ ਅਸੀਂ ਵੀ ਬੇਨਤੀ ਕਰਦੇ ਹਾਂ ਫਿਰ ਮੁੜ ਤੋਂ ਕਿ ਪੰਥ ਦਰਦੀ ਨੇ ਜਿਹੜੇ ਡਾਇਰੈਕਟਰ, ਪ੍ਰੋਡਿਊਸਰ ਜਾਂ ਹੋਰ ਸਿੱਖ ਸੰਗਤਾਂ ਅਗਰ ਕੋਈ ਇਸ ਪਾਸੇ ਨੂੰ ਧਿਆਨ ਦੇਣ ਤਾਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਉੱਪਰ ਇੱਕ ਨਹੀਂ ਅਨੇਕਾਂ ਫਿਲਮਾਂ ਬਣ ਸਕਦੀਆਂ ਨੇ ਜੋ ਅਸਲੀਅਤ ਦੇ ਨੇੜੇ ਹੋਣ। ਅੱਛਾ, ਉਹ ਜਿਹੜਾ ਰਿਵਾਲਵਰ ਆ ਉਹ ਜਦੋਂ ਫੜਿਆ ਜਾਂਦਾ ਤਾਂ ਉੱਥੋਂ ਫਿਰ ਜਿਹੜੀਆਂ ਏਜੰਸੀਆਂ ਕੇਂਦਰ ਦੀਆਂ ਤੇ ਜਿਹੜੀ ਭਾਰਤ ਸਰਕਾਰ ਕੇਂਦਰ ਦੀ ਉਹ ਅਲਰਟ ਹੋ ਜਾਂਦੀ ਹੈ ਵੀ ਅਗਰ ਬਹੁਤ ਸਮਾਂ ਹਰਜਿੰਦਰ ਸਿੰਘ ਜਿੰਦਾ ਉਹਨਾਂ ਨੂੰ ਹੋਰ ਰੱਖ ਲਿਆ ਤੇ ਇਹ ਪਤਾ ਨਹੀਂ ਕੀ ਕਰਦੇ, ਪਤਾ ਨਹੀਂ ਕੀ ਕਰ ਦੋ। ਤਾਂ ਵਾਕਿਆ ਵੀ ਕਰ ਦੇਣਾ ਸੀ, ਉਹਨਾਂ ਕਰ ਦੇਣਾ ਸੀ। ਫਿਰ ਉਹ ਦੱਸੋ ਵੀ ਜਿਹੜੀ ਜੱਜ ਸਾਹਿਬ ਦੇ ਨਾਲ ਗੱਲ ਹੋਈ ਸੀ ਇੱਕ ਵਾਰੀ ਤੇ ਜੱਜ ਸਾਹਿਬ ਕਹਿੰਦੇ ਸੀ ਮੈਂ ਤੁਹਾਨੂੰ ਵੀ ਫਾਂਸੀ ਨਹੀਂ ਦੇਣਾ ਚਾਹੁੰਦਾ ਤੁਹਾਨੂੰ। ਮੈਂ ਉਹ ਬੇਨਤੀ ਕਰਦਾ ਕਿ ਭਾਈ ਜਿੰਦੇ ਦੇ ਸੁੱਖੇ ਨੂੰ, ਭਾਈ ਜਿੰਦੇ ਨੇ ਤੇ ਭਾਈ ਸੁੱਖੇ ਨੇ ਲਿਖਤੀ ਤੌਰ 'ਤੇ ਦਿੱਤਾ ਸੀ ਵੀ ਸਾਡੇ
ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਭਾਰਤੀ ਫੌਜ ਨੇ, ਜਨਰਲ ਵੈਦਿਆ ਨੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ। ਹਜ਼ਾਰਾਂ ਨਿਰਦੋਸ਼ ਲੋਕ ਸ਼ਹੀਦ ਕੀਤੇ ਆ। ਉਹਨਾਂ ਦਾ ਬਦਲਾ ਲੈਣ ਵਾਸਤੇ ਅਸੀਂ ਜਨਰਲ ਵੈਦਿਆ ਦਾ ਕਤਲ ਕੀਤਾ। ਔਰ ਜੋ ਕੀਤਾ ਸੀ ਜੋ ਕੀਤਾ ਵਾ ਅਸੀਂ ਜਾਇਜ਼ ਕੀਤਾ, ਅਸੀਂ ਕੋਈ ਗੁਨਾਹ ਨਹੀਂ ਕੀਤਾ। ਅਗਰ ਤੁਸੀਂ ਸਾਨੂੰ ਛੱਡ ਦਿਓ ਤੇ ਰਹਿੰਦੇ ਦੁਸ਼ਟ ਵੀ ਜਾ ਕੇ ਅਸੀਂ ਸੋਧਾਂਗੇ। ਅੱਛਾ, ਇਹ ਗੱਲ ਕਹੀ ਜੱਜ ਸਾਹਿਬ ਦੇਖੀ ਹਾਂ, ਲਿਖਤੀ ਤੌਰ ਤੇ ਅਜੇ ਵੀ ਅੱਜ ਰਿਕਾਰਡ ਉਹਨਾਂ ਕੋਲ ਪਿਆ ਹੋਊਗਾ, ਜਿਹੜੀ ਕਿ ਉਹਨਾਂ ਦੀ ਫਾਈਲ ਆ, ਅਖਬਾਰਾਂ ਤੇ ਵੀ ਆਇਆ ਉਸ ਟਾਈਮ ਤੇ। ਤੇ ਜੋ ਵੀ ਤੁਸੀਂ ਸਜ਼ਾ ਦੇਣੀ ਸਾਨੂੰ ਸਜ਼ਾ ਦਿਓ, ਸਜ਼ਾ ਦੀ ਸਾਨੂੰ ਕੋਈ ਪਰਵਾਹ ਨਹੀਂ, ਲੇਕਿਨ ਅਸੀਂ ਕੋਈ ਗੁਨਾਹ ਨਹੀਂ ਕੀਤਾ। ਕਿਉਂਕਿ ਇਹਨੇ ਹਜ਼ਾਰਾਂ ਨਿਰਦੋਸ਼ ਲੋਕਾਂ ਨੂੰ ਇਹਨਾਂ ਸ਼ਹੀਦ ਕੀਤਾ, ਜਿਹਦਾ ਕਰਕੇ ਅਸੀਂ ਬਦਲਾ ਲਿਆ। ਬਿਲਕੁਲ, ਅਸੀਂ ਆਪਣਾ ਉਹ ਜਿਹੜਾ ਬਦਲਾ ਸੀ 1984 ਦਾ ਔਰ ਜੋ 1984 ਦੰਗੇ ਹੋਏ ਉਹਨਾਂ ਦਾ ਅਸੀਂ ਬਦਲਾ ਲਿਆ। ਹਾਂਜੀ, ਮੇਨ ਗੱਲ ਵੀ ਭਾਈ ਜਿੰਦੇ ਦਾ ਇੱਕ ਵੀ ਗਵਾਹ ਨਹੀਂ ਜੱਜ ਨੇ ਮੰਨਿਆ। ਭਾਈ ਸੁੱਖੇ ਦਾ ਇੱਕ ਗਵਾਹ ਮੰਨਿਆ, ਬਾਡੀਗਾਰਡ। ਤੇ ਜੱਜ ਨਹੀਂ ਚਾਹੁੰਦਾ ਇਹਨਾਂ ਨੂੰ ਸਜ਼ਾ ਦੇਣੀ। ਜਦੋਂ ਇਹਨਾਂ ਖਾਲਿਸਤਾਨ ਦੇ ਨਾਅਰੇ ਲਾਏ ਲਿਖਤੀ ਤੌਰ ਤੇ, ਜੋ ਵੀ ਲਿਖ ਕੇ ਦਿੱਤਾ, ਫਿਰ ਜੱਜ ਕਹਿੰਦਾ ਵੀ ਮੈਂ ਤੁਹਾਨੂੰ ਉਮਰ ਕੈਦ ਦਊਂ। ਇਹਨਾਂ ਨੂੰ ਨਹੀਂ ਕਹਿੰਦਾ, ਵਕੀਲਾਂ ਨੂੰ ਕਹਿੰਦਾ ਵੀ ਉਹਨਾਂ ਨੂੰ ਸਮਝਾਓ ਮੈਂ ਉਮਰ ਕੈਦ ਦਊਂਗਾ, ਤਾਂ ਜਿੱਦਣ ਮੈਂ ਫੈਸਲਾ ਸੁਣਾਉਣਾ ਤੁਸੀਂ ਉਸ ਦਿਨ ਨਹੀਂ ਬੋਲਣਾ। ਇਹ ਕਹਿੰਦੇ ਵੀ, ਵਕੀਲਾਂ ਨੂੰ ਕਹਿੰਦੇ ਵੀ ਨਹੀਂ, ਅਸੀਂ ਜੋ ਕੀਤਾ ਕਵਾਂਗੇ, ਜੱਜ ਨੇ ਜਿਹੜੀ ਸਜ਼ਾ ਦੇਣੀ ਦਵੇ। ਉਹ ਵਕੀਲ ਸਾਡੇ ਕੋਲ ਵੀ ਆਏ ਮੁੜ ਕੇ। ਅੱਛਾ, ਉਹ ਵਕੀਲ ਤੁਹਾਡੇ ਕੋਲ ਭਾਈ ਜਿੰਦੇ ਹੋਣਾ ਨੂੰ ਤੁਸੀਂ ਇਹ ਸਮਝਾਓ ਵੀ ਜਦੋਂ ਅਸੀਂ ਉਮਰ ਕੈਦ ਦਵਾ ਦਿੰਦੇ ਆ ਤੇ ਫਾਂਸੀ ਸਜ਼ਾ ਦੀ ਕੀ ਲੋੜ ਆ। ਅਸੀਂ ਆਖਿਆ ਵੀ ਵਧੀਆ ਗੱਲ ਆ ਜੋ ਤੁਸੀਂ ਕਹਿੰਦੇ ਹੋ। ਅੱਜ ਤਾਂ ਭਾਈ ਹੁਣ ਭਾਈ ਜਿੰਦੇ ਹੋਣੀ, ਜੇ ਹੁਣ ਮੈਂ ਕਹਿਣ ਡਿਆ ਭਾਈ ਜਿੰਦੇ ਦਾ ਭਰਾ, ਮੈਂ ਭਾਈ ਜਿੰਦਾ ਤਾਂ ਨਹੀਂ ਬਣ ਸਕਦਾ। ਅਸੀਂ ਜਾ ਕੇ ਭਾਈ ਜਿੰਦੇ ਉਹਨਾਂ ਨੂੰ ਕਿਹਾ ਵੀ ਯਾਰ ਉਮਰ ਕੈਦ ਕਿੰਨੀ ਕੁ ਕੱਟ ਕੇ ਤੁਸੀਂ ਵਾਪਸ ਆਏ ਨਾ, ਤੇ ਤੁਸੀਂ ਇਹ ਕਹਿ ਦਿਓ ਵੀ ਚੁੱਪ ਕੀਤੇ ਰਹੋ, ਉਧਰ ਕਿਹੜੀ ਗੱਲ ਲਿਖਤੀ ਤੋਂ ਜੋ ਲਿਖਤੀ ਤੌਰ ਤੇ ਦੇਤਾ। ਆਂਦੇ ਨਹੀਂ, ਅਸੀਂ ਜੋ ਕੀਤਾ ਕਵਾਂਗੇ, ਠੋਕ ਕੇ ਕਵਾਂਗੇ, ਸਾਨੂੰ ਸਜ਼ਾ ਦੀ ਕੋਈ ਪਰਵਾਹ ਨਹੀਂ, ਨਾ ਅਸੀਂ ਮੌਤ ਤੋਂ ਡਰਦੇ ਆ, ਮੌਤ ਤੇ ਸਾਡੀ ਹੋਣੀ ਆ। ਕਿਉਂਕਿ ਅਸੀਂ ਇੱਥੇ ਸੁੱਟ ਵੀ ਜਾਂਦੇ ਆ, ਫਿਰ ਵੀ ਅਸੀਂ ਘਰ ਨਹੀਂ ਜਾ ਕੇ ਬਹਿਣਾ, ਰਹਿੰਦੇ ਦੁਸ਼ਟ ਵੀ ਅਸੀਂ ਸੋਧਣੇ ਆ। ਇਸ ਕਰਕੇ ਅਸੀਂ ਮੁੱਕਰਾਂਗੇ ਨਹੀਂ। ਇਹਨਾਂ ਨੂੰ ਜਦੋਂ ਫੈਸਲਾ ਸੁਣਾਉਣ ਵਾਸਤੇ ਜੱਜ ਆਇਆ, 12 ਵਜੇ ਆਇਆ, ਆਣ ਕੇ ਉਮਰ ਕੈਦ ਲਿਖ ਕੇ ਲੈ ਕੇ ਆਇਆ। ਭਾਈ ਜਿੰਦੇ ਤੇ ਭਾਈ ਸੁੱਖੇ ਨੇ ਦੋਵਾਂ ਨੇ ਜਦੋਂ ਖਾਲਿਸਤਾਨ ਦੇ ਨਾਅਰੇ ਲਾਏ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਅਰੇ ਲਾਏ, ਬੋਲੇ ਸੋਨਿਆਲ ਦੇ ਨਾਅਰੇ ਲਾਏ, ਉਹਨੇ ਫਿਰ ਜੱਜ ਨੇ ਪੁੱਛਿਆ ਤੁਸੀਂ ਕੁਰਬਾਨੀ ਕਰ ਲਈ ਤਿਆਰ ਜੇ? ਤੇ ਭਾਈ ਜਿੰਦਾ ਤੇ ਭਾਈ ਸੁੱਖਾ ਕਹਿੰਦੇ ਵੀ ਜਿਸ ਦਿਨ ਅਸੀਂ ਇਸ ਮਾਰਗ ਤੇ ਚੱਲੇ ਹਾਂ ਨਾ, ਆਪਣੀ ਜਿੰਦ ਜਾਨ ਆਪਣੀ ਕੌਮ ਦੇ ਨਾਂ ਤੇ ਪਹਿਲਾਂ ਹੀ ਲਾਤੀ। ਪਹਿਲਾਂ ਮਰਨ ਕਬੂਲ। ਹਾਂਜੀ, ਸਾਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ, ਜੱਜ ਸਾਹਿਬ ਕੋਈ ਵੀ ਸਜ਼ਾ ਦੇ ਸਕਦੇ ਹੋ। ਉਹ ਫਿਰ ਜੱਜ ਉਹ ਉਮਰ ਕੈਦ ਕੱਟ ਕੇ 3 ਵਜੇ ਫਿਰ ਫੈਸਲਾ ਲਿਖ ਕੇ ਲੈ ਕੇ ਆਇਆ। ਉਹਦੇ ਵਿੱਚ ਭਾਈ ਸੁੱਖੇ ਨੂੰ ਪਹਿਲਾਂ ਬੁਲਾਇਆ ਤੇ ਉਹਨੂੰ ਭਾਈ ਸ਼ਹੀਦ ਭਾਈ ਸੁਖਦੇਵ ਸਿੰਘ ਨੂੰ ਕਹਿੰਦਾ, ਜੱਜ ਕਹਿੰਦਾ ਵੀ ਤੈਨੂੰ ਜਨਰਲ ਵੈਦਿਆ ਕੇਸ ਵਿੱਚ ਦੋਸ਼ੀ ਪਾਇਆ ਜਾਂਦਾ ਤੇ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਆ। ਤੇ ਭਾਈ ਸੁੱਖੇ ਨੇ ਜੰਕਾਰਾ ਛੱਡਿਆ, ਭਿੰਡਰਾਂਵਾਲਾ ਸੰਤ ਭਿੰਡਰਾਂਵਾਲੇ ਦੇ ਨਾਅਰੇ ਲਾਏ, ਖਾਲਿਸਤਾਨ ਦੇ ਨਾਅਰੇ ਲਾਏ, ਤੇ ਜੱਜ ਦਾ ਧੰਨਵਾਦ ਕੀਤਾ ਫਾਂਸੀ ਲਈ। ਉਹਦੇ ਬਾਅਦ ਭਾਈ ਜਿੰਦੇ ਨੂੰ ਬੁਲਾਇਆ। ਭਾਈ ਜਿੰਦੇ ਨੇ ਇਹਨੂੰ ਭਾਈ ਜਿੰਦੇ ਨੂੰ ਵੀ ਭਾਈ ਸੁੱਖੇ ਦੀ ਤਰ੍ਹਾਂ ਖਾਲਿਸਤਾਨ ਫਾਂਸੀ ਦਾ ਨਾਮ ਦਿੱਤਾ। ਭਾਈ ਜਿੰਦਾ ਆਂਦਾ ਵੀ ਇਹਨੇ ਵੀ ਖਾਲਿਸਤਾਨ ਦੇ ਨਾਅਰੇ ਲਾਏ, ਸੰਤ ਭਿੰਡਰਾਂਵਾਲੇ ਦੇ ਨਾਅਰੇ ਲਾਏ। ਭਾਈ ਜਿੰਦਾ ਆਂਦਾ ਜੱਜ ਸਾਹਿਬ ਅੱਜ ਖਾਲਿਸਤਾਨ ਦਾ ਸਭ ਤੋਂ ਖੁਸ਼ੀ ਦਾ ਦਿਨ ਵਾ। ਅੱਛਾ, ਤੁਹਾਂ ਸਾਨੂੰ ਫਾਂਸੀ ਦਾ ਇਨਾਮ ਦਿੱਤਾ, ਇਹ ਖੁਸ਼ੀ ਵਿੱਚ ਅਸੀਂ ਪਾਰਟੀ ਕਰਨਾ ਚਾਹੁੰਦੇ ਹਾਂ। ਜੱਜ ਸਾਹਿਬ ਨੂੰ ਕਹਿੰਦੇ? ਹਾਂਜੀ, ਤੇ ਉਸ ਪਾਰਟੀ ਵਿੱਚ ਸਾਡੀ ਬੇਨਤੀ ਹੈ ਵੀ ਤੁਸੀਂ ਵੀ ਜ਼ਰੂਰ ਆਓ। ਤੇ ਜੱਜ ਦੀ ਅੱਖਾਂ 'ਚ ਪਾਣੀ ਆ ਜਾਂਦਾ ਤੇ ਕਹਿੰਦਾ ਸੌਰੀ, ਮੈਂ ਤੁਹਾਨੂੰ ਸਜ਼ਾ ਨਹੀਂ ਦੇਣੀ ਚਾਹੁੰਦਾ, ਤੁਸੀਂ ਮੈਨੂੰ ਮਜਬੂਰ ਕਰਤਾ। ਔਰ ਬਾਅਦ ਵਿੱਚ ਭਾਈ ਨਿਰਮਲ ਸਿੰਘ ਨਿੰਮੇ ਦੀ ਵੀ ਇੱਕ ਤਰੀਕ ਹੈਗੀ ਸੀ, ਉਹ ਜਿਹੜੀ ਇਹਨੇ ਬੈਂਕ ਡਕੈਤੀ ਕੀਤੀ, ਜਿਹੜੇ ਨਿਰਦੋਸ਼ 2 ਉੱਥੇ ਲੋਕ ਮਾਰੇ,
ਇਹ ਵੀ ਸੀ ਇੱਕ ਬਲਵਿੰਦਰ ਸਿੰਘ ਖਿਆੜੇ ਦਾ ਇਹ ਮੁੰਡਾ, ਉਹ ਵੀ ਭਾਈ ਜਿੰਦੇ ਦਾ ਨਾਲ ਲੱਗਦਾ ਯਾਰ ਦੋਸਤ ਸੀ, ਉਹ ਵੀ ਉੱਥੇ ਸੀ, ਬਲਵਿੰਦਰ ਸਿੰਘ ਵੀ ਉੱਥੇ, ਇਹ ਚਾਰੇ ਜਣੇ ਉੱਥੇ ਰਹਿੰਦੇ। ਤੇ ਉਹਦੇ ਵਿੱਚ ਉਹ ਵੀ ਉਹਦੇ ਜੇਲ੍ਹ 'ਚ ਬੰਦੇ ਭਾਈ ਬਲਵਿੰਦਰ ਸਿੰਘ ਵੀ ਤੇ ਨਿੰਮਾ ਵੀ, ਉਹ ਬੈਂਕ ਦਾ ਕਰਕੇ, ਬੈਂਕ ਡਕੈਤੀ ਵਿੱਚ ਜਿਹੜੇ ਕਤਲ ਹੋਏ। ਨਿੰਮੇ ਨੂੰ ਤੇ ਬਰੀ ਕਰਤਾ ਤੇ ਇਹਨਾਂ ਨੂੰ ਫਾਂਸੀ ਦਾ ਨਾਮ ਦਿੱਤਾ ਤੇ ਇਹਨਾਂ ਨੇ ਆਖਿਆ ਵੀ ਇਹ ਪਾਰਟੀ ਕਰਨਾ ਚਾਹੁੰਦੇ ਆ ਤੇ ਜੱਜ ਸਾਹਿਬ ਤੁਸੀਂ ਸ਼ਾਮਲ ਹੋ, ਤੇ ਜੱਜ ਨੇ ਕਿਹਾ। ਫਿਰ ਇਹਨਾਂ ਨੂੰ ਪਤਾ ਹੈ ਵੀ ਸਾਨੂੰ ਫਾਂਸੀ ਦਾ ਨਾਮ ਮਿਲਣਾ, ਇਹਨਾਂ ਨੇ ਜੇਲ੍ਹ ਦੇ ਅੰਦਰ ਹੀ ਬੂੰਦੀ ਕਢਵਾ ਕੇ ਰੱਖੀ ਹੋਈ ਸੀ। ਅੱਛਾ, ਬੂੰਦੀ। ਮੇਰੇ ਵੀ ਤੋਂ ਪਹਿਲਾਂ ਬੇਟਾ ਹੋਇਆ ਸੀ, ਉਹਦਾ ਨਾਂ ਭਾਈ ਜਿੰਦੇ ਸੁੱਖੇ ਨੇ ਮਸਰਾ ਸਿੰਘ ਨਾਂ ਰੱਖਿਆ ਸੀ। ਅੱਛਾ, ਭਾਈ ਮਸਰਾ ਸਿੰਘ। ਉਹ ਵੀ ਅਸੀਂ ਬਰਫੀ ਪਹਿਲਾਂ ਲੈ ਕੇ ਗਏ ਹਾਂ ਤੇ ਉਹ ਵੀ ਪਹਿਲਾਂ ਜਦੋਂ ਸਜ਼ਾ ਹੋਈ ਆ ਉਸ ਟਾਈਮ ਤੇ ਉਹਨਾਂ ਨੇ ਖਵਾਈ ਆ, ਫਿਰ ਉਹਨਾਂ ਨੇ ਬੂੰਦੀ ਕਢਾਈ ਆ ਤੇ ਉਹ ਵੀ ਮਤਲਬ ਵੱਡੀ ਆ। ਪਰ ਜਦੋਂ ਜੇਲ੍ਹ ਵਾਲਿਆਂ ਨੂੰ ਪਤਾ ਲੱਗਾ ਤੇ ਉਹਨਾਂ ਨਹੀਂ ਖਾਧੀ ਫਿਰ, ਮੁੜ ਕੇ ਸਾਨੂੰ ਵੀ ਹਦਾਇਤਾਂ ਦਿੱਤੀਆਂ। ਇੰਨਾ ਚਾਓ ਲਾੜੀ ਜਿਹੜੀ ਮੌਤ ਨੂੰ ਵਿਆਹੁਣ ਦਾ, ਔਰ ਕੋਈ ਖੌਫ ਨਹੀਂ, ਕੋਈ ਡਰ ਨਹੀਂ, ਪਾਰਟੀਆਂ ਕਰ ਰਹੇ ਆ, ਬਰਫੀਆਂ ਖਾ ਰਹੇ ਆ, ਇੱਕ ਦੂਜੇ ਦੇ ਮੂੰਹ 'ਚ ਲੱਡੂ ਪਾ ਰਹੇ ਆ, ਬਰਫੀ ਪਾ ਰਹੇ। ਇੱਕ ਹੋਰ ਮਜ਼ੇਦਾਰ ਗੱਲ ਤੁਹਾਨੂੰ ਦੱਸਦਾ, ਜਦੋਂ ਕਿ ਇਹਨੂੰ ਫਾਂਸੀ ਸਜ਼ਾ ਸੁਣਾਈ ਜਾਂਦੀ ਆ, ਫਾਂਸੀ ਦੇਣ ਤੱਕ ਬਹੁਤੇ ਬੰਦਿਆਂ ਦਾ ਵੇਟ ਘਟ ਜਾਂਦਾ ਵਾ, ਅੰਦਰੂਨੀ ਤੌਰ ਤੇ ਖਤਮ ਹੋਏ ਜਾਂਦੇ ਆ, ਪੱਲੇ ਕੁਝ ਨਹੀਂ ਰਹਿ ਜਾਂਦਾ। ਬਿਲਕੁਲ ਵੇਟ ਘਟ ਜਾਂਦਾ, ਪੱਲੇ ਰੋਟੀ ਨਹੀਂ ਖਾਧੀ ਜਾਂਦੀ। ਤੇ ਮੈਂ ਆਪਣੀ ਤੁਹਾਨੂੰ ਦੱਸ ਦਿੰਦਾ ਵੀ ਮੈਨੂੰ ਇੱਕ ਵਾਰੀ ਗੋਬਿੰਦ ਰਾਮ ਨੇ ਚੁੱਕ ਲਿਆ ਇੱਥੋਂ। ਅੱਛਾ, ਬੜੀ ਭੁੱਖ ਲੱਗੀ ਮੈਨੂੰ ਤੇ ਮੈਨੂੰ ਪਤਾ, ਉਹਨਾਂ ਦਾ ਮੈਨੂੰ ਢਾਹ ਕੇ ਪੁੱਛੋ ਜਿੰਦਾ ਹੈ ਕਿੱਥੇ ਆ। ਅੱਛਾ, ਤੇ ਵੇਖ ਲਓ ਵੀ ਸਾਰੀ ਰਾਤ ਮੈਨੂੰ ਭੁੱਖ ਨਹੀਂ ਲੱਗੀ, ਨਾ ਮੈਂ ਰੋਟੀ ਖਾਧੀ, ਜਿੰਨਾ ਚਿਰ ਮੈਨੂੰ ਉਹਨਾਂ ਢਾਹ ਕੇ ਕੁੱਟਿਆ ਨਹੀਂ, ਜਦੋਂ ਮੈਨੂੰ ਟੰਗਿਆ ਨਹੀਂ, ਟੌਰਚਰ ਕੀਤਾ, ਜਿੰਨਾ ਟੌਰਚਰ ਨਹੀਂ ਕੀਤਾ ਗੋਬਿੰਦ ਰਾਮ। ਮੇਰੇ ਕਹਿਣ ਦਾ ਮਤਲਬ ਵੀ ਇੰਨਾ ਦਹਿਸ਼ਤ ਪੈ ਜਾਂਦੀ ਹੈ ਕੁੱਟ ਖਾਣ ਤੇ, ਜਿਨ੍ਹਾਂ ਨੂੰ ਫਾਂਸੀ ਹੋਈ ਉਹਨਾਂ ਦਾ ਕੀ ਹਾਲ ਹੁੰਦਾ। ਪਰ ਭਾਈ ਜਿੰਦੇ ਸੁੱਖੇ ਹੋਣਾ ਦਾ ਭਾਰ 15 ਕਿਲੋ ਭਾਰ ਵੱਧ ਗਿਆ ਹੈ ਫਾਂਸੀ ਦੇ ਹੁਕਮ ਤੋਂ ਬਾਅਦ, ਫਾਂਸੀ ਸੁਣਾਉਣ ਤੋਂ ਲਾ ਕੇ ਦੇਣ ਤੱਕ ਇਹਨਾਂ ਦਾ 15 ਕਿਲੋ ਭਾਰ ਵਧਿਆ। ਇਹ ਮੇਰਾ ਖਿਆਲ ਸ਼ਾਇਦ ਰਿਕਾਰਡ ਹੋਊਗਾ। ਬਿਲਕੁਲ ਇੱਦਾਂ ਮੈਂ ਨਹੀਂ ਮੰਨਦਾ ਵੀ ਕਿਸੇ ਨੂੰ ਫਾਂਸੀ ਸੁਣਾਈ ਹੋਵੇ ਉਹਦਾ ਵੇਟ ਵਧੇ, ਵਜਨ ਦਿਨੋਂ ਦਿਨ ਘਟਦਾ। ਬੰਦਾ ਹੌਲ ਨਾਲੇ ਕਈ ਦਫਾ ਮਰ ਜਾਂਦਾ, ਹਾਂਜੀ ਬਈ ਮੈਨੂੰ ਫਾਂਸੀ ਹੋਣੀ ਆ, ਪਰ ਇਹਨਾਂ ਦਾ ਯੋਧਿਆਂ ਦਾ, ਸੂਰਮਿਆਂ ਦਾ। ਔਰ ਭਾਈ ਜਿੰਦੇ ਨੇ ਮੈਨੂੰ ਖੁਦ ਕਿਹਾ ਸੀ, ਮੈਂ ਮਾਲਕ ਨੂੰ ਹਾਜ਼ਰ ਨਾਜ਼ਰ ਜਾਣ ਕੇ ਹੀ ਕਹਿ ਰਿਹਾ, ਆਂਦਾ ਵੀ ਅਸੀਂ ਮਾਲਕ ਦੇ ਨਾਮ ਨਾਲ ਇੰਨਾ ਜੁੜ ਗਏ ਆ, ਬਾਣੀ ਨਾਲ ਇੰਨਾ ਜੁੜ ਗਏ ਆ, ਮੌਤ ਸਾਡੇ ਕੋਲ ਡਰਦੀ ਫਿਰਦੀ ਸੀ। ਬਿਲਕੁਲ ਡਰਦੀ ਫਿਰਦੀ ਸੀ, ਕੋਈ ਸ਼ੱਕ ਨਹੀਂ, ਕੋਈ ਸ਼ੱਕ। ਸਾਨੂੰ ਚਾਹ ਇੱਕ ਤਾਂ ਮੌਤ ਤੋਂ ਡਰ ਆਉਂਦਾ ਨਾ ਵੀ ਮੌਤ ਆਈ ਤੇ ਕੀ ਕਰਾਂਗੇ, ਕਿੱਧਰ ਨੂੰ ਜਾਵਾਂਗੇ, ਕਹਿੰਦਾ ਵੀ ਸਾਨੂੰ ਮੌਤ ਸਾਡੇ ਕੋਲ ਡਰਦੀ ਫਿਰਦੀ ਆ। ਫਿਰ ਉਹ ਇੱਕ ਸਮਾਂ ਆ ਜਾਂਦਾ ਜਿਸ ਦਿਨ ਫਾਂਸੀ ਹੋਣੀ ਸੀ, 10 ਅਕਤੂਬਰ 1992, 9 ਅਕਤੂਬਰ, ਹਾਂਜੀ 10 ਨੂੰ ਤਾਂ ਚਲੋ ਖਬਰ ਆਈ ਸੀ, ਤੇ ਉਸ ਤੋਂ ਇੱਕ ਦਿਨ ਪਹਿਲਾਂ 8 ਤਰੀਕ ਨੂੰ ਤੁਹਾਡੀ ਮੁਲਾਕਾਤ ਹੁੰਦੀ ਹੈ, 8 ਅਕਤੂਬਰ ਨੂੰ। ਹਾਂਜੀ, 32 ਜਣੇ ਅਸੀਂ ਮੁਲਾਕਾਤ ਕਰਨ ਵਾਸਤੇ ਗਏ। ਸਾਡੇ ਰਿਸ਼ਤੇਦਾਰ, ਭਾਈ ਸੁੱਖੇ ਦੇ ਰਿਸ਼ਤੇਦਾਰ, ਨਿਰਮਲ ਸਿੰਘ ਦੇ ਰਿਸ਼ਤੇਦਾਰ ਵੀ ਗਏ ਸੀ। 32 ਜਣੇ ਸੀ, 32 ਜਣੇ ਗਏ। ਅਸੀਂ ਤੇ ਟ੍ਰੇਨ 'ਤੇ ਗਏ ਤੇ ਬਹੁਤੇ ਨੂੰ ਜਹਾਜ਼ 'ਤੇ ਲੈ ਕੇ ਗਏ। ਅਸੀਂ ਤੇ ਟ੍ਰੇਨ 'ਤੇ ਤਾਂ ਗਏ, ਉਹ ਹਥਿਆਰ ਫੜਿਆ ਜਾ ਗਿਆ ਨਾ, ਉਹਦਾ ਕਰਕੇ ਸਾਨੂੰ ਇਹ ਵੀ ਸ਼ਾਇਦ ਸਾਨੂੰ ਅਰੈਸਟ ਕਰਨਗੇ, ਇਹ ਕਿੱਥੋਂ ਆਇਆ, ਵੀ ਉਹ ਤਾਂ ਦੱਸੂਗਾ ਕਿੱਥੋਂ ਆਇਆ ਕਿੱਥੋਂ ਨਹੀਂ। ਸਾਡੇ ਮਨ 'ਚ ਇਹ ਕੁਝ। ਹੁਣ ਅਖਬਾਰ ਦੇ ਵਿੱਚ ਪਹਿਲਾਂ ਤਾਂ ਪਤਾ ਨਹੀਂ ਲੱਗਾ ਵੀ ਇਹਨਾਂ ਨੇ ਫਾਂਸੀ ਦੇਣੀ ਹੈ ਕਿ ਨਹੀਂ, ਉਹਦੇ ਕੁਦਰਤੀ ਅਖਬਾਰ 'ਚ ਪਤਾ ਲੱਗ ਗਿਆ ਅਚਾਨਕ। ਪਰਿਵਾਰ ਨੂੰ ਨਹੀਂ ਦੱਸਿਆ ਉਹਨਾਂ ਪਹਿਲਾਂ, ਉਹ ਲੈਣ ਵਾਸਤੇ ਆਏ ਆ। ਅਖਬਾਰ 'ਚ ਖਬਰ ਆਈ ਵੀ ਉਹਨਾਂ ਨੂੰ ਪਰਸੋਂ ਫਾਂਸੀ ਦਿੱਤੀ ਜਾਣੀ ਹੈ। ਅਸੀਂ ਫਿਰ ਟ੍ਰੇਨ 'ਤੇ ਬੈਠ ਕੇ ਹੀ ਚਲੇ ਗਏ। ਉੱਥੇ ਜਦੋਂ ਮੁਲਾਕਾਤਾਂ ਦਾ ਆਖਰੀ ਮੁਲਾਕਾਤ, ਆਖਰੀ ਵੀ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਜਿਹੜੇ ਸ਼ਹੀਦ ਹੁੰਦੇ ਨੇ ਅਮਰ ਹੁੰਦੇ ਨੇ, ਸਦਾ ਹੀ ਜਿਉਂਦੇ ਨੇ। ਅੱਜ ਵੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ, ਤਮਾਮ ਜਿਹੜੇ ਸ਼ਹੀਦ ਨੇ ਉਹ ਪੰਥਕ ਸਫਾ ਵਿੱਚ, ਪੰਥ ਦੀ ਨਜ਼ਰ ਵਿੱਚ, ਔਰ ਪੰਥ ਦਰਦੀ ਜਿਹੜੇ ਨੇ ਉਹਨਾਂ ਦੇ ਹਿਰਦਿਆਂ ਵਿੱਚ, ਹਰ ਸਿੱਖ ਦੇ ਹਿਰਦੇ ਵਿੱਚ ਅੱਜ ਵੀ ਉਹ ਯੋਧੇ ਜਿਉਂਦੇ ਨੇ, ਸਦਾ ਹੀ ਅਮਰ ਹੁੰਦੇ ਨੇ। ਮਤਲਬ ਉਹ ਜਿਹੜੀ ਮੁਲਾਕਾਤ ਸੀ ਫਾਂਸੀ ਤੋਂ ਪਹਿਲਾਂ, ਉਹ ਸਵੇਰ ਤੋਂ ਸ਼ਾਮ ਤੱਕ, ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ 32 ਜਾਣਿਆਂ ਮੁਲਾਕਾਤਾਂ ਕੀਤੀਆਂ। ਉਹ ਮੁਲਾਕਾਤਾਂ ਆਖਰੀ ਮੁਲਾਕਾਤ ਸਾਡੀ ਸੀ।
ਆਖਰੀ ਮੁਲਾਕਾਤ ਉਸ ਵਕਤ ਤੁਹਾਡੀ ਪਰਿਵਾਰ ਦੀ ਮੇਰੀ ਤੇ ਮੇਰੀ ਸਿਸਟਰ ਦੀ ਤੇ 2-3 ਜਣੇ ਹੋਰ 5-5 7-7 ਜਣੇ ਮੁਲਾਕਾਤ ਕਰਦੇ। ਆਖਰੀ ਮੁਲਾਕਾਤ ਸਾਡੀ ਸੀ। ਸਾਡੀ ਸਿਸਟਰ ਨੇ ਵੀ ਬੜੇ ਪਿਆਰ ਦੇ ਨਾਲ ਗੱਲਾਂ ਬਾਤਾਂ ਸਾਰਾ ਹਾਲ ਚਾਲ ਪੁੱਛਿਆ, ਅਸੀਂ ਵੀ ਪੁੱਛਿਆ। ਤੇ ਭਾਈ ਜਿੰਦੇ ਸੁੱਖੇ ਹੋਣੀ ਸੱਚ ਜਾਣੋ, ਯਕੀਨ ਜਾਣੋ, ਸਾਡੇ ਨਾਲ ਹੱਸ ਗੱਲਾਂ ਕਰਦੇ, ਹੱਸ ਗੱਲਾਂ ਕਰਦੇ। ਤੇ ਗੱਲਾਂ ਹੁਣ ਬਹੁਤੀਆਂ ਨਹੀਂ ਯਾਦ ਹੈਗੀਆਂ, ਲੇਕਿਨ ਇਹ ਕਹਿੰਦੇ ਵੀ ਮੌਤ ਸਾਡੇ ਕੋਲ ਡਰਦੀ ਫਿਰਦੀ ਆ ਤੇ ਸਾਡੇ ਚਿਹਰੇ ਵੱਲ ਵੇਖੋ, ਤੁਹਾਨੂੰ ਕੋਈ ਭੈ ਨਜ਼ਰ ਆਉਂਦਾ, ਕੋਈ ਡਰ ਨਜ਼ਰ ਆਉਂਦਾ, ਚਿਹਰੇ ਐ ਜਗਦੇ। ਤੇ ਜਿੰਨਾ ਚਿਰ ਅਸੀਂ ਗੱਲਾਂ ਕਰਦੇ ਰਹੇ ਆ, ਯਕੀਨ ਜਾਣੋ ਸਾਨੂੰ ਚੇਤਾ ਭੁੱਲ ਗਿਆ ਵੀ ਇਹਨਾਂ ਨੇ ਸਵੇਰੇ ਫਾਂਸੀ ਹੋਣੀ ਹੈ। ਉਸ ਵਕਤ ਸਵੇਰੇ ਫਾਂਸੀ ਹੋਣੀ ਹੋਵੇ ਤੇ ਸਾਨੂੰ ਚੇਤਾ ਭੁੱਲ ਜੇ। ਉਹ ਗੱਲਾਂ ਹੀ ਸਾਨੂੰ ਕਰ ਕਰਕੇ ਹਸਾਈ ਗਏ, ਗੱਲਾਂ ਇਹੋ ਜਿਹੀ ਕਰੀ ਗਏ, ਹੱਸੀ ਗਏ ਆ। ਜਦੋਂ ਦਿਮਾਗ ਚੋਂ ਨਿਕਲ ਜੇ ਉਦੋਂ ਹਾਸਾ ਆਉਂਦਾ, ਉੱਦਾਂ ਨਹੀਂ ਆਉਂਦਾ। ਜਿਹੜਾ ਮਤਲਬ ਹਾਸਾ ਆ ਰਿਹਾ, ਜੇ ਕੋਈ ਗੱਲ ਕਰ ਰਹੇ ਆ, ਦਿਮਾਗ 'ਚੋਂ ਇਹ ਗੱਲ ਨਿਕਲ ਜੇ ਵੀ ਸਵੇਰੇ ਫਾਂਸੀ ਆ, ਫਿਰ ਤੇ ਇਹ ਬੰਦਾ ਕੋਈ ਮੁਸਕਰਾਹਟ ਲਾ ਸਕਦਾ। ਤੇ ਵੈਸੇ ਤਾਂ ਲਾਉਣੀ ਬੜੀ ਔਖੀ ਆ। ਇਹ ਯਕੀਨ ਜਾਣੋ ਵੀ ਇੱਦਾਂ ਹੋਇਆ। ਜਦੋਂ ਆਪਣੀ ਮੁਲਾਕਾਤ ਖਤਮ ਹੋਣ ਲੱਗੀ ਆ ਨਾ, ਫਿਰ ਸਾਡੇ ਸਾਨੂੰ ਆਉਂਦੇ ਵੀ ਅਸੀਂ ਥੱਕ ਗਏ ਹਾਂ। ਅੱਛਾ। ਸਵੇਰ ਦੇ ਕਿੰਨੀਆਂ ਮੁਲਾਕਾਤਾਂ ਕੀਤੀਆਂ, ਜ਼ਿੰਦਗੀ 'ਚ ਆਪਾਂ ਬਹੁਤ ਮੁਲਾਕਾਤਾਂ ਕੀਤੀਆਂ, ਤੇ ਹੁਣ ਅਸੀਂ ਨਾ ਸੌਣਾ ਵਾ। ਅੱਛਾ। 10 ਤੋਂ 12 ਅਸੀਂ ਸੌਵਾਂਗੇ ਤੇ ਸਵੇਰੇ ਉੱਠ ਕੇ ਦਹੀਂ ਜਮਾਇਆ ਉਹ ਛਕਾਂਗੇ, ਇੱਕ ਸੇਬ ਰੱਖਿਆ ਉਹ ਛਕਾਂਗੇ, ਕੇਸੀ ਇਸ਼ਨਾਨ ਕਰਾਂਗੇ, ਨਿਤਨੇਮ ਦੀਆਂ ਬਾਣੀਆਂ ਜਿਹੜੀਆਂ ਉਹ ਪੜਾਂਗੇ। ਤੇ 3:30 ਪੌਣੇ 4 ਅਸੀਂ ਕਮਰ ਕੱਸੇ ਕਰਕੇ ਚੋਲੇ ਕਸ਼ਹਿਰੇ ਦੇ ਗੋਲ ਦਸਤਾਰਾਂ ਵਿੱਚ 4 ਵਾਰ ਤਿਆਰ ਹੋ ਜਾਵਾਂਗੇ। 4 ਵਜੇ ਸਾਨੂੰ ਜਦੋਂ ਫਾਂਸੀ ਲੈ ਕੇ ਜਾਣਾ, ਜੰਕਾਰੇ ਛੱਡਦੇ ਜਾਵਾਂਗੇ ਤੇ ਹੁਣ ਤੁਸੀਂ ਜਾਓ। ਜਦੋਂ ਇਹਨਾਂ ਇਹ ਗੱਲਾਂ ਨੂੰ ਦੱਸੀਆਂ ਤੇ ਸਾਡੇ ਮਨ 'ਚ ਉਸ ਟਾਈਮ ਤੇ ਇੰਨਾ ਜ਼ਿਆਦਾ ਮਨ 'ਤੇ ਆਇਆ, ਹੱਦ ਤੋਂ ਵੱਧ, ਜਿਹੜਾ ਕਿ ਅਸੀਂ ਭੁਲਾ ਕੇ ਬੈਠੇ ਹੋਏ ਹਾਂ। ਹੁਣ ਭਰਾ ਸਵੇਰੇ ਜਾਣਾ ਹੋਵੇ, ਫਾਂਸੀ ਚੜ੍ਹਨਾ ਹੋਵੇ, ਤੇ ਕੀ ਉਹ ਬੰਦਾ ਹੱਸੂਗਾ? ਕੋਈ ਗੱਲ ਨਿਕਲੂਗੀ ਮੂੰਹ ਚੋਂ? ਗਲਾ ਨਾ ਭਰੂਗਾ? ਫਿਰ ਸਾਡਾ ਗਲਾ ਤੇ ਬੜੇ ਜੰਕਾਰੇ ਛੱਡਿਆ। ਮੇਰਾ ਡੇਢੀ ਤੇ ਜਾ ਕੇ ਘੰਟਾ ਮੈਂ ਭੈਣ ਜੀ ਜਿੰਨੇ ਜਾਣੇ ਜੋਸ਼ ਦੇ ਵਿੱਚ ਆਣ ਕੇ ਬੜੇ ਜੰਕਾਰੇ ਛੱਡੇ। ਜਦੋਂ ਉੱਥੋਂ ਵਾਪਸ ਆਇਆ? ਹਾਂਜੀ। ਡੇਢੀ ਦੇ ਵਿੱਚ ਜਿਹੜੀ ਜੇਲ੍ਹ ਦੀ ਡੇਢੀ ਆ, ਪਹਿਲਾਂ ਤਾਂ ਉਹਨਾਂ ਵਿੱਚ ਜੰਕਾਰੇ ਛੱਡੇ ਆ, ਤੇ ਮੁੜ ਕੇ ਸ਼ਾਇਦ ਉਹਨਾਂ ਦੀ ਕੋਈ ਥੋੜ੍ਹਾ ਜਿਹਾ ਮਸਲਾ ਹੋ ਰਹੀ, ਉਹ ਕੋਈ ਰੱਬ ਨਾਲ ਜੁੜੇ ਸੀ, ਉਹ ਸ਼ਾਇਦ ਰੱਬ ਦਾ ਨਾਮ ਲੈਣ ਡੈ ਪਏ ਹੋਣਗੇ ਬਾਅਦ 'ਚ। ਤੇ ਅਸੀਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਉਹ ਜਜ਼ਬਾਤ 'ਚ ਆਏ ਆ, ਹੁਣ ਉਹ ਸੋਚਦੇ ਹੋਣੇ ਆ, ਕਿਉਂਕਿ ਸਾਡਾ ਸੰਗ ਬਹਿ ਗਿਆ। ਇੰਨਾ ਮਤਲਬ ਤੁਹਾਡੇ ਅੰਦਰ ਉਸ ਵਕਤ ਜੋਸ਼ ਉਦੋਂ ਜੋਸ਼ ਆਇਆ ਜਦੋਂ ਸਾਡੇ ਮਨ 'ਚ ਆਇਆ ਵੀ ਇਹ ਤੇ ਸਵੇਰੇ ਫਾਂਸੀ ਹੋਣੀ ਆ। ਜਦੋਂ ਸਾਡੇ ਨਾਲ ਗੱਲਾਂ ਕਰਦੇ ਸਾਡੇ ਮਨ 'ਚੋਂ ਨਿਕਲ ਚੁੱਕਾ ਜਦੋਂ। ਫਿਰ ਜੇਲ੍ਹ ਸੁਪਰਡੈਂਟ ਕਹਿੰਦਾ ਵੀ ਸਵੇਰੇ ਕੈਦੀ ਕੱਪੜੇ ਪਵਾ ਕੇ ਉਹਨਾਂ ਨੂੰ ਤੇ ਅਸੀਂ ਫਾਂਸੀ ਚੜਾਵਾਂਗੇ। ਮੈਂ ਭਾਈ ਜਿੰਦਾ ਦੇ ਸੁੱਖਾਂ ਦਾ ਵੀ ਅਸੀਂ ਤੇ ਇਹਨਾਂ ਦੇ ਪਹਿਲਾਂ ਨਹੀਂ ਕੈਦੀ ਕੱਪੜੇ ਪਾਏ, ਅਸੀਂ ਕੈਦੀ ਕੱਪੜੇ ਕਦੀ ਵੀ ਨਹੀਂ ਪਾਵਾਂਗੇ। ਅਸੀਂ ਇਹ ਹਿੰਦੁਸਤਾਨ ਦੇ ਕਾਨੂੰਨ ਨੂੰ ਮੰਨਦੇ ਹੀ ਨਹੀਂ। ਜਦੋਂ ਅਸੀਂ ਕਾਨੂੰਨ ਨੂੰ ਨਹੀਂ ਮੰਨਦੇ ਅਸੀਂ ਪਾਈਏ ਕਿਉਂ? ਉਹ ਕਹਿੰਦੇ ਨਹੀਂ ਮੈਂ ਪਿਆਰ ਦੇ ਨਾਲ ਮਨਾ ਲੂੰਗਾ। ਮੈਂ ਤੁਸੀਂ ਪਿਆਰ ਨਾਲ ਮਨਾ ਕੇ ਵੇਖ ਲਓ ਜਿੱਦਾਂ ਉਹਨਾਂ ਨੇ ਪਾਉਣੇ। ਆਹ ਗੱਲਾਂ ਵਿਚਾਰਾਂ ਉਹਦੇ ਨਾਲ ਹੋਈਆਂ। ਜਦੋਂ ਸਵੇਰੇ 4 ਵਜੇ ਇਹਨਾਂ ਨੂੰ ਫਾਂਸੀ ਦਿੱਤੀ ਗਈ, ਅਸੀਂ ਰਾਤ ਤੇ ਕੀ ਸੌਣਾ ਸੀ, ਤਾਂ ਰਾਤ ਸੌਣਾ ਕਾਹਦਾ ਹੁੰਦਾ? ਤੁਸੀਂ ਉੱਥੋਂ ਫਿਰ ਰਾਤ ਸਾਰੀ ਪਾਠ ਕਰਦੇ ਰਹੇ। ਗੁਰਦੁਆਰਾ ਸਾਹਿਬ ਚਲੇ ਗਏ, ਗੁਰਦੁਆਰਾ ਸਿੰਘ ਸਭਾ ਪੂਨਾ। ਹਾਂਜੀ ਹਾਂਜੀ, ਗਣੇਸ਼ ਪੇਟ ਵਾ ਗੁਰਦੁਆਰਾ ਸਾਹਿਬ ਪੂਨਾ, ਉੱਥੇ ਚਲੇ ਗਏ ਆ। ਉੱਥੇ ਸ੍ਰੀ ਅਖੰਡ ਪਾਠ ਸਾਹਿਬ ਰਖਾਇਆ ਹੈ, ਪਹਿਲਾਂ ਰਖਾਇਆ ਹੈ, ਤੇ ਇਹਨਾਂ ਦੀ ਚੜ੍ਹਦੀ ਕਲਾ ਦਾ। ਉੱਥੇ ਗਏ ਆ, ਪਾਠ ਕਰਦੇ ਨੇ। ਚਲੋ ਰਾਤ ਜਦੋਂ 4 ਵਜੇ ਆ ਉਦੋਂ ਤੇ ਚਲੋ ਜੋ ਵੀ ਹੁੰਦਾ ਵੀ ਆ ਸਮਾਂ ਆ ਗਿਆ ਵੀ ਅੱਜ ਉਹ ਯੋਧੇ, ਅੱਜ ਉਹ ਲਾੜੀ ਮੌਤ ਨੇ ਉਹਨਾਂ ਦਾ ਹੁਣ ਵਿਆਹ ਹੋ ਰਿਹਾ ਫਾਂਸੀ ਦੇ। ਉਸ ਟਾਈਮ ਤੇ ਬੜਾ ਔਖਾ ਹੁੰਦਾ ਕੰਮ, ਲੇਕਿਨ ਸਾਨੂੰ ਉਹਨਾਂ ਹਦਾਇਤ ਦਿੱਤੀ ਹੋਈ ਵੀ ਰੋਣਾ ਨਹੀਂ, ਅੱਖਾਂ 'ਚ ਪਾਣੀ ਨਹੀਂ ਹੋਣਾ ਚਾਹੀਦਾ।
ਔਰ ਜਦੋਂ ਅਸੀਂ ਇਸ ਦੁਨੀਆ ਤੋਂ ਚਲੇ ਗਏ ਉਦੋਂ ਬਾਅਦ 'ਚ ਤੁਸੀਂ ਲੱਡੂ ਵੰਡਣੇ ਆ, ਅੱਛਾ, ਹੱਸ ਹੱਸ ਕੇ ਗੱਲਾਂ ਕਰਨੀਆਂ, ਇਹ ਕਹਿਣਾ ਵੀ ਸਾਡੇ ਪੁੱਤ, ਮਾਤਾ ਜੀ ਨੂੰ ਸਮਝਾਇਆ ਸੀ, ਸਾਡੇ ਪੁੱਤ ਸ਼ੇਰ ਆ, ਸ਼ੇਰ ਵਾਲਾ ਕੰਮ ਕੀਤਾ ਤੇ ਸਾਨੂੰ ਉਹਨਾਂ ਦੇ ਜਾਣ ਦੀ ਖੁਸ਼ੀ ਹੋਈ ਆ, ਕੋਈ ਪਰਵਾਹ ਨਹੀਂ। ਮਾਤਾ ਜੀ ਦੀ ਜਿਹੜੀ ਦਸ਼ਾ ਸੀ ਉਸ ਵਕਤ, ਮਾਤਾ ਜੀ ਹੋਣਾ ਨੂੰ ਹੀ ਉਹਨਾਂ ਨੇ ਇਹ ਗੱਲ ਕਹੀ ਹੋਈ ਸੀ। ਚਲੋ ਬਿਆਨ ਸਾਰੇ ਮਾਤਾ ਜੀ ਹੋਣਾ ਦਿੱਤਾ, ਅਸੀਂ ਮਾਤਾ ਜੀ ਹੋਣਾ ਵੀ ਲਾ ਕੇ ਅਸੀਂ ਵੀ ਹਾਂ। ਇਹ ਵਾਕਿਆ ਹੀ ਇਹ ਕੋਈ ਕੁਦਰਤ ਦਾ ਕਰਿਸ਼ਮਾ ਹੁੰਦਾ। ਕਿਸੇ ਦੇ ਅੱਖਾਂ 'ਚ ਉਸ ਟਾਈਮ 'ਤੇ ਪਾਣੀ ਨਹੀਂ ਆਇਆ ਜਦੋਂ ਅਖਬਾਰਾਂ ਵਾਲੇ ਆਏ ਆ। ਅੱਛਾ, ਹਾਂਜੀ, ਪਹਿਲਾਂ ਤਾਂ ਜਦੋਂ ਸਾਨੂੰ ਲੈ ਕੇ ਗਏ ਆ ਨਾ, ਲੈ ਕੇ ਗਏ ਆ ਤੇ ਇਹ ਗੰਨੇ ਦਾ ਖੇਤ ਇੱਕ ਕੱਟਿਆ ਹੈ, ਮੂਲਾ ਨਦੀ ਆ, ਉਹਦੇ ਸਪੈਸ਼ਲ ਸੰਸਕਾਰ ਵਾਸਤੇ ਇਹਨਾਂ ਦਾ ਜਗ੍ਹਾ ਬਣਾਈ ਸੀ ਉਹਨਾਂ। ਬੜੀ ਪੁਲਿਸ, ਬਹੁਤ ਜ਼ਿਆਦਾ ਪੁਲਿਸ ਲੱਗੀ ਸੀ ਉੱਥੇ। 32 ਜਣੇ ਗਏ ਆ ਤੇ ਇਹ ਚਿੱਟੀ ਗੱਡੀ ਦੇ ਵਿੱਚ ਇਹਨਾਂ ਦੋਵਾਂ ਨੂੰ ਚਿੱਟੀਆਂ ਚਾਦਰਾਂ ਵਿੱਚ ਲਪੇਟਿਆ ਸੀ। ਮੈਂ ਭਾਈ ਸੁੱਖੇ ਨੂੰ ਪਹਿਲਾਂ ਉਤਾਰਿਆ ਸੀ ਗੱਡੀ 'ਚੋਂ। ਅੱਛਾ, ਭਾਈ ਸੁਖਦੇਵ ਸਿੰਘ ਸੁੱਖਾ ਜੀ। ਹਾਂਜੀ, ਜਦੋਂ ਇਸ਼ਨਾਨ ਕਰਾਉਣਾ ਸੀ ਨਾ ਉਹਨਾਂ ਦਾ, ਗੱਡੀ 'ਚ ਭਾਈ ਸੁੱਖੇ ਨੂੰ ਪਹਿਲਾਂ ਮੈਂ ਉਤਾਰਿਆ। ਹਾਂ, ਉਹਦਾ ਕਾਰਨ ਤੁਸੀਂ ਦੱਸੋ। ਉਹਦਾ ਕਾਰਨ ਇਹ ਵੀ ਉਹਦਾ ਭਰਾ ਨਹੀਂ ਹੈਗਾ, ਉਹਨੂੰ ਪਿਆਰ ਕੀਤਾ ਵਾ। ਚਲੋ ਉਹਨੂੰ ਉਤਾਰਿਆ ਤੇ ਉਹਦੇ ਬਾਅਦ 'ਚ ਫਿਰ ਮੈਂ ਭਾਈ ਜਿੰਦੇ ਨੂੰ ਉਤਾਰਿਆ, ਦੋਵਾਂ ਨੂੰ ਉਤਾਰਿਆ ਤੇ ਉਹਨਾਂ ਦੇ ਜਦੋਂ ਕੱਪੜੇ ਉਤਾਰੇ ਤੇ ਮੈਨੂੰ ਭਾਈ ਜਿੰਦੇ ਹੋਣਾ ਇੱਕ ਤੇ ਉਹ ਕਹਿੰਦੇ ਵੀ ਸਾਡੀਆਂ ਧੌਣਾਂ ਲੰਮੀਆਂ ਤਾਂ ਨਹੀਂ ਹੁੰਦੀਆਂ, ਕਿਤੇ ਬੁਰੇ ਤਾਂ ਨਾ ਲੱਗਾਂਗੇ। ਇਹ ਖਿਆਲ ਸਾਨੂੰ ਨਹੀਂ ਪਤਾ, ਸਾਡੀ ਕੋਸ਼ਿਸ਼ ਹੋਊ ਵੀ ਸਾਡੀਆਂ ਧੌਣਾਂ ਲੰਮੀਆਂ ਨਾ ਹੋਣ। ਅੱਜ ਅੱਖਾਂ 'ਚ ਪਾਣੀ ਆਇਆ, ਉੱਥੇ ਨਹੀਂ ਆਇਆ। ਯਕੀਨ ਕਰੋ, ਵਾਕਿਆ ਉਹਨਾਂ ਦੀਆਂ ਕੋਈ ਧੌਣਾਂ ਲੰਬੀਆਂ ਨਹੀਂ ਸੀਗੀਆਂ। ਅੱਛਾ, ਤੇ ਮੈਂ ਭਾਈ ਜਿੰਦੇ ਦੇ ਕੇਸ ਵੇਖੇ ਤੇ ਗਿੱਲੇ ਸੀ, ਭਾਈ ਸੁੱਖੇ ਦੇ ਕੇਸ ਜਿਹੜੇ ਕਿੰਗਰੇ ਸੀ, ਥੋੜ੍ਹੇ ਵਾਲ ਹੈਗੇ ਕੁੰਡਲਾਂ ਵਾਲੇ, ਥੋੜ੍ਹੇ ਰੁੱਖੇ ਰੁੱਖੇ ਜਿਹੇ ਖੁਸ਼ਕ ਜਿਹੇ ਜਾਪੇ। ਦੋਵਾਂ ਨੇ ਕੇਸੀ ਇਸ਼ਨਾਨ ਕੀਤਾ ਹੋਇਆ, ਦੋਵੇਂ ਚੋਲੇ ਕਸਹਿਰੇ ਤੇ ਕਮਰ ਕੱਸੇ ਵਿੱਚ ਗੋਲ ਦਸਤਾਰਾਂ ਵਿੱਚ ਹੀ ਉਹਨਾਂ ਨੇ ਫਾਂਸੀ ਦੀ ਸਜ਼ਾ ਲਈ। ਉਹ ਫਿਰ ਪਹਿਲਾਂ ਉਹ ਬਸਤਰ ਲਾ ਕੇ ਤੇ ਦੂਜੇ ਜਿਹੜੇ ਬਸਤਰ ਲੈ ਕੇ ਗਏ ਹਾਂ ਉਹ ਪਹਿਨੇ ਇਸ਼ਨਾਨ ਕਰਾਇਆ। ਉਹਦੇ ਬਾਅਦ 'ਚ ਭਾਈ ਸੁੱਖੇ ਦੇ ਪਿਤਾ ਜੀ ਸਰਦਾਰ ਮਹਿੰਗਾ ਸਿੰਘ ਜੀ ਤੇ ਉਹਨਾਂ ਨੇ ਉਹਨਾਂ ਨੂੰ ਮਤਲਬ ਜਿਹੜੀ ਅੱਗ ਉਹਨਾਂ ਨੇ ਦਿਖਾਈ ਤੇ ਸਾਡੇ ਪਿਤਾ ਜੀ ਸਰਦਾਰ ਗੁਲਜ਼ਾਰ ਸਿੰਘ ਜੀ ਇਹਨਾਂ ਨੇ ਭਾਈ ਜਿੰਦੇ ਦੀ ਸਾਨੂੰ ਅੱਗ ਦਿਖਾਈ। ਭਾਈ ਜਿੰਦੇ ਹੁਣਾਂ ਸਾਨੂੰ ਇਹ ਕਿਹਾ ਸੀ ਵੀ ਜਦੋਂ ਅਸੀਂ ਉੱਥੇ ਮਤਲਬ ਸੰਸਕਾਰ ਹੋਇਆ ਤੇ ਉਸ ਟਾਈਮ 'ਤੇ ਬੀਬੀਆਂ ਵੀ ਗਈਆਂ ਹੈ ਵੀ ਤੁਸੀਂ ਗਿੱਧਾ ਪਾਉਣਾ ਵਾ, ਖੁਸ਼ੀ ਮਨਾਉਣੀ ਆ, ਘੋੜੀਆਂ ਗਾਉਣੀਆਂ। ਗਿੱਧਾ ਪਾਉਣਾ ਵਿਆਹ ਦੀਆਂ, ਜਿੱਦਾਂ ਕਿਸੇ ਦਾ ਵਿਆਹ ਵਾ, ਵਿਆਹ ਦੀਆਂ ਘੋੜੀਆਂ ਆਉਣੀਆਂ। ਇਹ ਲੋਕਾਂ ਨੂੰ ਪਤਾ ਲੱਗੇ ਕਿ ਸਿੰਘ ਜਿਹੜੇ ਚੜ੍ਹਦੀ ਕਲਾ ਵਿੱਚ ਰਹਿੰਦੇ ਆ, ਇਹ ਮੌਤ ਨੂੰ ਮਖੌਲਾਂ ਕਰਦੇ ਆ ਤੇ ਇਹ ਡਰਦੇ ਨਹੀਂ, ਤਾਂ ਕਿ ਇਹਨਾਂ ਨੂੰ ਏਜੰਸੀਆਂ ਨੂੰ, ਕੇਂਦਰ ਸਰਕਾਰ ਨੂੰ ਔਰ ਪੂਰੇ ਵਰਲਡ ਨੂੰ ਪਤਾ ਲੱਗ ਜਾਵੇ ਵੀ ਜਿਹੜੇ ਸਿੱਖ ਨੇ ਉਹ ਲਾੜੀ ਮੌਤ ਨਾਲ ਇੰਜ ਵਿਆਹੇ ਜਾਂਦੇ ਨੇ। ਬਿਲਕੁਲ 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 ਸਹੀ ਗੱਲ ਹੈ। ਇਹ ਵੇਖ ਲਓ, ਫਿਰ ਇਹਨਾਂ ਭਾਈ ਜਿੰਦੇ ਨੇ ਤੇ ਭਾਈ ਸੁੱਖੇ ਨੇ ਇੱਕ ਬੜੀ ਵੱਡੀ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਆ ਵੀ ਜਦੋਂ ਮਤਲਬ ਜਦੋਂ ਪਹਿਲਾਂ ਫਾਂਸੀ ਹੋਈ ਆ ਉਦੋਂ ਚਿੱਠੀ ਇਹਨਾਂ ਲਿਖੀ ਆ ਵੀ ਕੋਈ ਵੀ ਸਿੱਖ ਆਣ ਕੇ ਸਾਡੇ ਬਾਰੇ ਅਪੀਲ ਕਰੇ ਤੇ ਉਹ ਅਪੀਲ ਮਨਜ਼ੂਰ ਨਾ ਕੀਤੀ ਜਾਵੇ, ਕਿਉਂਕਿ ਸਿੱਖ ਜਿਹੜੇ ਆ ਰਹਿਮ ਦੀ ਭੀਖ ਨਹੀਂ ਮੰਗਦੇ। ਅੱਛਾ, ਬਾਕੀ ਜਦੋਂ ਅਸੀਂ ਸਜ਼ਾ ਆਪ ਲੈ ਰਹੇ ਹਾਂ ਤਾਂ ਅਸੀਂ ਅਪੀਲ ਕਿਉਂ ਕਰੀਏ। ਇਹਨਾਂ ਨੇ ਮਨਾ ਕੀਤਾ ਸੀ ਰਾਸ਼ਟਰਪਤੀ ਨੂੰ। ਜਿਵੇਂ ਗੁਰਬਾਣੀ ਵੀ ਕਹਿੰਦੀ ਹੈ, ਹਾਂਜੀ, ਮੋਹੇ ਮਰਨੇ ਦਾ ਚਾਓ ਹੈ, ਮਤਲਬ ਇੰਨਾ ਚਾਓ ਸੀ ਫਾਂਸੀ ਦੇ ਤਖਤੇ ਤੱਕ ਜਾਣ ਦਾ, ਉਸ ਰੱਸੇ ਨੂੰ ਚੁੰਮਣ ਦਾ। ਔਰ ਪੰਥ ਦੇ ਲਈ ਕੁਰਬਾਨੀਆਂ ਤਾਂ ਉਹਨਾਂ ਨੇ ਪਹਿਲਾਂ ਹੀ ਬਹੁਤ ਕੀਤੀਆਂ। ਫਿਰ ਉਹ ਅਖੀਰ ਉਹ ਸਮਾਂ ਆਉਂਦਾ ਵੀ ਉਹ ਜਾਮੇ ਸ਼ਹਾਦਤ ਦਾ ਪਿਆਲਾ ਪੀ ਜਾਂਦੇ। ਹਾਂਜੀ, ਆ ਜਿਹੜੇ ਮੈਨੂੰ ਆਏ ਅਥਰੂ ਆਏ ਆ, ਇਹ ਖੁਸ਼ੀ ਦੇ ਆ, ਗਮੀ ਦੇ ਨਹੀਂ। ਖੁਸ਼ੀ ਵਿੱਚ ਵੀ ਬੰਦੇ ਦੇ ਅਥਰੂ ਆਉਂਦੇ ਆ। ਇੱਕ ਦੇ ਇਹ ਨਾ ਕੋਈ ਭੁੱਲ ਕੇ ਸੋਚ ਲੇ ਵੀ ਇਹ ਮਤਲਬ ਇਹਦੇ ਕਿਉਂ ਇਸ ਤਰ੍ਹਾਂ ਆਇਆ, ਉਹ ਤਾਂ ਵੈਸੇ ਖੁਸ਼ੀ ਦੇ ਕਰਕੇ ਆਇਆ। ਮਾਲਕ ਨੇ ਬਖਸ਼ਿਸ਼ ਕੀਤੀ ਆ, ਜੋ ਉਹਦੇ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ। ਅਗਰ ਡੋਲ ਦਿੰਦੇ ਤਾਂ ਫਿਰ ਦੁੱਖ ਹੁੰਦਾ।
ਬਿਲਕੁਲ ਅਗਰ ਕੋਈ ਬੰਦਾ ਡੋਲ ਜਾਂਦਾ ਉਸ ਚੀਜ਼ ਦਾ ਦੁੱਖ ਹੁੰਦਾ। ਉੱਥੋਂ ਤੁਸੀਂ ਫਿਰ ਉਹ ਸਾਰੀ ਜਿਹੜੀ ਸੰਸਕਾਰ ਦੀ ਕਿਰਿਆ ਹੈ ਕਰ ਲੈਂਦੇ ਹੋ, ਉਦੋਂ ਬਾਅਦ ਤੁਸੀਂ ਪਿੰਡ ਵਾਪਸ ਆਉਂਦੇ ਹੋ? ਉਹਦੇ ਬਾਰੇ ਵੀ ਜਦੋਂ ਉਹ ਜਿਹੜੀ ਅਸ਼ਤੀਆਂ ਹੁੰਦੀਆਂ ਜਿਹੜੀਆਂ ਆਪਾਂ ਅੱਜ ਕੱਲ੍ਹ ਜਲ ਪ੍ਰਵਾਹ ਕਰਦੇ ਹਾਂ, ਭਾਈ ਜਿੰਦੇ ਨੇ ਤੇ ਭਾਈ ਸੁੱਖੇ ਨੇ ਪਹਿਲਾਂ ਹੀ ਸਾਨੂੰ ਕਿਹਾ ਹੋਇਆ ਸੀ ਇਹਨਾਂ ਕੋ ਮੰਗਣੀਆਂ ਵਾ, ਜੇ ਦਿੰਦੇ ਆ ਤੇ ਲੈਣੀਆਂ, ਅਗਰ ਨਹੀਂ ਦਿੰਦੇ ਤੇ ਰੌਲਾ ਨਹੀਂ ਪਾਉਣਾ, ਤੁਹਾਂ ਇਤਰਾਜ਼ ਨਹੀਂ ਬਹੁਤਾ ਕਰਨਾ, ਕੋਈ ਏਡੀ ਵੱਡੀ ਗੱਲ ਨਹੀਂ, ਸਵਾਹ ਹੋਣੀ ਆ। ਤੇ ਉਹਦੇ ਬਾਰੇ ਤੁਸੀਂ ਇਹ ਨਹੀਂ ਕਹਿਣਾ ਵੀ ਜਿੱਦ ਨਹੀਂ ਕਰਨੀ, ਮਤਲਬ ਕਿ ਵੀ ਜਿੱਦ ਕਰਕੇ ਐਵੇਂ ਬਿਨਾਂ ਪਤਾ ਨਵਾਂ ਅਦਾਲਤਾਂ ਮਤਲਬ ਉਸ ਜਿਹੜੀ ਸ਼ਹਾਦਤ ਨੂੰ ਮਤਲਬ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਵੀ ਉਹ ਸ਼ਹਾਦਤ ਦੇ ਉੱਪਰ ਕੋਈ ਉਂਗਲ ਉੱਠੇ। ਬਿਲਕੁਲ ਬਿਲਕੁਲ। ਅੱਛਾ, ਉਸ ਤੋਂ ਬਾਅਦ ਫਿਰ ਪਿੰਡ ਆ ਜਾਂਦੇ ਹੋ? ਉਹਦੇ ਬਾਅਦ ਸਾਨੂੰ ਜਹਾਜ਼ 'ਤੇ ਸਾਨੂੰ ਇੱਥੇ ਲੈ ਆਏ ਆ, ਦਿੱਲੀ ਤੋਂ ਆਪਣੀਆਂ ਗੱਡੀਆਂ 'ਚ ਸਾਨੂੰ ਇੱਥੇ ਲੈ ਕੇ ਆਏ ਆ। ਪਿੰਡ ਆ ਕੇ ਵੀ ਮੈਂ ਸੁਣਿਆ ਵੀ ਜਿਸ ਘਰ 'ਚ ਆਪਾਂ ਬੈਠੇ ਹਾਂ ਪਿੰਡ ਗਦਲੀ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦਾ ਇਹ ਘਰ ਹੈ ਜੋ ਆਪ ਸੰਗਤਾਂ ਦੇਖ ਰਹੇ ਹੋ। ਬਿਲਕੁਲ ਸਾਡੇ ਪਿਛਲੇ ਪਾਸੇ ਉਹਨਾਂ ਮਹਾਨ ਯੋਧਿਆਂ ਦੀਆਂ ਤਸਵੀਰਾਂ ਨੇ। ਆਹੀ ਕਮਰਾ ਜਿੱਥੇ ਉਹ ਕਦੇ ਪੈਂਦੇ ਸੀ, ਕਦੇ ਇੱਧਰੋਂ ਇੱਧਰ ਚਲੇ ਜਾਂਦੇ ਸੀਗੇ। ਇਸੇ ਘਰ ਦੇ ਵਿੱਚ ਅਸੀਂ ਰਹਿੰਦੇ ਨੇ। ਕੋਈ ਮੇਰੇ ਤੋਂ ਛੋਟਾ ਸੀ ਅਤੇ ਅਸੀਂ ਕਿਉਂਕਿ ਮੈਂ ਇਹਦੇ ਕੋਲ ਕੰਮ ਕਰਾਉਣਾ ਹੁੰਦਾ ਹਾਂ ਅਤੇ ਉਹ ਇੰਨੇ ਕੰਮ ਬਹੁਤਾ ਨਹੀਂ ਕਰ ਸਕਦਾ, ਲੇਕਿਨ ਫਿਰ ਵੀ ਹੁਣ ਭਰਾ ਹੋਣ ਕਰਕੇ ਤੇ ਮੇਰਾ ਵੀ ਮਨ ਕਰਦਾ ਵੀ ਦੋਵੇਂ ਰਲ ਕੇ ਕੰਮ ਕਰੀਏ। ਅੱਜ ਕੱਲ੍ਹ ਤੇ ਉਹ ਕੰਮ ਨਹੀਂ ਹੈਗੇ ਜੀ, ਉਸ ਟਾਈਮ 'ਤੇ ਕੰਮ ਵੀ ਬਹੁਤ ਜ਼ਿਆਦਾ ਹੁੰਦਾ। ਅਤੇ ਫਿਰ ਤੁਸੀਂ ਇਸੇ ਘਰ ਵਿੱਚ ਆ ਕੇ ਮੈਂ ਸੁਣਿਆ ਵੀ ਇੱਥੇ ਵੀ ਗਿੱਧਾ ਪਾਇਆ, ਖੁਸ਼ੀਆਂ ਮਨਾਈਆਂ ਗਈਆਂ ਯੋਧਿਆਂ ਦੀ, ਬਈ ਉਹ ਜਿਹੜੀ ਸ਼ਹਾਦਤ ਹੋਈ ਹੈ ਉਹਨਾਂ ਨੇ ਜੋ ਕਿਹਾ ਵਾ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ, ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਸਾਡੇ ਨਾਂ 'ਤੇ ਪੈਸਾ ਨਾ ਇਕੱਠਾ ਕਰਿਓ। ਪਹਿਲਾਂ ਉਹਨਾਂ ਲਿਖ ਦਿੱਤਾ ਵੀ ਅਗਰ ਕੋਈ ਸਜ਼ਾ ਹੁੰਦੀ ਵੀ ਆ ਜਾਂ ਕਿਤੇ ਕੋਈ ਜੁਰਮਾਨਾ ਹੁੰਦਾ ਤੇ ਉਹ ਤੁਸੀਂ 1-2 ਕਿੱਲਾ ਜੇ ਵਿਕ ਵੀ ਜਾਵੇ ਤੇ ਕੋਈ ਏਡੀ ਵੱਡੀ ਗੱਲ ਨਹੀਂ ਗੀ। ਆਪਾਂ ਕੌਮ ਦੇ ਬੜੇ ਵੱਡੇ ਕਰਜ਼ਾਈ ਆ। ਅੱਛਾ, ਕੌਮ ਦੇ ਕਰਜ਼ਾਈ ਆ। ਕੌਮ ਦੇ ਪਹਿਲਾਂ ਹੀ ਆਪਾਂ ਬੜੇ ਵੱਡੇ ਕਰਜ਼ਾਈ ਆ ਤੇ ਤੁਸੀਂ ਪੈਸਾ ਮੰਗਣ ਨਾ ਤੁਰ ਪਿਓ। ਤੇ ਪਹਿਲੀ ਗੱਲ ਤੇ ਮੈਨੂੰ ਜੁਰਮਾਨਾ ਹੋਣਾ ਨਹੀਂ, ਮੰਨ ਲਓ ਜੇ ਕਿਤੇ ਹੋ ਵੀ ਜਾਂਦਾ ਤੇ। ਇੱਕ ਘਟਨਾ ਐਸੀ ਵੀ ਆ ਵੀ ਕੋਈ 4 ਲੱਖ ਦਾ ਸ਼ਾਇਦ ਜੁਰਮਾਨਾ ਸੀ, ਉਹ ਵੀ ਦੇਣਾ ਸੀ। ਫਿਰ ਤੁਸੀਂ ਉੱਥੇ ਜਾਂਦੇ ਹੋ, ਟਕਸਾਲ 'ਚ ਵੀ ਜਾਂਦੇ ਹੋ, ਉਹ ਵੀ ਜ਼ਿਕਰ ਕੀਤਾ? ਨਹੀਂ, ਉਹ ਜੁਰਮਾਨਾ ਨਹੀਂ ਹੈਗਾ। ਉਹ ਕੀ ਸੀ? ਉਦੋਂ ਜੱਜ ਦੇ ਨਾਲ ਕੋਈ ਅੰਦਰ ਖਾਤੇ ਇਹਨਾਂ ਦੀ ਗੱਲਬਾਤ ਹੋਈ ਸੀ, ਇਹਨਾਂ ਨੇ ਨਿਕਲਣ ਵਾਸਤੇ। ਅੱਛਾ, ਨਿਕਲਣ ਵਾਸਤੇ। ਹਾਂਜੀ, ਉਦੋਂ 4 ਲੱਖ ਰੁਪਇਆ ਉਸ ਟਾਈਮ 'ਤੇ ਮੰਗਿਆ ਸੀ ਜੱਜ ਨੇ। ਇਹਨਾਂ ਦਾ ਜਿਹੜਾ ਪੈਸਾ ਸੀ ਉਹ ਇਹਨਾਂ ਨੇ ਰੱਖਿਆ ਸੀ ਇੱਥੇ ਮਹਿਤੇ ਵਾਲੇ ਪਿੰਡਰਾਂ ਵਾਲੇ। ਅੱਛਾ, ਦਮਦਮੀ ਟਕਸਾਲ ਚੌਂਕ ਮਹਿਤਾ ਹੈੱਡਕੁਆਟਰ ਜਿਹੜਾ ਗੁਰਦਰਸ਼ਨ ਪ੍ਰਕਾਸ਼, ਉਹਦੇ ਵਿੱਚ ਉਹਨਾਂ ਨੇ ਇਹ ਆਖਿਆ ਸੀ ਵੀ ਉੱਥੋਂ ਤੁਸੀਂ 4 ਲੱਖ ਰੁਪਇਆ ਲੈ ਆਓ। ਜਿਹੜੇ ਭਾਈ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਉਹਨਾਂ ਦਾ ਜਿੰਨਾ ਪੈਸਾ ਸੀ ਉਹ ਟਕਸਾਲ ਕੋਲ ਸੀ। ਟਕਸਾਲ ਕੋਲ ਹੀ ਉਹ ਰੱਖਿਆ, ਟਕਸਾਲ ਕੋਲ ਹੀ। ਮੁੜ ਕੇ ਤੇ ਜ਼ਿਆਦਾ ਉਹਨਾਂ ਦੇ ਸਾਥੀਆਂ ਨੂੰ ਤੇ ਉਹਨਾਂ ਨੂੰ ਪਤਾ ਉਹ ਕੀ ਆ ਕੀ ਨਹੀਂ। ਉਹਨਾਂ ਨੇ ਉਹ ਸ਼ਾਇਦ ਉਸ ਟਾਈਮ 'ਤੇ ਮਾਤਾ ਜੀ ਗਏ ਕਿ ਵੱਡੇ ਭਾਈ ਗਏ, ਕੋਈ ਮੈਂ ਤਾਂ ਨਹੀਂ ਗਿਆ ਨਾ, ਮੈਨੂੰ ਨਹੀਂ ਪਤਾ। ਗਏ ਉਹਨਾਂ ਨੇ ਉਹ ਪੈਸਾ ਨਹੀਂ ਦਿੱਤਾ। ਅੱਛਾ, ਮਤਲਬ ਇਨਕਾਰ ਕਰਤਾ। ਉਹਨਾਂ ਦੱਸਿਆ ਗਿਆ ਵੀ ਮਤਲਬ ਉਹਨਾਂ ਨੇ ਮੰਗਾਇਆ, ਇਹਨਾਂ ਨੇ ਟਕਸਾਲ ਵਾਲਿਆਂ ਨੇ ਉਹ ਪੈਸਾ ਨਹੀਂ ਦਿੱਤਾ। ਹਾਂਜੀ, ਉਹਦੇ ਬਾਅਦ ਇੱਕ ਬਾਬਾ ਦਲੀਪ ਸਿੰਘ ਟਕਸਾਲ ਦੇ ਹੋਏ ਆ, 32 ਲੱਖ ਰੁਪਇਆ ਤੰਦੂਰ 'ਚੋਂ ਪੁੱਟ ਕੇ ਉਹਨੇ ਦਿੱਤਾ ਪੁਲਿਸ ਨੂੰ। ਹਾਂ, ਜਦੋਂ ਤਸ਼ੱਦਦ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਬਾਬਾ ਦਲੀਪ ਸਿੰਘ ਉੱਪਰ। ਹਾਂਜੀ, ਮਤਲਬ ਇਸ ਤਰ੍ਹਾਂ ਕੀਤਾ ਵੀ ਜਿਹੜੀ ਸਾਰਾ ਪੈਸਾ ਮਤਲਬ ਤੁਹਾਡੇ ਕਹਿਣ ਦਾ ਭਾਵ ਹੈ ਵੀ ਉਹ ਦਮਦਮੀ ਟਕਸਾਲ ਕੋਲ ਹੀ ਸਾਰਾ ਪੈਸਾ ਸੀ ਭਾਈ ਹਰਜਿੰਦਰ ਸਿੰਘ ਜਿੰਦਾ ਉਹਨਾਂ ਦਾ, ਮਤਲਬ ਰੱਖਿਆ ਸਾਰਾ ਪੈਸਾ ਰੱਖਿਆ ਹੈ ਕਿ ਕਿੱਥੇ, ਤੇ ਬਾਕੀ ਉਹਨਾਂ ਦੇ ਸਾਥੀਆਂ ਨੂੰ ਤੇ ਉਹਨਾਂ ਨੂੰ ਹੀ ਪਤਾ ਹੋਊ। ਸਾਨੂੰ ਤਾਂ ਜੋ ਸੁਨੇਹਾ ਮਿਲਿਆ ਜਿਹੜੀ 32 ਲੱਖ ਉਹਦੇ 'ਚ ਫਿਰ ਤੰਦੂਰ 'ਚੋਂ ਪੁੱਟ ਕੇ ਬਾਬਾ ਦਲੀਪ ਸਿੰਘ ਨੇ ਦਿੱਤਾ। ਪਰ ਉਦੋਂ ਇਹਨਾਂ ਨੂੰ ਪਰਿਵਾਰ ਨੂੰ ਮਤਲਬ ਇਹਨਾਂ ਨੂੰ 4 ਲੱਖ ਰੁਪਇਆ ਨਹੀਂ ਦਿੱਤਾ ਇਹਨਾਂ। ਅੱਛਾ, ਉਦੋਂ ਪਰਿਵਾਰ ਨੂੰ ਇਨਕਾਰ ਹੋ ਗਿਆ? ਬਿਲਕੁਲ ਇਨਕਾਰ ਹੋ ਗਿਆ। ਬਿਲਕੁਲ ਨਾ ਇਹਨਾਂ ਟਕਸਾਲ ਵਾਲਿਆਂ ਕੁਛ ਕੀਤਾ ਤੇ ਨਾ ਕਿਸੇ ਨੇ ਵੀ ਕੁਝ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਦੇ ਜਦੋਂ ਟੌੜਾ ਸਾਹਿਬ ਸੀ ਨਾ, ਜਦੋਂ ਭਾਈ ਇਹਨਾਂ ਨੂੰ ਫਾਂਸੀ ਹੋਈ ਸੀ, ਟੌੜਾ ਸਾਹਿਬ ਸਾਡੇ ਘਰ 'ਚ ਆਏ ਸੀ। ਉਹਨਾਂ ਨੇ 1 ਲੱਖ ਰੁਪਇਆ ਲੈ ਕੇ ਸਾਡੇ ਘਰ ਦੇਣ ਵਾਸਤੇ ਆਏ ਸੀ। ਤੇ ਸਾਡੇ ਪਿਤਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਇਹ ਪੈਸਾ ਅਸੀਂ ਨਹੀਂ ਲੈ ਸਕਦੇ। ਤਾਂ ਟੌੜਾ ਸਾਹਿਬ ਨੇ ਕਈ ਥਾਵਾਂ 'ਤੇ ਸ਼ਾਇਦ ਬੋਲਿਆ ਹੋਵੇਗਾ ਉਸ ਟਾਈਮ 'ਤੇ ਵੀ ਉਹ ਪਰਿਵਾਰ ਵੇਖਿਆ ਜਿੰਨੇ ਪੈਸਾ ਨਹੀਂ ਲਿਆ। ਅਜੇ ਕਿ ਅਸੀਂ ਨੌਕਰੀਆਂ ਜ਼ਰੂਰ ਲਈਆਂ। ਟੌੜਾ ਸਾਹਿਬ ਬਹੁਤ ਜ਼ਿਆਦਾ ਇਜ਼ਤਮਾਨ ਸਾਡੇ ਕਰਦੇ ਰਹੇ। ਔਰ ਟੌੜਾ ਸਾਹਿਬ ਤੋਂ ਬਾਅਦ 'ਚ ਕਿਸੇ ਨੇ ਵੀ ਆ ਬੀਬੀ ਜਗੀਰ ਕੌਰ, ਦੂਜੇ ਮੱਕੜ ਹੋਣੀ, ਦੂਜੇ ਤੀਜੇ ਆ, ਬਿਲਕੁਲ ਇਹ
ਇੱਕ ਬੰਦਾ ਵੀ ਉੱਥੇ ਰਖਾਉਣਾ ਵਾ ਤੇ ਇਹ ਸਾਡੇ ਕਹਿਣ ਤੇ ਨਹੀਂ ਕਦੀ ਇਹਦਾ ਰੱਖ ਦਿੰਦੇ। ਹਰ ਸਾਲ ਨਾ ਇਹਨਾਂ ਸ਼੍ਰੋਮਣੀ ਕਮੇਟੀ ਨੇ ਕਦੀ ਜਾਂ ਉਹ ਕਦੀ ਵੀ ਇਹਨਾਂ ਦੇ ਸ਼ਹੀਦੀ ਸਮਾਗਮ ਤੇ ਵੀ ਕਦੀ ਕੋਈ ਅੱਜ ਤੱਕ ਨਹੀਂ ਮਦਦ ਕੀਤੀ। ਮਤਲਬ ਹਰ ਸਾਲ ਇਹਨਾਂ ਯੋਧਿਆਂ ਦੀਆਂ ਹਾਂਜੀ ਬਰਸੀਆਂ ਜਿਹੜੀਆਂ ਨੇ ਮਨਾਈਆਂ ਜਾਂਦੀਆਂ ਨੇ, ਹਰ ਸ਼ਹੀਦ ਦੀ ਬਰਸੀ ਮਨਾਈ ਜਾਂਦੀ ਹੈ। ਮਤਲਬ 1992 ਦੇ ਵਿੱਚ ਇਹ ਸ਼ਹਾਦਤ ਦਾ ਪਿਆਲਾ ਪੀ ਜਾਂਦੇ ਨੇ। 8 ਸਾਲ ਉਹ 21 ਸਾਲ ਉਹ 29-30 ਸਾਲ ਦਾ ਸਮਾਂ ਹੋ ਗਿਆ। ਮਤਲਬ ਹੁਣ ਜਿਹੜੀ ਤੁਸੀਂ ਬਰਸੀ ਮਨਾਈ ਹੈ ਜਾਂ ਇਸ ਤੋਂ ਪਹਿਲਾਂ ਜਿਹੜੀਆਂ ਬਰਸੀਆਂ ਮਨਾਈਆਂ ਨੇ, ਕੀ ਕਿਸੇ ਪੰਥਕ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ, ਧਾਰਮਿਕ ਸੰਸਥਾਵਾਂ ਉਹਨਾਂ ਨੇ, ਸੰਤ ਸਮਾਜ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਬਾਹਰਲੀਆਂ ਹੋਰ ਸਿੱਖ ਸੰਸਥਾਵਾਂ ਨੇ ਕੀ ਕਦੇ ਕਿਸੇ ਬਰਸੀ ਵਿੱਚ ਕਿਸੇ ਪ੍ਰਕਾਰ ਦੀ ਕੋਈ ਮਦਦ ਕੀਤੀ? ਮਦਦ ਮਾਤਾ ਜੀ ਟਾਈਮ ਤੇ ਬਰਸੀ ਠੀਕ ਢੰਗ ਨਾਲ ਮਨਾਈ ਜਾਂਦੀ ਰਹੀ ਆ ਤੇ ਸ਼ਾਇਦ ਬਰਸੀ ਦੇ ਪੈਸੇ ਬਰਸੀ ਜਿੰਨੇ ਕੁ ਬਰਸੀ ਤੇ ਲੱਗਦੇ ਰਹੇ ਆ ਉਨੇ ਕੁ ਸ਼ਾਇਦ ਆ ਵੀ ਜਾਂਦੇ ਰਹੇ ਆ। ਮਾਤਾ ਜੀ ਤੋਂ ਬਾਅਦ ਚ ਬਰਸੀ ਜਿਹੜੀ ਆ ਮਨਾਉਣੀ ਥੋੜੀ ਔਖੀ ਹੋ ਗਈ। ਅੱਛਾ, ਮਾਤਾ ਜੀ ਤੋਂ ਬਾਅਦ? ਮਾਤਾ ਜੀ ਤੋਂ ਬਾਅਦ ਉਹ ਕਿਵੇਂ? ਵੇਖੋ ਹਰ ਬਰਸੀ ਤੇ 2.5-3 ਲੱਖ ਰੁਪਏ ਤੇ ਲੱਗ ਜਾਂਦਾ, ਆਰਾਮ ਨਾਲ ਲੱਗ ਜਾਂਦਾ। ਹਾਂਜੀ, ਪਰਿਵਾਰ 'ਚ ਐਡਾ ਹੁਣ ਤੁਹਾਡੇ ਸਾਹਮਣੇ ਹੀ ਪਰਿਵਾਰ ਦਾ ਆਪਾਂ ਜ਼ਮੀਨ ਵਾਲੇ ਜਾਂ ਆਪਾਂ ਕੋਈ ਬਿਜ਼ਨਸ ਵਾਲੇ ਨਹੀਂ ਹੈਗੇ। ਠੀਕ ਆ, ਮਨਾਉਂਦੇ ਰਹੇ, ਬਰਸੀ ਚੱਲਦੀ ਰਹੀ ਆ। ਸਾਡਾ ਕੋਈ ਇੱਕ ਰਿਸ਼ਤੇਦਾਰ ਵਾ ਉਹ ਸਾਨੂੰ 50,000 ਰੁਪਇਆ ਭੇਜਦਾ ਰਿਹਾ। ਅੱਛਾ, ਬਾਹਰੋਂ? ਆਸਟ੍ਰੇਲੀਆ 'ਚ ਹਰਪ੍ਰੀਤ ਸਿੰਘ ਦਾ ਨਾਂ। ਤੇ ਪਹਿਲਾਂ ਤੇ ਭਾਈ ਜੀ ਅਸੀਂ ਅਕਾਲ ਤਖਤ ਤੇ ਜਾ ਕੇ ਇੱਕ ਵਾਰੀ ਨਾ ਵੱਡਾ ਭਾਈ ਵੀ ਕਹਿੰਦਾ ਵੀ ਮੈਂ ਆਪਣੇ ਬੱਚੇ ਪਾਲਣੇ ਆ ਤੇ ਆਪਾਂ ਬਰਸੀ ਅਕਾਲ ਤਖਤ ਤੇ ਮਨਾਉਣੇ ਇੱਥੇ ਹੀ ਠੀਕ ਵਾ। ਭੈਣ ਜੀ ਨੇ ਵੀ ਸਲਾਹ ਕਰ ਲਈ, ਦਲਜੀਤ ਬਿੱਟੂ ਹੋਣਾ ਨਾਲ ਵੀ ਸਲਾਹ ਕੀਤੀ ਵੀ ਉੱਥੇ ਚੱਲ ਮਨਾਉਂਦੀ, ਚੱਲ ਉੱਥੇ ਠੀਕ ਵਾ। ਹਰ ਸਾਲ ਬਰਸੀ ਮਨਾਉਣੀ ਕਿਹੜੀ ਸੌਖੀ ਹੁੰਦੀ ਆ। ਚਲੋ ਸਲਾਹ ਕਰਕੇ ਉਹਨੇ ਜਥੇਬੰਦੀਆਂ ਨੂੰ ਕਹਿ ਦਿੱਤਾ ਵੀ ਇੱਥੇ ਹੀ ਮਨਾਇਆ ਕਰਾਂਗੇ। ਫਿਰ ਜਦੋਂ ਘਰ ਜਾ ਕੇ ਸਲਾਹ ਕੀਤੀ, ਉਹ ਮੈਂ ਤੁਹਾਨੂੰ ਦੱਸਿਆ ਮੇਰਾ ਬੇਟਾ 2008 'ਚ ਪੂਰਾ ਹੋ ਗਿਆ ਸੀ ਐਕਸੀਡੈਂਟ ਵਿੱਚ। ਦੁਬਾਰੇ ਮੈਨੂੰ ਮੈਰਿਜ ਕਰਾਉਣੀ ਪਈ ਆ। ਠੀਕ ਹੈ। ਪਹਿਲਾਂ ਦਾ ਨਾਮ ਹੀ ਭਾਈ ਮਸਰਾ ਸਿੰਘ ਸੀ ਤੇ ਹੁਣ ਮੇਰਾ ਬੇਟਾ ਉਹ 3 ਸਾਲ ਦਾ ਹੈਗਾ। ਉਹਦਾ ਕੀ ਨਾਮ? ਉਹਦਾ ਨਾਮ ਭਾਈ ਮਸਰਾ ਸਿੰਘ ਹੀ ਰੱਖਿਆ। ਭਾਈ ਮਸਰਾ ਸਿੰਘ। ਹਾਂਜੀ ਹਾਂਜੀ। ਇਹ ਮੇਰੀ ਵਾਈਫ ਆਂਦੀ ਵੀ ਆਪਾਂ ਬਰਸੀ ਛੱਡੀਏ ਨਾ, ਬਰਸੀ ਮਨਾਉਣੀ ਤੇ ਆਪਣਾ ਫਰਜ਼। ਜੇ ਮਾਤਾ ਜੀ ਮਨਾਉਂਦੇ ਛੱਡਣੀ ਵੀ ਨਹੀਂ ਚਾਹੀਦੀ, ਮਾਤਾ ਜੀ ਮਨਾਉਂਦੇ ਰਹੇ ਤੇ ਆਪਾਂ ਵੀ ਮਨਾਇਆ ਕਰੀਏ। ਜਿਆਦਾ ਗੱਲ ਦਾਲ ਫੁਲਕਾ ਕਰਦਿਆ ਕਰਾਂਗੇ, ਕਿਹੜੀ ਗੱਲ ਆ। ਚਲੋ ਬਰਸੀ ਮਨਾਉਂਦੇ ਰਹੇ ਜਿੱਦਾਂ ਮਾਤਾ ਜੀ ਮਨਾਉਂਦੇ ਉੱਦਾਂ ਹੀ ਅੱਜ ਤੱਕ ਮਨਾਈ ਜਾ ਰਹੀ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਹਰਪ੍ਰੀਤ ਸਿੰਘ ਖਾਲਸਾ ਨੇ 50,000 ਰੁਪਇਆ ਤਕਰੀਬਨ ਉਹ ਦਿੰਦੇ ਰਹੇ ਆ ਹਰ ਸਾਲ। ਪਹਿਲਾਂ ਤੇ ਉਹਨਾਂ ਦੇ ਮਾਤਾ ਜੀ ਉਹ ਚਲੋ ਉਹ ਸੌਦਾ ਸਾਦਾ ਥੋੜਾ ਲੈ ਜਾਂਦੇ ਸੀ ਤੇ ਉਹ ਵੀ ਚੱਲ ਜਾਂਦਾ ਸੀ। ਕੁਝ ਹੋਰ ਵੀ ਥੋੜੇ ਬਹੁਤੇ ਪੈਸੇ ਪੂ ਜਾਂਦੇ ਸੀ, ਲੇਕਿਨ ਇਹ ਤੋਂ ਵੱਧ ਨਹੀਂ। ਕਈ ਵਾਰੀ ਤੇ 1 ਰੁਪਈਆ ਵੀ ਨਹੀਂ ਸੀ ਪੈਂਦਾ ਤੇ ਕਈ ਵਾਰੀ ਬਰਸੀ ਮਨਾਈ ਵੀ ਜਾਂਦੀ ਸੀ। ਇਸ ਤਰ੍ਹਾਂ ਵੀ ਹੋ ਜਾਂਦਾ ਤੇ ਇਸ ਤਰ੍ਹਾਂ ਹੀ ਕੰਮ ਚੱਲੀ ਗਿਆ। ਤੇ ਐਤਕੀ ਸਗੋਂ ਉਹਨੇ ਹਰਪ੍ਰੀਤ ਸਿੰਘ ਖਾਲਸਾ ਨੇ ਵੀ ਪੈਸੇ ਭੇਜੇ 50,000 ਰੁਪਇਆ। ਇੱਕ ਕੇਸੀ ਸਰਮੇ ਦਾ ਭਰਾ, ਕੇਸੀ ਸ਼ਰਮਾ ਜਿਹੜਾ ਭਾਈ ਜਿੰਦੇ ਨਾਲ ਸ਼ਹੀਦ ਹੋਇਆ, ਜਿਨ੍ਹਾਂ ਕੋਲ 5 ਪੈਸੇ ਲੈਣੇ ਤੇ ਗਲਤ ਵਾ, ਉਹਨੇ ਵੀ ਬਰਸੀ ਦੇ ਵਿੱਚ, ਉਹਦਾ ਭਰਾ ਕੋਈ ਅਮਰੀਕਾ 'ਚ ਰਹਿੰਦਾ, ਉਹਨੇ 50,000 ਰੁਪਇਆ ਐਰਕੀ ਪਾਇਆ। ਭਾਈ ਦਲਜੀਤ ਸਿੰਘ ਬਿੱਟੂ ਹੋਣੀ ਵੀ ਸਾਥੀ ਰਹੇ ਨੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ। ਕਦੇ ਸ਼ਹੀਦ ਭਾਈ ਦਲਜੀਤ ਸਿੰਘ ਬਿੱਟੂ ਤਾਂ ਇਸ ਵਕਤ ਹੈਗੇ ਨੇ, ਕਦੇ ਇਹਨਾਂ ਨੇ ਕੋਈ ਸਹਾਇਤਾ ਇਸ ਤਰ੍ਹਾਂ ਦੀ ਨਹੀਂ ਕੀਤੀ ਬਰਸੀ ਮਨਾਉਣ ਦੇ? ਨਹੀਂ, ਜੋ ਇੱਥੇ ਸਹਾਇਤਾ ਤੇ ਕੀ, ਚਲੋ ਇਸ ਤਰ੍ਹਾਂ ਮੈਂ ਹੀ ਜੇ ਕੋਈ ਸਹਾਇਤਾ ਨਾ ਕਰੇ, ਅਸੀਂ ਸਹਾਇਤਾ ਨਹੀਂ ਚਾਹੁੰਦੇ ਹੈਗੇ, ਨਾ ਕਿਸੇ ਨੇ ਕੀਤੀ ਤੇ ਨਾ ਹੀ ਚਾਹੁੰਦੇ ਹਾਂ। ਨਹੀਂ, ਬਰਸੀ ਮਨਾਉਣ ਦੇ ਸਿਲਸਿਲੇ, ਬਰਸੀ ਦੇ ਸੰਬੰਧ ਵਿੱਚ ਬਸ ਜੋ ਤੁਹਾਨੂੰ ਮੈਂ ਦੱਸਿਆ ਇਸ ਤਰ੍ਹਾਂ ਹੀ ਹੋਇਆ। ਤੇ ਭਾਈ ਦਲਜੀਤ ਸਿੰਘ ਬਿੱਟੂ ਹਰ ਸਾਲ ਆਉਂਦੇ ਨੇ ਬਰਸੀ ਤੇ? ਆ ਜਾਂਦੇ, ਕਿਸੇ ਟਾਈਮ ਤੇ ਨਹੀਂ ਵੀ ਆਉਂਦੇ। ਤੇ ਜਥੇਬੰਦੀਆਂ ਵੀ ਕੋਸ਼ਿਸ਼ ਕਰਦੀਆਂ, ਮਨਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ, ਲੇਕਿਨ ਸਹੀ ਢੰਗ ਨਾਲ ਜਦੋਂ ਨਹੀਂ ਕਰਦੇ ਫਿਰ ਆਪਣੇ ਹੱਥਾਂ 'ਚ ਲੈਣੀ ਪੈਂਦੀ ਆ। ਇੱਕ ਵਾਰੀ ਦੀ ਜ਼ਿਕਰ ਸ਼ਾਇਦ ਤੁਸੀਂ ਕਰਦੇ ਹੋ, ਕੋਈ ਜਰਮਨ ਤੋਂ ਵੀ ਤੁਸੀਂ ਦੱਸ ਰਹੇ ਸੀ ਕੋਈ? ਜਰਮਨ ਤੋਂ ਭਾਈ ਭੁਪਿੰਦਰ ਸਿੰਘ ਭਲਵਾਨ ਆ, ਉਹ ਅਖੰਡ ਕੀਰਤਨੀ ਜਥੇ ਦੇ ਡਿਪਟੀ ਮੁਖੀ ਆ ਮੇਰਾ ਖਿਆਲ। ਉਹ ਕਹਿੰਦੇ ਵੀ ਮੈਂ ਬਰਸੀ, ਚਲੋ ਇਹਨਾਂ ਸ਼ਹੀਦਾਂ ਦੇ ਮਨਾਉਣੇ, ਬੜੇ ਵੱਡੇ ਸ਼ਹੀਦ ਵਾ, ਉਹ ਜ਼ਿਆਦਾ ਬੱਬਰਾਂ ਦੀ ਬਰਸੀ ਮਨਾਉਂਦੇ ਆ। ਬੱਬਰ ਖਾਲਸਾ ਦੀ ਸ਼ਹੀਦ ਤੇ ਸਾਰੇ ਹੁੰਦੇ, ਭਾਵੇਂ ਬੱਬਰ ਖਾਲਸਾ ਦੇ, ਭਾਵੇਂ ਕਿਸ ਤਰ੍ਹਾਂ ਵੀ। ਸ਼ਹੀਦ ਤਾਂ ਸ਼ਹੀਦ ਹੈ। ਉਹ ਮੈਨੂੰ ਕਹਿੰਦੇ ਵੀ ਬਰਸੀ ਆਪਾਂ ਮਨਾਉਣੀ ਹੈ, ਤਾਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮਨਾਉਣੀ ਹੈ। ਤੇ ਮੈਨੂੰ ਤੇ ਚਲੋ ਇਹ ਹੋਇਆ ਵੀ ਚੰਗਾ ਕੀਤਾ ਇਹ ਮਨਾਉਣਗੇ,
ਕਹਿੰਦੇ ਵੀ ਜਥੇਬੰਦੀਆਂ ਸਾਨੂੰ ਬਥੇਰੇ ਪੈਸੇ ਦਿੰਦੀਆਂ, ਸਾਡੇ ਕੋਲ ਪੈਸੇ ਦੀ ਕਮੀ ਨਹੀਂ, ਤੇ ਜਿੱਦਾਂ ਦੀ ਤੁਸੀਂ ਬਰਸੀ ਮਨਾਉਣੇ ਚਾਹੁੰਦੇ ਉਹਨਾਂ ਸਾਰੇ ਇੱਥੇ ਤਕਰੀਬਨ ਦੂਰ ਦੂਰ ਤੱਕ ਇਸ਼ਤਿਹਾਰ ਲਾਏ ਉਹਨਾਂ ਆਪਣੀ ਜਥੇਬੰਦੀ ਦੇ। ਮੈਨੂੰ ਆਖਦੇ ਵੀ ਜੋ ਵੀ ਤੁਸੀਂ ਉਹ ਲੰਗਰ ਦੇ ਵਿੱਚ ਪਾਉਣਾ ਚਾਹੋ ਪਾ ਸਕਦੇ ਹੋ, ਤੇ ਜੋ ਵੀ ਕੋਈ ਸਾਨੂੰ ਕੋਈ ਸਾਡੇ ਵਾਸਤੇ ਕੋਈ ਔਖਾ ਨਹੀਂਗਾ। ਉਹਨਾਂ ਰਾਗੇ ਨੂੰ ਵੀ ਪੈਸੇ ਦਿੱਤੇ ਹੋਏ ਹੈ, ਢਾਡੀਏ ਨੂੰ ਵੀ ਦਿੰਦੇ ਰਹੇ, ਤੇ ਲੰਗਰ ਵਿੱਚ ਜੋ ਕੁਝ ਹੋਇਆ ਜਿਹੜਾ ਸਮਾਂ ਸੀ, ਤੇ ਜਦੋਂ ਲੰਗਰ ਦਾ ਬਿੱਲ ਦੇਣਾ ਸੀ ਉਸ ਟਾਈਮ ਤੇ ਉਹ ਬਾਰ-ਬਾਰ ਨਿਕਲ ਕੇ ਮੁੜ ਕੇ ਉਹ ਵੜੇ ਨਹੀਂ। ਅੱਛਾ, ਫਿਰ ਕੋਈ ਮਤਲਬ ਪੁੱਛਿਆ ਤੱਕ ਨਹੀਂ ਪਰਿਵਾਰ ਨੂੰ ਉਹਨਾਂ ਨੇ? ਬਿਲਕੁਲ ਨਹੀਂ। 1.5 ਲੱਖ ਮੇਰਾ ਤਾਂ 1.25 ਲੱਖ ਕੇ 1.5 ਲੱਖ ਉਹ 1.5 ਲੱਖ ਜਿਹੜਾ ਸੀ ਇਸ ਪਰਿਵਾਰ ਨੂੰ ਦੇਣਾ ਪਿਆ ਫਿਰ? ਦੇਖੋ ਪਰਿਵਾਰ ਨੇ ਆਪਾਂ ਕਿਸੇ ਨੂੰ ਪੈਸੇ ਥੋੜੇ ਫੜਾਏ ਆ ਵੀ ਕੋਈ ਦੇ ਕੇ ਜਾਵੇ, ਇਹ ਤਾਂ ਕਿਸੇ ਦੀ ਮਰਜ਼ੀ ਹੈ ਨਾ। ਜੇ ਕੋਈ ਲੰਗਰ 'ਚ ਪਾ ਦੇਵੇ ਠੀਕ, ਨਹੀਂ ਪਾਦੇ ਪਰਿਵਾਰ ਤੇ ਜ਼ਿੰਮੇਵਾਰ ਆ। ਪਰ ਜਿਵੇਂ ਤੁਸੀਂ ਕਹਿੰਦੇ ਵੀ ਉਹਨਾਂ ਨੇ ਕਿਹਾ ਸੀ ਤੇ ਫਿਰ ਉਹ ਬਾਅਦ 'ਚ ਨਹੀਂ। ਦੇਖੋ ਉਹਨਾਂ ਦੀ ਮਰਜ਼ੀ, ਉਹਨਾਂ ਦੀ ਆਪਾਂ ਨਹੀਂ ਕਹਿ ਸਕਦੇ ਵੀ ਚਲੋ ਜੇ ਉਹਨਾਂ ਨਹੀਂ ਵੀ ਪਾਏ ਤਾਂ ਵੀ ਕੋਈ ਗੱਲ ਨਹੀਂ, ਠੀਕ ਹੈ ਨਾ। ਆਪਾਂ ਕੋਈ ਪੈਸੇ ਕਿਸੇ ਨੂੰ ਫੜਾਏ ਨਹੀਂ, ਕੋਈ ਵੀ ਜਥੇਬੰਦੀ ਆ ਕੋਈ ਆੜ ਕੇ ਮਨਾਉਂਦੀ ਆ ਠੀਕ ਹੈ, ਨਹੀਂ ਮਨਾਉਂਦੀ ਨਾ ਸਹੀ। ਸ਼ਾਇਦ ਕੋਈ ਕਾਰਨ ਹੋ ਗਿਆ ਹੋਵੇਗਾ ਜਿਹੜਾ ਚਲੋ ਕੁਝ ਵੀ ਹੋ ਸਕਦਾ, ਆਪਾਂ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਉਹਨਾਂ ਨਹੀਂ ਪਾਏ ਤੇ ਨਾ ਸੀ, ਜਿਹੜੇ ਉਹਨਾਂ ਪਾਏ ਰਾਗੀ ਸਿੰਘਾਂ ਨੂੰ ਦਿੱਤੇ ਆ, ਢਾਡੀਏ ਨੂੰ ਦਿੱਤੇ ਆ, ਸ਼ਾਇਦ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਉਹਨਾਂ ਨੇ। ਪਰ ਜਿਹੜੀ ਲੰਗਰ ਦੀ ਉਦੋਂ ਸਾਡੇ ਉਦੋਂ ਫਿਰ ਬਾਹਰ ਚੱਲ ਕੇ ਮੈਂ ਸੋਚਿਆ ਵੀ ਇਹ ਆਪਣੀ ਬਿੱਲ ਦੇਣਗੇ, ਪਰ ਉਹਨਾਂ ਨਹੀਂ ਦਿੱਤਾ। ਮੈਂ ਉਹਨਾਂ ਨੂੰ ਫੋਨ ਨਹੀਂ ਕੀਤਾ ਵੀ ਤੁਸੀਂ ਆਣ ਕੇ ਬਿੱਲ ਦਿਓ। ਮੈਂ ਕਿਹਾ ਵੀ ਜੇ ਮੈਂ ਜਦੋਂ ਕਿਸੇ ਨੂੰ ਪੈਸੇ ਫੜਾਏ ਨਹੀਂ, ਗੱਲ ਕੀਤੀ ਆ, ਅਗਲੇ ਨੂੰ ਚੰਗਾ ਲੱਗਾ ਠੀਕ ਹੈ, ਨਹੀਂ ਲੱਗਾ ਉਹਨਾਂ ਨੇ ਤੁਹਾਨੂੰ ਕਿਹਾ ਤੇ ਤੁਸੀਂ ਉਹਨਾਂ ਦੀ ਗੱਲ ਮੰਨ ਲਈ, ਤੇ ਉਸ ਤੋਂ ਬਾਅਦ ਚਲੋ ਮੰਨ ਲਈ। ਵੇਖੋ ਜੀ ਮੈਂ ਤੇ ਮੰਨਣੀ, ਕਿਉਂ ਮੰਨਣੀ, ਮੈਂ ਕੋਈ ਸਰਮਾਏਦਾਰ ਤੇ ਐਡਾ ਹੈ ਨਹੀਂ ਕਿ ਮੈਂ ਇਕੱਲਾ ਬਰਸੀ ਮਨਾ, ਅਗਲਾ ਕੋਈ ਮਨਾਉਣ ਡਿਆ ਤੇ ਮੈਨੂੰ ਖੁਸ਼ੀ ਆ ਵੀ ਹਾਂ ਮਨਾ ਰਿਹਾ ਤੇ ਠੀਕ ਆ। ਬਰਸੀ ਤੇ ਸ਼ਹੀਦਾਂ ਦੀ ਮਨਾਉਣੀ ਆ ਨਾ। ਅਗਰ ਕੌਮ ਬਣਾਉਂਦੀ ਆ ਤੇ ਮੈਨੂੰ ਉਹ 'ਚ ਕੀ ਦਿੱਕਤ ਵਾ? ਅਗਰ ਕੌਮ ਨਹੀਂ ਬਣਾਉਂਦੀ ਤੇ ਮੇਰਾ ਤੇ ਫਰਜ਼ ਬਣਦਾ, ਕਿਉਂਕਿ ਮੈਂ ਉਹਦਾ ਭਰਾ ਵਾਂ, ਮੈਂ ਉਹਦੇ ਸਿਰ ਤੇ ਨੌਕਰੀ ਕੀਤੀ ਆ। ਮੈਂ ਹੋ ਸਕਦਾ ਮੈਂ ਇਸੇ ਨੌਕਰੀ ਨਾ ਕਰਦਾ ਤੇ ਮੈਂ ਇੱਥੇ ਪੱਟੇ ਪਾਉਂਦਾ ਫਿਰਦਾ। ਅੱਜ ਦੁਨੀਆ ਤੁਹਾਨੂੰ ਸ਼ਹੀਦ ਭਾਈ ਹਰਜਿੰਦਰ ਸਿੰਘ ਜੰਦਾ ਦੇ ਸਕੇ ਭਰਾ ਕਰਕੇ ਜਾਣਦੀ ਹੈ, ਔਰ ਕੈਮਰੇ ਦੇ ਸਾਹਮਣੇ ਸੰਗਤਾਂ ਤੁਹਾਡੇ ਦਰਸ਼ਨ ਕਰ ਰਹੀਆਂ ਨੇ, ਹੈ ਨਾ। ਔਰ ਮਤਲਬ ਮਹਾਂਦਰਾ ਉੱਦਾਂ ਦਾ ਚਿਹਰੇ ਤੇ ਨੂਰ ਵੀ ਵੈਸਾ ਹੀ। ਦੇਖੋ ਮੈਂ ਤੇ ਇੱਕ ਆਮ ਜੋ ਮੈਂ ਫੋਟੋਆਂ 'ਚ ਦੇਖਿਆ, ਮੈਂ ਠੀਕ ਹੈ ਭਰਾ ਕਰਕੇ ਮੈਂ ਨਾ ਚੱਲਦਾ, ਮੈਂ ਖੂਨ ਤਾਂ ਹੈ ਨਾ। ਹਾਂਜੀ ਖੂਨ ਜ਼ਰੂਰ ਆ। ਭੁਪਿੰਦਰ ਸਿੰਘ ਭਿੰਦਾ ਜੀ, ਇੱਕ ਦੁਖਾਂਤ, ਇੱਕ ਤਰਾਸਦੀ ਹੈ, ਇੱਕ ਦਰਦ ਵੀ ਹੈ ਉਹ ਉਹਨਾਂ ਤਮਾਮ ਸ਼ਹੀਦ ਪਰਿਵਾਰਾਂ ਦਾ, ਔਰ ਉਹਨਾਂ ਦੇ ਮਨਾਂ 'ਚ ਕਈ ਦਫਾ ਰੋਸ ਵੀ ਹੁੰਦਾ ਹੈ। ਤੁਹਾਡੇ ਮਨ ਵਿੱਚ ਵੀ ਐਸਾ ਕੋਈ ਰੋਸ ਹੈ? ਬਈ ਗੱਲ ਆ ਕਿ ਬਰਸੀ ਦੀ ਆਈ ਹੈ, ਬਈ ਬਹੁਤ ਵੱਡੇ ਪੱਧਰ ਤੇ ਇਹੋ ਜਿਹੇ ਯੋਧਿਆਂ ਦੀਆਂ, ਐਸੇ ਸੂਰਮਿਆਂ ਦੀਆਂ, ਐਸੇ ਸ਼ਹੀਦਾਂ ਦੀਆਂ ਬਰਸੀਆਂ ਮਨਾਈਆਂ ਜਾਣੀਆਂ ਚਾਹੀਦੀਆਂ ਨੇ, ਜਿਨ੍ਹਾਂ ਨੇ ਕੌਮ ਲਈ, ਪੰਥ ਲਈ ਐਡੀ ਕੁਰਬਾਨੀ ਕਰ ਦਿੱਤੀ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਹੋਰਾਂ ਨੇ। ਤੁਸੀਂ ਸੁਣਿਆ ਕੈਮਰੇ ਦੇ ਰਾਹੀਂ ਬੋਲ ਰਹੇ ਨੇ ਉਹਨਾਂ ਦੇ ਭਰਾ, ਬਈ ਇੱਕ ਦੁੱਖ ਵੀ ਹੈ ਔਰ ਇੱਕ ਤਰਾਸਦੀ ਵੀ ਹੈ। ਇਹ ਜਿਹੜੀਆਂ ਕੁਰਬਾਨੀਆਂ ਜਿਹੜੇ ਯੋਧੇ ਕਰ ਗਏ, ਉਹਨਾਂ ਦੀਆਂ ਬਰਸੀਆਂ ਮਨਾਉਣ ਦੇ ਲਈ ਵੀ ਜਿਹੜਾ ਸਹਿਯੋਗ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਦਿੰਦੀ। ਕੋਈ ਸੰਤ ਸਮਾਜ ਜਿਹੜੇ ਸਟੇਜਾਂ ਤੇ ਬੜੇ ਲੈਕਚਰ ਝਾੜਦੇ ਨੇ, ਸ਼ਹੀਦਾਂ ਦੀ ਬੜੀ ਮਹਿਮਾ ਗਾਇਨ ਕਰਦੇ ਨੇ, ਔਰ ਸ਼ਹੀਦਾਂ ਲਈ ਅਸੀਂ ਆਹ ਕਰਾਂਗੇ, ਹੋਰ ਵੀ ਬਹੁਤ ਨੇ, ਬਹੁਤ ਟਰਸਟ ਵੀ ਬਣੇ ਨੇ, ਬੜੀਆਂ ਸੁਸਾਇਟੀਆਂ ਵੀ ਬਣੀਆਂ ਨੇ, ਬੜੀਆਂ ਸੰਸਥਾਵਾਂ ਵੀ ਨੇ, ਪਰ ਕੀ ਉਹ ਆਪਣਾ ਫਰਜ਼ ਪੂਰਨ ਤੌਰ ਤੇ ਨਿਭਾ ਰਹੀਆਂ ਨੇ? ਇਹ ਸਵਾਲ ਹੈ ਇੱਕ, ਤੇ ਇਹਦਾ ਉੱਤਰ ਹੈ ਨਹੀਂ। ਨਹੀਂ ਕਿਉਂ ਨਹੀਂ? ਕਿਉਂਕਿ ਜਦੋਂ ਐਡੇ ਬੜੇ ਯੋਧੇ ਦੀ ਬਰਸੀ ਦੇ ਲਈ, ਮੈਂ ਬੇਨਤੀ ਥੋੜੀ ਵਿੱਚੋਂ ਕਰਨ ਲੱਗਾ ਤੁਹਾਡੀ ਗੱਲ ਟੋਕੇ। ਹਾਂਜੀ, ਹੁਣ ਇਹ ਮਤਲਬ ਐਡੇ ਵੱਡੇ ਮਹਾਨ ਸ਼ਹੀਦ ਵਾ। ਸਾਡਾ ਬਲਜਿੰਦਰ ਸਿੰਘ ਰਾਜੂ ਸਾਡੀ ਮਾਮੀ ਜੀ ਹੋਣੀ ਵੀ ਉੱਥੇ ਬਰਸੀ ਮਨਾਉਂਦੇ ਉਹਨਾਂ ਦੀ। ਜਦੋਂ ਉੱਥੇ ਸ਼ਹੀਦ ਪਰਿਵਾਰ ਆਉਂਦੇ ਆ ਤੇ ਉਹਨਾਂ ਨੂੰ ਆਉਣ ਜਾਣ ਦਾ ਕਿਰਾਇਆ ਲਿਫਾਫਿਆਂ 'ਚ ਪਾ ਕੇ 500 ਕੁ 1000 ਰੁਪਇਆ ਨਾਲ ਸਰੋਪਾ ਦਿੰਦੇ ਆ। ਠੀਕ ਹੈ, ਸਾਡੇ ਮਨ 'ਚ ਵੀ ਹੁੰਦਾ ਵੀ ਸ਼ਹੀਦ ਪਰਿਵਾਰ ਜੇ ਇੱਥੇ ਆਉਂਦੇ ਆ ਤੇ ਸਾਡਾ ਵੀ ਫਰਜ਼ ਬਣਦਾ ਵੀ ਉਹਨਾਂ ਨੂੰ ਕਮ ਸੋ ਕਮ ਕੋਈ ਥੋੜਾ ਬਹੁਤਾ ਕਿਰਾਇਆ ਪੜਾ ਕੁਝ ਨਾ ਕੁਝ ਦੇਣਾ ਬਣਦਾ। ਤਾਂ ਕੁਝ ਵੀ ਨਹੀਂ। ਹਾਂ, ਇਹ ਬਰਸੀ ਤੇ ਮੈਨੂੰ ਇਹ ਗੱਲ ਦਾ ਦੁੱਖ ਲੱਗਾ। ਹੁਣ ਮੈਂ ਤੇ ਹੁਣ ਵੀ ਇਹਦਾ ਸਾਹੂਕਾਰ ਤੇ ਹੈ ਨਹੀਂ। ਹੁਣ ਐਲਕੀ ਆਏ ਆ ਤੇ ਸਰੋਪਾ ਦੀ ਬਖਸ਼ਿਸ਼ ਤੇ ਚਲੋ ਹੋਈ ਆ, ਠੀਕ ਆ, ਉਹ ਵੀ ਚਲੋ
ਸੋਪੇ ਦੀ ਕਿਸੇ ਨੂੰ ਕੋਈ 5 ਰੁਪਏ ਤੇ ਨਹੀਂ ਅਸੀਂ ਦਿੱਤੇ। ਮਨ 'ਚ ਦੁੱਖ ਹੈ, ਮਨ 'ਚ ਦੁੱਖ ਆਇਆ ਜਦੋਂ ਉਹਨਾਂ ਤੇ ਮੈਂ ਗਿਆ ਵਰਸੀ ਤੇ ਉਹ ਸ਼ਹੀਦ ਪਰਿਵਾਰਾਂ ਨੂੰ ਉਹ ਸਨਮਾਨਿਤ ਜਦੋਂ ਕਰਦੇ ਸੀ ਤੇ ਉਹਨਾਂ ਲਿਫਾਫੇ 'ਚ ਪੈਸੇ ਪਾ ਕੇ ਉਹਨਾਂ ਨੂੰ ਦਿੰਦੇ ਸੀ। ਪੈਸੇ ਤੇ ਕੀ ਹੋ ਚਲੋ ਕਿਰਾਇਆ ਭਾੜਾ ਤੇ ਉਹਨਾਂ ਦਾ ਹੈਗਾ ਹੈ ਨਾ, ਮਾਣ ਤੇ ਹੈਗਾ ਹੈ ਨਾ। ਇਹ ਕੰਮ ਤੁਹਾਡਾ ਨਹੀਂ, ਇਹ ਕੰਮ ਤਾਂ ਸੀ ਕੌਮ ਦਾ, ਇਹ ਕੰਮ ਤਾਂ ਸੀ ਪੰਥ ਦਾ। ਔਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵਾਂ, ਮੈਂ ਸ਼ਹੀਦ ਮੇਰੇ ਸਾਹਮਣੇ ਆ, ਕਈ ਇਹ ਮੇਰੀਆਂ ਗੱਲਾਂ ਨੂੰ ਕਈ ਕਿਸੇ ਪਾਸੇ ਖੜਦੇ ਆ, ਕੋਈ ਤੁਸੀਂ ਕਹੋ ਖੁੱਲ ਕੇ, ਕੁਝ ਵੀ ਬੋਲ ਸਕਦਾ। ਮੈਂ ਉਹਨਾਂ ਲੋਕਾਂ ਤੋਂ ਨਾ ਮੈਂ ਡਰਦਾ ਨਾ ਮੈਂ ਭੈ ਖਾਨਾ, ਮੈਨੂੰ ਕੋਈ ਨਹੀਂ। ਮੈਂ ਇਹ ਕਹਿਣਾ ਹਾਂ ਜੇ ਮੈਂ ਅੱਗੇ ਕਹਿਣਾ ਵੀ ਵਰਸੀ ਤੇ ਲੋਕੀ ਕਈ ਕਿੰਤੂ ਪਰੰਤੂ ਕਰਨਾ ਪੈਂਦੇ ਆ, ਔਰ ਜਿੰਨੇ ਕਰਨਾ ਕਰੀ ਜਾਵੇ, ਮੈਨੂੰ ਕੋਈ ਦੁੱਖ ਨਹੀਂ। ਮੈਂ ਕਿਸੇ ਦਾ ਮੰਗਤਾ ਨਹੀਂ, ਨਾ ਮੈਂ ਕਿਸੇ ਕੋ ਮੰਗਦਾ, ਨਾ ਮੈਨੂੰ ਕੋਈ ਦੇਵੇ, ਨਾ ਮੈਨੂੰ ਲੋੜ ਆ। ਮੈਂ ਉਹ ਮਾਲਕ ਕੋ ਮੰਗਦਾ, ਪਾਤਸ਼ਾਹ ਕੋ ਮੰਗਦਾ, ਦਾਸੇ ਕੋ ਮੰਗਦਾ, ਜਿਦ ਕੋ ਮੈਂ ਲੈਣਾ। ਪਰ ਮੈਂ ਪਾਤਸ਼ਾਹ ਕੋਈ ਲੈਣਾ। ਵਰਸੀ ਦੇ ਸੰਬੰਧ ਵਿੱਚ ਮੈਂ ਜੇ ਕੋਈ ਬੋਲਿਆ ਵੀ ਆ, ਅਗਰ ਕੋਈ ਉਹਦੇ ਵਿੱਚ ਕੋਈ ਕਰਦਾ ਉਹ ਮੇਰਾ ਨਹੀਂ, ਉਹ ਸ਼ਹੀਦਾਂ ਦੇ ਠੀਕ ਹੈ ਨਾ। ਪਰ ਉਹ ਹੱਕ ਹੈ, ਇੱਕ ਫਰਜ਼ ਹੈ ਕੌਮ ਦਾ, ਕਰਦਾ ਜਾਂ ਨਹੀਂ ਕਰਦਾ, ਨਹੀਂ ਵੀ ਕਰਦਾ ਤਾਂ ਵੀ ਕੋਈ ਗੱਲ ਨਹੀਂ। ਜੇ ਕਰਦਾ ਤੇ ਤਾਂ ਵੀ ਕੋਈ ਅਗਲੇ ਦੀ ਮਰਜ਼ੀ। ਉਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਜ਼ਰੂਰ ਕਰੋ, ਤੁਹਾਡਾ ਫਰਜ਼ ਬਣਦਾ ਕਰੋ, ਮੈਂ ਨਹੀਂ ਕਹਿੰਦਾ ਇਹ। ਅਸੀਂ ਆਪਣੇ ਚੈਨਲ ਵੱਲੋਂ, ਗੁਰਬਾਣੀ ਅਖੰਡ ਬਾਣੀ ਚੈਨਲ ਵੱਲੋਂ, ਅਸੀਂ ਖੁਦ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਹੱਥ ਜੋੜ ਕੇ ਤਮਾਮ ਸਿੱਖ ਸੰਸਥਾਵਾਂ ਨੂੰ, ਤਮਾਮ ਜਿਹੜੀਆਂ ਸੁਸਾਇਟੀਆਂ ਨੇ, ਤਮਾਮ ਜਿਹੜੇ ਟਰਸਟ ਬਣੇ ਹੋਏ ਨੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਕਹਿਣਾ ਹੀ ਕੀ, ਕਿਉਂਕਿ ਭਾਈ ਸਾਹਿਬ ਜਾਏ ਨੇ ਤੇ ਇਹਨਾਂ ਨੂੰ ਵੀ ਉੱਥੋਂ ਇੱਕ ਵਾਰ ਤੁਸੀਂ ਸਕੱਤਰ ਦੀ ਗੱਲ ਕਰ ਰਹੇ ਸੀ, ਮੈਂ ਵੀ ਇਹ ਬੇਨਤੀ ਕੀਤੀ ਸ਼੍ਰੋਮਣੀ ਕਮੇਟੀ। ਮੈਂ ਨਾ ਸਿਆਲਕਾ ਸਾਹਿਬ ਕੋਲ ਆ ਕੇ ਮੈਨੂੰ ਬੈਠੇ ਹਾਂ, ਭਗਵਾਨ ਸਿੰਘ ਸਿਆਲਕਾ, ਭਗਵੰਤ ਸਿੰਘ ਸਿਆਲਕਾ ਜਨਰਲ ਸਕੱਤਰ ਇਸ ਟਾਈਮ ਤੇ, ਭਾਈ ਜਿੰਦੇ ਉਹਨਾਂ ਦੇ ਨਾਲ ਵੀ ਰਹਿੰਦੇ ਰਹੇ। ਮੈਨੂੰ ਇਦਾਂ ਸਲਾਹ ਕਰ ਲਈ ਵੀ ਚੱਲ ਆਪਾਂ ਸ਼੍ਰੋਮਣੀ ਕਮੇਟੀ ਜੇ ਬਣਾਇਆ ਕਰੇ ਤੇ ਬਹੁਤ ਵਧੀਆ। ਤਾਂ ਮੈਂ ਭਰਾ ਸ਼ੁਕਰ ਆ ਜੇ ਸ਼੍ਰੋਮਣੀ ਕਮੇਟੀ ਬਣਾ ਲੈ ਤੇ ਤਾਂ ਵੀ ਵਧੀਆ। ਹਰ ਸਾਲ ਜਦੋਂ ਵੀਰ ਜੀ ਆਉਂਦਾ ਨਾ ਸ਼ਹੀਦੀ ਦਿਹਾੜਾ ਆਉਂਦਾ, 2-3 ਮਹੀਨੇ ਪਹਿਲਾਂ ਆਪਾਂ ਨੂੰ ਫਿਕਰ ਪੈਣਾ ਸ਼ੁਰੂ ਹੋ ਜਾਂਦਾ ਵੀ ਆਪਾਂ ਇਹ ਕਾਰਜ ਕਿੱਦਾਂ ਨਿਭਾਉਣਾ, ਔਰ ਸਹੀ ਢੰਗ ਨਾਲ ਨਹੀਂ ਨਿਬੜਦਾ। ਮੈਂ ਨਹੀਂ ਮੰਨਦਾ, ਮੈਂ ਇਹ ਗੱਲ ਮੰਨਦਾ ਵੀ ਸਹੀ ਤਰੀਕੇ ਦੇ ਨਾਲ ਨਹੀਂ ਮੇਰੇ ਕੋਲ ਬਣਾਇਆ ਜਾਂਦਾ। ਉਹ ਮੈਂ ਇਕੱਲੇ ਬੰਦੇ ਦੇ ਵੱਸ ਦੀ ਗੱਲ, ਇਹ ਤੇ ਟੀਮ ਵਰਕ ਹੋਵੇ ਨਾ ਤੇ ਫਿਰ ਹੀ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ। ਉਹ ਸ਼ਹੀਦਾਂ ਦੀਆਂ ਬਰਸੀਆਂ ਤੇ ਉਹ ਮੈਂ ਤੈਨੂੰ ਬੇਨਤੀ ਕਰਦਾ ਕੌਮ ਨੇ ਇਕੱਠਾ ਹੋ ਕੇ ਮਨਾਉਣੀਆਂ ਨੇ। ਤੇ ਉਹ ਮੈਨੂੰ ਉਹਦੇ ਨਾਲ ਗੱਲ ਹੋਈ ਤਾਂ ਕਹਿੰਦਾ ਵੀ ਚਲੋ ਆਪਾਂ ਲਿਖ ਕੇ ਦਿੰਦੇ ਆ ਤੇ ਆਪਾਂ ਸ਼੍ਰੋਮਣੀ ਕਮੇਟੀ ਬਣਾ ਲੈ ਕੇ। ਮੈਂ ਚਲੋ ਮੇਰੇ ਕੋਲ ਲਿਖਵਾ ਲਿਆ ਨਾ, ਤਾਂ ਮੈਂ ਚਲੋ ਸ਼੍ਰੋਮਣੀ ਕਮੇਟੀ ਬਣਾ ਲੈ ਤਾਂ ਵੀ ਵਧੀਆ। ਪਰ ਉਹਨਾਂ ਨੇ ਨਹੀਂ ਬਣਾਈ। ਅੱਛਾ, ਨਹੀਂ ਬਣਾਈ? ਨਹੀਂ, ਉਹਨੇ ਬਿਲਕੁਲ ਨਹੀਂ ਬਣਾਈ। ਸਾਲਕੇ ਨੇ ਤੁਸੀਂ ਸੁਣ ਰਹੇ ਹੋ, ਸਾਲਕੇ ਨੇ ਮੇਰੇ ਨਾਲ ਅੱਖ ਵੀ ਨਹੀਂ ਲਾਈ ਜਦੋਂ ਇੱਥੇ ਆਇਆ ਨਾ, ਉਹ ਮੇਰੇ ਨੇ ਅੱਖ ਵੀ ਨਹੀਂ ਲਾਈ ਕਿਉਂਕਿ ਉਹਨੂੰ ਜਵਾਬ ਮਿਲ ਚੁੱਕਾ ਸੀ ਲੱਗਦਾ। ਜਨਰਲ ਸਕੱਤਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਨੇ ਇਸ ਵਕਤ ਭਗਵਾਨ ਸਿੰਘ ਸਿਆਲਕਾ ਜੀ, ਉਹਨਾਂ ਨੂੰ ਵੀ ਜਵਾਬ ਮਿਲ ਚੁੱਕਿਆ ਸੀ ਅੰਦਰੋਂ ਵੀ ਅਸੀਂ ਬਰਸੀ ਨਹੀਂ ਮਨਾ ਸਕਦੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ। ਆ ਫਰਜ਼ ਨੇ ਸਾਡੇ, ਆ ਫਰਜ਼ ਨਿਭਾ ਰਹੀਆਂ ਨੇ ਸਾਡੀ ਇਹ ਜਿਹੜੀ ਪੰਥ ਦੀ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਬਾਕੀ ਵੀ ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ। ਮਤਲਬ ਸਾਨੂੰ ਕਹਿਣਾ ਪਏਗਾ, ਔਰ ਬਿਲਕੁਲ ਅਸੀਂ ਡੰਕੇ ਦੀ ਚੋਟ ਤੇ ਕਹਾਂਗੇ ਫਿਰ ਤਾਂ ਲਾਹਨਤ ਹੈ ਪੰਥ ਦੀ ਨੁਮਾਇੰਦਾ ਜਥੇਬੰਦੀ ਕਹਾਉਣੀਆਂ ਜਾਂ ਪੰਥ ਦਰਦੀ ਅਖਵਾਉਣ ਦੀ। ਫਿਰ ਤਾਂ ਲਾਹਨਤ ਹੈ ਉਹਨਾਂ ਲੋਕਾਂ ਨੂੰ ਜਿਹੜੇ ਐਡੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੀ ਅੱਜ ਰੋਲ ਰਹੇ ਨੇ ਔਰ ਉਹਨਾਂ ਦੀਆਂ ਬਰਸੀਆਂ ਤੱਕ ਮਨਾਉਣ ਦੇ ਲਈ ਉਹ ਅੱਗੇ ਨਹੀਂ ਕਦਮ ਰੱਖ ਰਹੇ। ਇਹ ਫਰਜ਼ ਉਹਨਾਂ ਦਾ ਸੀ। ਕਿਹਦਾ ਫਰਜ਼ ਹੈ? ਕਿਸੇ ਹੋਰ ਸੰਸਥਾ ਦਾ? ਕੀ ਇਹ ਬਰਸੀਆਂ ਪਾਕਿਸਤਾਨ ਵਾਲਿਆਂ ਨੇ ਮਨਾਉਣੀਆਂ ਨੇ ਆ ਕੇ, ਜਾਂ ਹੋਰ ਕਿਸੇ ਦੇਸ਼ ਵਾਲੇ ਨੇ ਆ ਕੇ ਮਨਾਉਣੀਆਂ ਨੇ? ਇਸੇ ਹੀ ਦੇਸ਼ ਵਿੱਚ ਰਹਿੰਦੇ ਸਾਡੇ ਹੀ ਲੋਕਾਂ ਦਾ, ਸਿੱਖਾਂ ਦਾ ਹੀ ਫਰਜ਼ ਹੈ। ਔਰ ਜਿਹੜੀਆਂ ਬਾਹਰ ਸਾਡੀਆਂ ਸਿੱਖ ਸੰਸਥਾਵਾਂ ਨੇ, ਸੁਸਾਇਟੀਆਂ ਨੇ, ਟਰਸਟ ਬਣੇ ਹੋਏ ਨੇ, NRI ਵੀਰਾਂ ਨੇ ਬਹੁਤ ਮਦਦ ਕੀਤੀ ਹੈ ਸ਼ਹੀਦ ਪਰਿਵਾਰਾਂ ਦੀ। ਅਸੀਂ ਨਹੀਂ ਕਹਿੰਦੇ ਵੀ ਨਹੀਂ ਕੀਤੀ, ਪਰ ਇਹ ਪਰਿਵਾਰ ਕਿਸੇ ਤੋਂ ਮਦਦ ਨਹੀਂ ਮੰਗਦਾ। ਇਹਨਾਂ ਨੇ ਬਿਲਕੁਲ ਡੰਕੇ ਦੀ ਚੋਟ ਤੇ ਕਿਹਾ, ਕਿਉਂਕਿ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਸੁਪਨਾ ਹੈ ਕਿ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਣੇ ਔਰ ਸਾਡੀ ਸ਼ਹਾਦਤ ਦਾ ਮੁੱਲ ਨਹੀਂ ਵੱਟਣਾ। ਇਸ ਪਰਿਵਾਰ ਨੇ ਨਹੀਂ ਵੱਟਿਆ, ਪਰ ਕੀ ਇਹ ਸਾਡਾ ਫਰਜ਼ ਨਹੀਂ? ਕੀ ਇਹ ਗੱਲ ਸੁਣ ਕੇ ਤੁਹਾਨੂੰ ਦੁੱਖ ਨਹੀਂ ਹੁੰਦਾ? ਸਾਨੂੰ ਬੜਾ ਦੁੱਖ ਹੋਇਆ। ਗੁਰਬਾਣੀ ਅਖੰਡ ਬਾਣੀ ਚੈਨਲ ਨੂੰ, ਸਾਡੀ ਪੂਰੀ ਟੀਮ ਨੂੰ ਬੜਾ ਦੁੱਖ ਹੈ ਇਸ ਚੀਜ਼ ਦਾ ਵੀ ਐਡੀ ਜਿਨ੍ਹਾਂ ਦੀ ਕੁਰਬਾਨੀ ਹੋਵੇ ਪੰਥ ਲਈ, ਕੌਮ ਲਈ, ਔਰ ਜਿਨ੍ਹਾਂ ਨੇ ਉਸ ਵਕਤ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਭਾਰਤੀ ਫੌਜ ਦੇ ਜਨਰਲ ਵੈਦਿਆ ਨੂੰ ਸੋਧਿਆ ਹੋਵੇ ਜਾ ਕੇ ਉਹਦੇ ਹੀ ਘਰ ਵਿੱਚ, ਉਹਦੇ ਹੀ ਸ਼ਹਿਰ ਦੇ ਵਿੱਚ, ਔਰ ਦਿੱਲੀ ਦੰਗਿਆਂ ਦੇ ਦੁਸ਼ਟਾਂ ਨੂੰ ਉਹਨਾਂ ਨੇ ਸੋਧਿਆ ਹੋਵੇ, ਲਲਿਤ ਮਾਕਨ, ਅਰਜਨ ਦਾਸ ਵਰਗਿਆਂ ਨੂੰ। ਉਹਨਾਂ ਯੋਧਿਆਂ ਦੀ ਜਿਹੜੀ ਬਰਸੀ ਦੇ ਬਾਰੇ ਕੁਛ ਬੋਲ ਨੇ।
ਪੰਥ ਦੀ ਨੁਮਾਇੰਦਾ ਜਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ, ਬਾਕੀ ਸੰਸਥਾਵਾਂ ਕੋਲ? ਕਿਉਂ ਐਸਾ ਕਿਉਂ ਹੁੰਦਾ ਹੈ? ਸੰਗਤ ਜਵਾਬ ਮੰਗਦੀ ਹੈ ਤੁਹਾਤੋਂ, ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਸੀਂ ਆਪਣੇ ਵੱਲੋਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਐਡੇ ਪੱਧਰ 'ਤੇ ਬਰਸੀ ਮਨਾਓ ਇਹਨਾਂ ਮਹਾਨ ਕੌਮ ਦੇ ਯੋਧੇ, ਜਰਨੈਲਾਂ ਦੀ, ਸੂਰਮਿਆਂ ਦੀ, ਸ਼ਹੀਦਾਂ ਦੀ, ਜਿਹਦੀ ਧਮਕ ਸਿੱਧੀ ਦਿੱਲੀ ਦਰਬਾਰ ਦੇ ਵਿੱਚ ਪਵੇ ਅਗਲੇ ਸਾਲ। ਹਾਂਜੀ ਭਾਈ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਮੈਂ ਕਹਿਣਾ ਚਾਹੁੰਦਾ ਵੀ ਇਹ ਆਪਣਾ ਭਾਈ ਜਿੰਦੇ ਦੇ ਭਾਈ ਸੁੱਖੇ ਦਾ ਗੇਟ ਬਣਿਆ ਜੀ, ਇਹ ਰੋਡ ਤੇ ਬਣਿਆ। ਉਹ ਟਾਈਮ ਤੇ ਕਾਫੀ ਮਾਇਆ, ਉਸ ਟਾਈਮ ਤੇ ਮਾਇਆ ਕਾਫੀ ਆਈ ਹੈ। ਤੁਹਾਡੀ ਗੱਲ ਮੈਂ ਇੱਥੇ ਰੋਕ ਕੇ ਮੈਂ ਆਪਣੇ ਵੱਲੋਂ ਵੀ ਬੇਨਤੀ ਕਰਨ ਲੱਗਾ। ਜਦੋਂ ਮੈਂ ਇਸ ਪਿੰਡ ਗਦਲੀ ਪਿੰਡ ਦੇ ਵਿੱਚ ਐਂਟਰ ਕੀਤਾ, ਮੈਂ ਪਹਿਲੀ ਵਾਰ ਜਦੋਂ ਆਇਆ ਸੀ, ਹੁਣ ਮੈਂ ਦੂਸਰੀ ਵਾਰ ਆਇਆ, ਅੱਜ ਭਾਈ ਸਾਹਿਬ ਨੇ ਟਾਈਮ ਲਿਆ ਸੀ, ਉਦੋਂ ਮੈਂ ਇੰਟਰਵਿਊ ਨਹੀਂ ਸੀ ਇਹਨਾਂ ਦੀ ਕੀਤੀ। ਤੇ ਜਦੋਂ ਮੈਂ ਉਹ ਗੇਟ ਦੇ ਵਿੱਚ ਭਾਈ ਸਾਹਿਬ ਆਇਆ ਨਾ, ਤੇ ਗੇਟ ਦੇ ਉੱਪਰ ਨਾ ਜਿਹੜਾ ਪੇਂਟ ਹੈ ਨਾ, ਉਹਦੀ ਹਾਲਤ ਬੜੀ ਖਸਤਾ ਸੀ। ਤੇ ਪਤਾ ਵਾ, ਪਰ ਮੈਂ ਉਹ ਚੀਜ਼ ਦੇਖ ਕੇ ਉੱਥੇ ਰੁਕਿਆ, ਮੈਂ ਉੱਥੇ ਵੀਡੀਓ ਵੀ ਬਣਾਈ, ਔਰ ਮੈਂ ਫਿਰ ਤੋਂ ਦੁਬਾਰਾ ਤੋਂ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ, ਤੁਸੀਂ ਬਹੁਤ ਬੜੇ ਤੁਹਾਡੇ ਵਿੱਚ ਫਰਾਖ ਦਿਲ ਸਿੱਖ ਬੈਠੇ ਨੇ, ਔਰ ਜਿਨ੍ਹਾਂ ਨੂੰ ਬਹੁਤ ਕੁਝ ਮਾਲਕ ਨੇ ਬਖਸ਼ਿਆ ਹੋਇਆ ਹੈ, ਉਹ ਗੇਟ ਦੇ ਉੱਪਰ ਪੇਂਟ ਹੋਵੇ, ਉਹਦੇ ਉੱਪਰ ਜਿਹੜੇ ਝੂਲਦੇ ਨਿਸ਼ਾਨ ਸਾਹਿਬ ਨੇ। ਮੈਂ ਤੇ ਬੇਨਤੀ ਨਹੀਂ ਕਰਨੀ ਚਾਹੁੰਦਾ ਕਿ ਮੈਂ ਨਹੀਂ ਚਾਹੁੰਦਾ ਵੀ ਭਾਈ ਜਿੰਦੇ ਦੀ ਆਤਮਾ ਨੂੰ ਦੁੱਖ ਲੱਗਦਾ ਹੋਊਗਾ ਜੇ ਅਸੀਂ ਕਹੀਏ ਵੀ ਤੁਸੀਂ ਆਣ ਕੇ ਆਹ ਕੰਮ ਕਰਾਓ। ਨਹੀਂ, ਤੁਸੀਂ ਨਹੀਂ ਕਰੇ, ਪਰ ਫਰਜ਼ ਹੈ ਪੂਰੀ ਕੌਮ ਦਾ। ਉਹ ਮਾਤਾ ਜੀ ਚਾਹੁੰਦੇ ਹੁੰਦੇ ਵੀ ਭਾਈ ਜਿੰਦੇ ਜਿੱਥੇ ਗੇਟ ਬਣਿਆ ਕਮ ਸੋ ਕਮ ਇੱਥੇ ਉਹਨਾਂ ਦੇ ਨਾਂ ਦੇ ਕੋਈ ਲੰਗਰ ਚੱਲਦਾ ਰਹੇ। ਮਾਤਾ ਕਈ ਵਾਰੀ ਬੋਲਦੇ ਰਹੇ ਪਹਿਲਾਂ ਜਦੋਂ ਬਰਸੀ। ਅੱਛਾ, ਮਾਤਾ ਜੀ ਕਹਿੰਦੇ ਰਹੇ ਆ, ਪਰ ਕੀ ਅੱਜ ਤੱਕ ਉੱਥੇ ਲੰਗਰ ਲੱਗਾ? ਅਗਰ ਇਹ ਵੀ ਇੱਕ ਸਵਾਲ ਹੈ। ਇਸ ਕਰਕੇ ਮੈਂ ਕਹਿੰਦਾ ਉਸ ਮਹਾਨ ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਭਾਈ ਜਿੰਦੇ ਦੀ ਆਤਮਾ ਨੂੰ ਕੋਈ ਇਹੋ ਜਿਹੀ ਠੇਸ ਲੱਗੇ ਵੀ ਅਸੀਂ ਕਹੀਏ ਉੱਥੇ ਆਣ ਕੇ ਤੁਸੀਂ ਆਹ ਕਰੋ। ਮੇਰਾ ਮਨ ਨਹੀਂ ਕਹਿੰਦਾ, ਮੈਂ ਸੋਚਦਾ ਵੀ ਜਿਸ ਤਰ੍ਹਾਂ ਕੰਮ ਚੱਲਦਾ ਠੀਕ ਹੈ, ਚੱਲੀ ਜਾਂਦਾ। ਪਰ ਜਿਹੜਾ ਉਹ ਗੇਟ ਆ, ਮਤਲਬ ਉਹਦੇ ਤੇ ਵਧੀਆ ਪੇਂਟ ਹੋਵੇ, ਅਸੀਂ ਇਹ ਚਾਹੁੰਦੇ ਹਾਂ, ਚੈਨਲ ਵੱਲੋਂ ਚਾਹੁੰਦੇ ਹਾਂ। ਔਰ ਅਸੀਂ ਜਿਹੜੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੀ ਮਾਤਾ ਜੀ ਦਾ ਇੱਕ ਸੁਪਨਾ ਸੀ ਕਿ ਜਿੱਥੇ ਉਹ ਗੇਟ ਬਣਿਆ ਉੱਥੇ 24 ਘੰਟੇ ਲੰਗਰ ਚੱਲਦਾ ਰਹੇ, ਚਾਹ ਪਾਣੀ ਦਾ, ਪ੍ਰਸ਼ਾਦੇ ਦਾ। ਤੇ ਅਗਰ ਕੋਈ ਉੱਥੇ ਜਗ੍ਹਾ ਬਣਾਈ ਜਾਵੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ, ਤਾਂ ਇਹ ਤੁਹਾਡੇ ਲਈ ਕੋਈ ਬਹੁਤ ਵੱਡੀ ਗੱਲ ਨਹੀਂ। ਔਰ ਉਹਦਾ ਜਿਹੜਾ ਕੰਟਰੋਲ ਹੈ ਉਹ ਵੀ ਫਿਰ ਸਾਰਾ ਕੀਤਾ ਜਾ ਸਕਦਾ ਹੈ। ਕੁਛ ਐਸਾ ਵੀ ਉਪਰਾਲਾ ਅਸੀਂ ਆਪਣੇ ਚੈਨਲ ਵੱਲੋਂ ਆਪ ਸੰਗਤਾਂ ਨੂੰ, ਤਮਾਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ, ਤਮਾਮ ਸੁਸਾਇਟੀਆਂ ਨੂੰ, ਤਮਾਮ ਸਿੱਖ ਸੰਸਥਾਵਾਂ ਨੂੰ ਕਰਨਾ ਚਾਹੁੰਦੇ ਹਾਂ। ਉਹਨਾਂ ਨੂੰ ਤਾਂ ਅਸੀਂ ਨਹੀਂ ਕਹਿੰਦੇ ਜਿਨ੍ਹਾਂ ਵੱਲੋਂ ਜਵਾਬ ਮਿਲ ਚੁੱਕਿਆ, ਉਹਨਾਂ ਦੇ ਨਾਮ ਤੁਸੀਂ ਸੁਣ ਹੀ ਚੁੱਕੇ ਹੋ। ਇਹਦੀਆਂ ਗੱਲਾਂ ਅਸੀਂ ਕਰਦੇ, ਇਹਦੇ ਵਿੱਚ ਹੀ ਲੋਕਾਂ ਨੇ ਕਈ ਕਿੰਤੂ ਪਰੰਤੂ ਕਰਨ ਦੇ ਵੀ ਪਤਾ ਨਹੀਂ ਇਹ ਚੈਨਲ ਤੇ ਬੋਲਦੇ ਆ, ਪਰ ਮੈਂ ਫਿਰ ਵੀ ਇਹ ਕਹਿੰਦਾ ਵਾਂ, ਤੁਸੀਂ ਆਪਣੇ ਵੱਲੋਂ ਤਾਂ ਨਹੀਂ ਬੋਲ ਰਹੇ, ਬਿਲਕੁਲ ਉਹਦੇ ਸਬੂਤ ਹੈ, ਅਸੀਂ ਸਬੂਤ ਬੈਠੇ ਹਾਂ। ਅਸੀਂ ਆਪਣੇ ਚੈਨਲ ਵੱਲੋਂ ਬੇਨਤੀ ਕਰਦੇ ਹਾਂ ਕਿ ਜਿਵੇਂ ਆਹ ਇੱਕ ਘਰ ਹੈ, ਇਸ ਪਰਿਵਾਰ ਨੇ ਸਾਂਭ ਕੇ ਰੱਖਿਆ ਹੋਇਆ ਹੈ, ਔਰ ਇਹ ਯਾਦਗਾਰੀ ਉਹ ਘਰ ਹੈ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦਾ, ਔਰ ਪਰਿਵਾਰ ਨੇ ਇਹਦੀ ਸਾਂਭ ਸੰਭਾਲ ਦੇ ਲਈ ਵੀ ਇੱਥੇ ਇੱਕ ਪਰਿਵਾਰ ਨੂੰ ਛੱਡਿਆ ਹੋਇਆ ਹੈ। ਦਰਵਾਜ਼ਾ ਖੁੱਲ੍ਹਾ ਹੈ, ਕੋਈ ਵੀ ਸੰਗਤ ਆਉਂਦੀ ਹੈ ਤਾਂ ਇਸ ਘਰ ਦੇ ਦਰਸ਼ਨ ਵੀ ਕਰ ਸਕਦੀ ਹੈ। ਇਹ ਸਾਡਾ ਵਿਰਸਾ ਹੈ। ਅਸੀਂ ਸੰਗੇ ਮਰਮਰ ਲਾ ਕੇ ਆਪਣੇ ਵਿਰਸਿਆਂ ਨੂੰ ਤਬਾਹ ਕਰ ਦਿੱਤਾ। ਮੈਂ ਇਹ ਕਹੂੰਗਾ, ਜੇ ਚਮਕੌਰ ਦੀ ਕੱਚੀ ਗੜੀ ਅੱਜ ਅਸੀਂ ਸਾਂਭੀ ਹੁੰਦੀ, ਸੰਗੇ ਮਰਮਰ ਦੀ ਚਮਕ ਦਮਕ ਦੇ ਵਿੱਚ ਅਸੀਂ ਨਾ ਉਲਝਦੇ, ਤਾਂ ਅੱਜ ਦਸ਼ਾ ਹੀ ਕੁਝ ਹੋਰ ਹੋਣੀ ਸੀ, ਪੰਥ ਦੀ ਇਤਿਹਾਸ ਹੈ ਕੁਝ ਹੋਰ ਹੋਣਾ ਸੀ। ਸੋ ਇਹ ਸ਼ਹੀਦਾਂ ਦੇ ਜਿਹੜੇ ਘਰ ਨੇ, ਇਹ ਵੀ ਇੱਕ ਯਾਦਗਾਰ ਦੇ ਤੌਰ 'ਤੇ ਅਗਰ ਸਾਂਭ ਸੰਭਾਲ ਇਹਨਾਂ ਦੀ ਕੀਤੀ ਜਾਵੇ ਤਾਂ ਬਹੁਤ ਵਧੀਆ। ਪਰਿਵਾਰ ਕਰ ਰਿਹਾ, ਪਰ ਫਿਰ ਵੀ ਜੋ ਇੱਕ ਸੁਪਨਾ ਸੀ ਉਸ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੀ ਮਾਤਾ ਦਾ, ਉਹ ਕਿਹੜਾ ਯੋਧਾ ਤੁਹਾਡੇ 'ਚੋਂ ਉੱਠੇਗਾ ਸੰਗਤ ਵਿੱਚੋਂ, ਕਿਹੜੇ ਸੂਰਮੇ ਉੱਠਣਗੇ ਜਿਹੜੇ ਉਸ ਮਹਾਨ ਸ਼ਹੀਦ ਦੀ ਮਾਤਾ ਦੇ ਸੁਪਨੇ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਸਾਕਾਰ ਕਰਨਗੇ। ਅਸੀਂ ਇੰਨਾ ਹੀ ਆਪਣੇ ਚੈਨਲ ਵੱਲੋਂ ਕਹਿਣਾ ਚਾਹੁੰਦੇ ਹਾਂ। ਭਾਈ ਭੁਪਿੰਦਰ ਸਿੰਘ ਪਿੰਦਾ ਜੀ, ਹੋਰ ਕੀ ਕਹਿਣਾ ਚਾਹੁੰਦੇ ਹੋ? ਮੈਂ ਤੇ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਤੇ ਇਹੋ ਬੇਨਤੀ ਚਾਹੁੰਦਾ ਵੀ ਕੋਈ ਇਹੋ ਜਿਹਾ ਕੰਮ ਨਾ ਸਾਡੇ ਕੋਲ ਹੋਵੇ ਜਿਹੜਾ ਕਿ ਭਾਈ ਸਾਹਿਬ ਦੀ ਆਤਮਾ ਨੂੰ ਦੁੱਖ ਲੱਗੇ। ਬਿਲਕੁਲ ਤੁਸੀਂ ਆਪਣੇ, ਅਸੀਂ ਮਾੜੇ ਹੋ ਸਕਦੇ ਹਾਂ, ਸਾਨੂੰ ਛੱਡ ਦਿਓ ਤੁਸੀਂ, ਮੈਂ ਆਪਣੀ ਕੌਮ ਨੇ ਸਭ ਸਾਨੂੰ ਛੱਡ ਦਿਓ, ਤੁਸੀਂ ਤੁਹਾਨੂੰ ਨਹੀਂ ਚੰਗੇ ਲੱਗਦੇ, ਠੀਕ ਆ। ਜਦੋਂ ਮੇਰਾ ਇਹਦਾ ਬੇਟਾ ਹੋਇਆ ਸੀ ਨਾ, ਤੇ ਬੜੇ ਲੋਕਾਂ ਨੇ ਬੁਰਾ ਮਨਾਇਆ ਵੀ ਇਹਨੇ ਮੈਰਿਜ ਕਿਉਂ ਕਰਾਈ, ਠੀਕ ਆ। ਚਲੋ ਉਹ ਤੁਹਾਡੀ ਇੱਕ ਸਮੇਂ ਦੀ ਲੋੜ ਸੀ, ਮੇਰੇ ਸਮੇਂ ਦੀ ਲੋੜ ਹੀ। ਇਹ ਬਰਸੀ ਮਨਾਉਣ ਵਾਲਾ ਕੋਈ ਨਹੀਂ ਹੈਗਾ। ਜੇ ਕੌਮ ਨਹੀਂ ਮਨਾ ਰਹੀ ਤੇ ਪਰਿਵਾਰ ਤਾਂ ਮਨਾ ਸਕਦਾ, ਤੇ ਪਰਿਵਾਰ ਦਾ ਜੀ ਚਲੇ ਗਿਆ ਇੱਥੋਂ, ਠੀਕ ਆ।
ਮਿਲਣਾ ਜਾਂ ਨਾ ਮਿਲੇ ਤਾਂ ਮਾਲਕ ਨੂੰ ਪਤਾ। ਇਹਨਾਂ ਦਾ ਉਹ ਮਾਲਕ ਨੇ ਕਿਰਪਾ ਕੀਤੀ ਆ। ਜਵਾਨ ਪੁੱਤਰ ਜਿਹੜਾ ਸੀ ਐਕਸੀਡੈਂਟ ਦੇ ਵਿੱਚ ਉਹਨਾਂ 2008 ਚ ਭਾਈ ਮਸਰਾ ਸਿੰਘ ਮੇਰਾ ਬੇਟਾ ਸੀ ਜਿਹਦਾ ਕਿ ਭਾਈ ਜਿੰਦੇ ਸੁੱਖੇ ਨੇ ਨਾਂ ਰੱਖਿਆ ਸੀ, ਐਕਸੀਡੈਂਟ ਵਿੱਚ ਇਦਾਂ ਹੋ ਗਿਆ ਸੀ। ਫਿਰ ਪਰਿਵਾਰ ਦੇ ਵਿੱਚ ਕੋਈ ਤਾਂ ਜੀ ਚਾਹੀਦਾ ਸੀ ਅੱਗੋਂ ਜੋ ਉਹ ਅੱਜ ਮੇਰਾ ਬੇਟਾ, ਇੱਕ ਬੇਟੀ ਆ, ਤੇ ਉਹ ਬੇਟਾ ਦਾ ਨਾਮ ਮਸਰਾ ਸਿੰਘ ਹੀ ਰੱਖਿਆ ਤੇ ਕੱਲ ਨੂੰ ਵੱਡਾ ਹੋਊਗਾ ਤੇ ਆਪਣੇ ਚਾਚਿਆਂ ਦੀਆਂ ਉਸ ਚੀਜ਼ ਦੀ ਦਿਹਾੜੀ ਮਨਾਊਗਾ। ਬਿਲਕੁਲ ਬਿਲਕੁਲ, ਕੌਮ ਮਨਾਵੇ ਨਾ ਮਨਾਵੇ ਲੇਕਿਨ ਉਹ ਜ਼ਰੂਰ ਮਨਾਊਗਾ। ਇਹ ਕਿਉਂਕਿ ਮੈਂ ਇਹ ਪੜ੍ਹ ਕੀਤਾ ਵਾ ਵੀ ਮੈਂ ਉਹਨਾਂ ਦੇ ਨਾਂ ਤੇ ਰੋਟੀ ਖਾਂਦਾ ਰਿਹਾ, ਜੇ ਕੋ ਮੈਂ ਨੌਕਰੀ ਕੀਤੀ ਹੈ ਉਹਨਾਂ ਦੇ ਨਾਂ ਤੇ ਕੀਤੀ ਆ। ਬਿਲਕੁਲ, ਮੈਨੂੰ ਕਿੰਨੇ ਪੁੱਛਣਾ, ਮੈਂ ਵੀ ਇੱਥੇ ਤੁਰੇ ਫਿਰਨਾ ਸੀ ਤੇ ਜੇ ਮੈਂ ਜੋ ਵੀ ਆ ਉਹਨਾਂ ਦਾ ਅੱਜ ਤੁਹਾਡਾ ਮਾਨ ਸਨਮਾਨ ਹੈ ਸਾਡੀਆਂ ਨਜ਼ਰਾਂ ਵਿੱਚ, ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ, ਤਾਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਕਰਕੇ ਹੈ। ਜਿੰਦਾ ਉਹਨਾਂ ਕਰਕੇ ਬਿਲਕੁਲ। ਕੌਣ ਜਾਣਦਾ ਸਾਨੂੰ, ਜੇ ਸਾਨੂੰ ਨੌਕਰੀ ਮਿਲੀ ਆ ਉਹਦਾ ਕਰਕੇ ਮਿਲੀ ਸੀ। ਇੱਕ ਆਪਾਂ ਫਿਲਮ ਦਾ ਜ਼ਿਕਰ ਕਰ ਰਹੇ ਸੀ, ਜੋ ਰਹਿ ਗਿਆ ਵਿਸ਼ਾ ਆਪਣਾ, ਵੀ ਜਿਹੜੀ ਫਿਲਮ ਬਣੀ ਆ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਉੱਪਰ, ਉਸ ਫਿਲਮ ਦੇ ਵਿੱਚੋਂ ਵੀ ਇਸ ਪਰਿਵਾਰ ਨੂੰ ਕੋਈ ਆਰਥਿਕ ਮਦਦ ਨਹੀਂ ਮਿਲੀ, ਇਹ ਵੀ ਤੁਹਾਨੂੰ ਦੱਸਣਾ ਚਾਹੁੰਦੇ ਆ। ਮੈਂ ਬੇਨਤੀ ਕਰਨਾ ਚਾਹੁੰਦਾ ਵੀ ਨਾ ਅਸੀਂ ਮੰਗੀ ਆ ਫਿਲਮ 'ਚ ਵੀ, ਉਹ ਵੀ ਇੱਥੇ ਆਸਟ੍ਰੇਲੀਆ ਦੇ ਨੂੰ ਪੁੱਛ ਸਕਦੇ ਕਿਤੇ ਵੀ 5 ਰੁਪਏ ਵੀ ਮੰਗੇ ਹੋਣ, ਜਦੋਂ ਉਹਨੇ ਮਨਾ ਹੀ ਕਰਤਾ ਤੇ ਅਸੀਂ ਮੰਗਣੇ ਕਿਉਂ ਸੀ? ਬਿਲਕੁਲ ਬਿਲਕੁਲ, ਠੀਕ ਆ, ਨਾ ਮੰਗੇ ਆ ਨਾ ਉਹਨਾਂ ਦੇ। ਹਾਂ, ਉਹਨਾਂ ਮੇਰੇ ਕੋਲ ਬਰਸੀ ਦੇ ਵਿੱਚ ਸ਼ਾਇਦ ਕੋਈ 30-40 ਹਜ਼ਾਰ ਰੁਪਏ ਪਾਉਂਦੇ ਰਹੇ ਆ, ਇੰਨਾ ਕੁ ਪਾਉਂਦੇ ਰਹੇ ਮੇਰੇ ਹਿਸਾਬ ਨਾਲ। ਬਾਕੀ ਜੋ ਸਾਨੂੰ ਉਹਨਾਂ ਨੇ ਇਹ ਵਾਅਦਾ ਕੀਤਾ ਵੀ ਇਹ ਫਿਲਮ ਪਹਿਲਾਂ ਪਰਿਵਾਰ ਨੂੰ ਵਿਖਾਈ ਜਾਊਗੀ, ਉਹਦੇ ਬਾਅਦ 'ਚ ਅਸੀਂ ਲਾਵਾਂਗੇ, ਜੇ ਤੁਹਾਨੂੰ ਠੀਕ ਲੱਗੂਗੀ ਤੇ ਅਸੀਂ ਗਾਂ ਲਾਵਾਂਗੇ ਤੇ ਨਹੀਂ। ਪਰ ਐਸਾ ਉਹਨਾਂ ਨੇ ਕੀਤਾ, ਉਹਨਾਂ ਨੇ ਇੱਕ ਵੀ ਲਫ਼ਜ਼ ਉਹ ਇੱਕ ਸਾਰਾ ਹੀ ਉਹਨਾਂ ਗਲਤ ਕੀਤਾ। ਬਿਲਕੁਲ, ਜਿਹੜੇ ਭਾਈ ਜਿੰਦੇ ਸੁੱਖੇ ਨੂੰ ਜਿਹੜਾ ਇਹਨਾਂ ਮੋਨਾ ਸ਼ੁਰੂ ਤੋਂ ਵਿਖਾਇਆ, ਇੱਥੇ ਬੰਬੀਆਂ ਦੇ ਚਲੇ ਗਏ, ਕਦੇ ਉੱਥੇ ਚਲੇ ਗਏ, ਕਦੇ ਉੱਥੇ ਚਲੇ ਗਏ, ਸਾਰਾ ਹੀ ਗਲਤ ਆ। ਉਹ ਅਸਲੀਅਤ ਤੋਂ ਪਰੇ ਦਿਖਾਇਆ। ਜੇ ਕੋਈ ਭਾਈ ਜਿੰਦੇ ਸੁੱਖੇ ਨੂੰ ਪਿਆਰ ਕਰਦਾ, ਮੈਂ ਇਹ ਬੇਨਤੀ ਕਰਨਾ ਚਾਹੁੰਦਾ, ਅਗਰ ਕੋਈ ਪੈਸੇ ਲਾਉਣ ਵਾਲਾ ਹੋਵੇ, ਪਰਿਵਾਰ ਨੂੰ 5 ਪੈਸੇ ਨਾ ਦੇਵੇ, ਮੈਂ ਨਹੀਂ ਆਂਦਾ ਵੀ ਉਹ ਫਿਲਮ ਦਾ ਕੋਈ ਪੈਸੇ ਦੇਵੇ, ਮੈਂ ਨਹੀਂ ਚਾਹੁੰਦਾ। ਅਗਰ ਕੋਈ ਵਧੀਆ ਤਰੀਕੇ ਦੇ ਨਾਲ, ਕੋਈ ਢੰਗ ਦੇ ਨਾਲ, ਜਿੱਦਾਂ ਦੇ ਉਹਨਾਂ ਕੰਮ ਕੀਤੇ ਆ ਉੱਦਾਂ ਦੀ ਫਿਲਮ ਬਣਾਈ ਜਾਵੇ, ਤੇ ਉਹ ਮੇਰੇ ਮਨ ਦੀ ਮਨਸਾ ਹੈਗੀ ਆ। ਅਗਰ ਕੋਈ ਬਣਾ ਸਕਦਾ, ਬਾਕੀ ਕੋਈ ਨਹੀਂ ਬਣਾ ਸਕਦਾ, ਤੇ ਉਹ ਅਗਲੇ ਦੀ ਮਰਜ਼ੀ। ਮੈਂ ਬਿਲਕੁਲ, ਇਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਸੀਂ ਆਪਣੇ ਉਹਦੀ ਕਮਾਈ ਵੀ ਜਿਹੜੀ ਆ ਉਹੋ ਹੀ ਲਵੇ, ਸਾਨੂੰ ਇਹ ਨਹੀਂ। ਬਿਲਕੁਲ, ਮੈਂ ਬਿਲਕੁਲ ਨਹੀਂ ਆਂਦਾ ਵੀ ਪਰਿਵਾਰ ਨੂੰ ਕੋਈ ਪੈਸਾ ਦੇਵੇ। ਅਸੀਂ ਵੀ ਗੁਰਬਾਣੀ ਅਖੰਡ ਬਾਣੀ ਚੈਨਲ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ, ਤਮਾਮ ਜਥੇਬੰਦੀਆਂ ਨੂੰ, ਸਿੱਖ ਸੰਸਥਾਵਾਂ ਨੂੰ, ਤਮਾਮ ਸੁਸਾਇਟੀਆਂ ਨੂੰ, ਔਰ ਜਿਹੜੇ ਫਿਲਮਾਂ ਨੂੰ ਬਣਾਉਂਦੇ ਨੇ ਉਹਨਾਂ ਪ੍ਰੋਡਿਊਸਰ ਡਾਇਰੈਕਟਰਾਂ ਨੂੰ ਵੀ ਆਪਣੇ ਵੱਲੋਂ ਬੇਨਤੀ ਕਰਦੇ ਹਾਂ ਬਈ, ਜਿਵੇਂ ਰਾਜ ਕਾਕੜਾ ਜੀ ਨੇ ਵੀ ਬਹੁਤ ਫਿਲਮਾਂ ਬਣਾਈਆਂ ਨੇ, ਪੱਤਾ ਪੱਤਾ, ਸਿੰਘਾਂ ਦਾ ਵੈਰੀ, ਔਰ ਬਿਲਕੁਲ ਅਸਲੀਅਤ ਦੇ ਬੜੇ ਨੇੜੇ ਰਹਿੰਦੇ ਨੇ। ਰਾਜ ਕਾਕੜਾ ਜੀ ਨੂੰ ਵੀ ਅਸੀਂ ਆਪਣੇ ਵੱਲੋਂ ਬੇਨਤੀ ਕਰਦੇ ਹਾਂ ਚੈਨਲ ਵੱਲੋਂ ਕਿ ਆਓ, ਤੁਸੀਂ ਵੀ ਅੱਗੇ ਆਓ, ਔਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਉੱਪਰ, ਜਾਂ ਹੋਰ ਕੋਈ ਪ੍ਰੋਡਿਊਸਰ ਡਾਇਰੈਕਟਰ, ਕੋਈ ਰਾਈਟਰ ਅਗਰ ਲਿਖਣਾ ਚਾਹੇ ਇਹਨਾਂ ਦੀ ਸਟੋਰੀ, ਪਰਿਵਾਰ ਨੂੰ ਮਿਲ ਕੇ ਤੱਥ ਇਕੱਠੇ ਕਰੋ, ਤੱਥਾਂ ਦੇ ਆਧਾਰ ਤੇ ਸ਼ਹੀਦਾਂ ਦੇ ਉੱਪਰ ਫਿਲਮ ਬਣਾਓ। ਇੱਕ ਨਹੀਂ, ਭਾਵੇਂ ਅਨੇਕਾਂ ਫਿਲਮਾਂ ਬਣਾਓ। ਘੱਟ ਤੋਂ ਘੱਟ ਵੀ ਇਹਨਾਂ ਦੀ 10 ਫਿਲਮਾਂ ਬਣ, ਜਿੱਡੀ ਵੱਡੀ ਸਟੋਰੀ ਇਹਨਾਂ ਦੀ, ਜਿੱਡੇ ਵੱਡੇ ਇਹਨਾਂ ਦੇ ਮਤਲਬ ਜਿੱਦਾਂ ਦੇ ਇਹਨਾਂ ਕੰਮ ਕੀਤੇ ਆ, ਬੜੀ ਵੱਡੀਆਂ ਫਿਲਮਾਂ। ਇੱਕ ਫਿਲਮ 'ਚ ਤੇ ਆ ਹੀ ਨਹੀਂ ਸਕਦਾ ਇਹ, ਇੱਕ ਫਿਲਮ ਦੇ ਵਿੱਚ ਤੇ ਇਹ ਆ ਹੀ ਨਹੀਂ ਸਕਦੀ। 2-3 ਪਾਰਟ ਬਣ ਸਕਦੇ ਇਹਨਾਂ ਦੇ। ਪਿੱਛੇ ਦੇ ਸਲਾਹ ਕੀਤੀ ਤੇ ਉਦੋਂ ਕਹਿੰਦੇ ਵੀ ਅਗਰ ਕੋਈ ਕਰੇ ਨਾ ਤਾਂ ਜਿੱਦਾਂ ਸੀਰੀਅਲ ਨਹੀਂ ਚੱਲਦੇ ਹੁੰਦੇ ਟੀਵੀ ਦੇ, ਇਹ ਸੀਰੀਅਲ ਚੱਲ ਸਕਦੇ। ਇੱਕ ਫਿਲਮ ਵਿੱਚ ਸਟੋਰੀ ਆਉਣੀ ਇਹਨਾਂ ਦੀ ਔਖੀ ਆ। ਔਰ ਸੀਰੀਅਲ ਦੇ ਉੱਪਰ ਤੁਹਾਨੂੰ ਪਤਾ ਹੀ ਹੈ ਜਿਹੜੇ ਸਰਕਾਰਾਂ ਨੇ ਉਹ ਬੈਨ ਲਾ ਦਿੰਦੀਆਂ ਨੇ ਪਿਕਚਰਾਂ ਤੇ। ਇੰਡੀਆ 'ਚ ਤਾਂ ਵੈਸੇ ਹੀ ਨਹੀਂ ਚੱਲਣਾ। ਇੰਡੀਆ ਤੇ ਚਲੋ ਅਸੀਂ ਵੈਸੇ ਗੁਲਾਮ ਆ ਤੇ ਇੱਥੇ ਤੇ ਨਹੀਂ ਚੱਲ ਸਕਦੇ। ਬਿਲਕੁਲ, ਜੁਗਰਾਜ ਸਿੰਘ ਤੂਫਾਨ ਦੇ ਉੱਪਰ ਜਿਹੜੀ ਪਿਕਚਰ ਬਣੀ ਸੀਗੀ ਉਹਦੇ ਤੇ ਵੀ ਬੈਨ ਲਾਇਆ। ਮਤਲਬ ਪਰਿਵਾਰ ਦੀ ਵੀ ਇੱਛਾ ਹੈ, ਔਰ ਸਾਡੀ ਚੈਨਲ ਵੱਲੋਂ ਵੀ ਤੁਹਾਨੂੰ ਬੇਨਤੀ ਹੈ ਕਿ ਅਗਰ ਕੋਈ ਇਦਾਂ ਦੀ ਪਿਕਚਰ ਵੀ ਦੁਬਾਰਾ ਤੋਂ ਤੱਥਾਂ ਦੇ ਆਧਾਰ ਤੇ, ਅਸਲੀਅਤ ਦੇ ਨੇੜੇ ਹੋ ਕੇ ਬਣਾਈ ਜਾਵੇ, ਤਾਂ ਪਰਿਵਾਰ ਤੁਹਾਨੂੰ ਹਰ ਕਿਸਮ ਦਾ ਸਹਿਯੋਗ ਦੇਗਾ। ਔਰ ਪਰਿਵਾਰ ਦਾ ਕਹਿਣਾ ਹੈ ਕੈਮਰੇ ਦੇ ਸਾਹਮਣੇ ਅੱਜ ਭਾਈ ਭੁਪਿੰਦਰ ਸਿੰਘ ਭਿੰਦਾ ਜੀ ਦਾ ਕਿ ਉਹਦੇ ਵਿੱਚੋਂ ਜੋ ਵੀ ਤੁਹਾਨੂੰ ਆਮਦਨ ਹੋਏਗੀ, ਪਰਿਵਾਰ ਨੂੰ ਇੱਕ ਪੈਸਾ ਨਹੀਂ ਚਾਹੀਦਾ, ਤੁਸੀਂ ਜਿੱਥੇ ਮਰਜ਼ੀ ਲਾ ਸਕਦੇ ਹੋ, ਪਰ ਤੱਥਾਂ ਦੇ ਆਧਾਰ ਤੇ, ਅਸਲੀਅਤ ਦੇ ਆਧਾਰ ਤੇ, ਹਾਂਜੀ, ਉਹ ਤੇ ਪੂਰਾ ਪੈਸਾ ਲੱਗੇ ਔਰ ਵਧੀਆ ਫਿਲਮ ਬਣੇ। ਦੇਸ਼ ਵਿਦੇਸ਼ ਜਿੱਥੇ ਵੀ ਬਣਾਉਣਾ ਚਾਹੁੰਦੇ ਬਣਾ ਸਕਦੇ ਆ, ਸਾਨੂੰ ਦੱਸਣ, ਜਿਹੜੀ ਚੀਜ਼ ਦੀ ਲੋੜ ਹੈ ਸਾਨੂੰ ਪੁੱਛ ਸਕਦੇ ਆ। ਭਾਈ ਭੁਪਿੰਦਰ ਸਿੰਘ ਭਿੰਦਾ ਜੀ, ਅਖੀਰ ਵਿੱਚ ਹਾਂਜੀ ਹਾਂਜੀ ਪੂਰੀ ਸੰਗਤ ਨੂੰ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਕੁਝ ਮੈਂ ਸੰਗਤਾਂ ਦੇ ਬਹੁਤ ਮਹਾਨ ਵਾ,
ਮੈਂ ਇੱਕ ਛੋਟਾ ਜਿਹਾ ਬੰਦਾ, ਮੈਂ ਸੰਗਤਾਂ ਨੂੰ ਕੁਝ ਨਹੀਂ ਕਹਿ ਸਕਦਾ। ਮੈਂ ਤਾਂ ਉਹਨਾਂ ਦਾ ਧੰਨਵਾਦ ਕਰ ਸਕਦਾ, ਕਿਉਂਕਿ ਮੇਰੀ ਮੈਂ ਕੋਈ ਇਹੋ ਜਿਹੀ ਹੈਸੀਅਤ ਨਹੀਂ ਮੇਰੀ ਹੈਗੀ ਕਿ ਮੈਂ ਉਹਨਾਂ ਨੂੰ ਸੁਨੇਹਾ ਦੇਵਾਂ। ਪਰ ਸੁਨੇਹਾ ਭਾਈ ਜਿੰਦੇ ਸੁੱਖੇ ਨੇ ਸੁਨੇਹਾ ਦਿੱਤਾ ਸੀ ਇਹ ਆਪਾਂ ਇਕੱਠੇ ਹੋਈਏ। ਉਸ ਟਾਈਮ 'ਤੇ ਵੀ ਜਿੱਦਾਂ ਹਰਮਿੰਦਰ ਗਿੱਲ ਹੋਣੀ ਹੈ, ਦੂਜੇ ਤੀਜੇ ਆ ਫਾਊਂਡੇਸ਼ਨਾਂ ਬਣਾਈਆਂ ਸੀ, ਇਹ ਹਰਮਿੰਦਰ ਗਿੱਲ ਗਿਆ ਸੀ ਉੱਥੇ ਅਤੇ ਕਹਿੰਦਾ ਵੀ ਮੈਨੂੰ ਤੂੰ ਕਹਿ ਅਤੇ ਮੈਂ ਅਸਤੀਫਾ ਦੇ ਦਿੰਦਾ। ਅਤੇ ਉਦੋਂ ਅਸਤੀਫਾ ਤੱਕ ਨਹੀਂ ਦਿੱਤਾ, ਉਹਨਾਂ ਦੇ ਕਹਿਣ 'ਤੇ ਨਹੀਂ ਦਿੱਤਾ। ਅਤੇ ਮੈਂ ਤਾਂ ਕੋਈ ਵੀ ਨਹੀਂ, ਮੈਂ ਤਾਂ ਕੁਝ ਵੀ ਨਹੀਂ ਹੈਗਾ। ਅਤੇ ਮੈਂ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਚੜ੍ਹਦੀ ਕਲਾ ਵਿੱਚ ਸਿੱਖ ਸੰਗਤ ਰਵੇ। ਅਤੇ ਜੋ ਵੀ ਆ ਮੈਂ ਤਾਂ ਵਧੀਆ ਵਾ, ਠੀਕ ਆ, ਮੈਂ ਬਹੁਤਾ ਨਹੀਂ ਕੁਝ ਕਹਿ ਸਕਦਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਭੁਪਿੰਦਰ ਸਿੰਘ ਪਿੰਦਾ ਜੀ, ਗੁਰਬਾਣੀ ਅਖੰਡ ਬਾਣੀ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ। ਔਰ ਇਸ ਘਰ ਵਿੱਚ, ਆਪਣੇ ਜੱਦੀ ਘਰ ਦੇ ਵਿੱਚ ਇਹ ਜਿਹੜੀ ਸਾਰੀ ਇੰਟਰਵਿਊ ਹੈ ਤੁਸੀਂ ਕਰਵਾਈ ਹੈ ਔਰ ਸੰਗਤ ਆਪ ਜੀ ਨੂੰ ਦੇਖ ਰਹੀ ਹੈ। ਸੋ ਅਖੀਰ ਵਿੱਚ ਮੈਂ ਇੱਕ ਛੋਟੀ ਜਿਹੀ ਗੱਲ ਕਰਦਾ। ਹਾਂਜੀ ਹਾਸੇ ਦੀ ਬੜੀ ਗੱਲ ਆ। ਭਾਈ ਜਿੰਦਾ ਉਦੋਂ ਹੈਗਾ 13-14 ਸਾਲ ਦਾ, ਇੱਥੇ ਮੱਝਾਂ ਚਾਰਨ ਚਲੇ ਗਿਆ ਅਤੇ ਉੱਥੇ ਕਿ ਆਪਣੇ ਕੋਈ ਮਜ਼੍ਹਬੀ ਸਿੰਘ ਸੀ, ਉਹਦੇ ਨਾਲ ਉਹਦੀ ਲੜਾਈ ਹੋ ਗਈ। ਲੜਾਈ ਹੋ ਗਈ ਅਤੇ ਉਹ ਮਜ਼੍ਹਬੀ ਸਿੰਘ ਨੇ ਦੰਦੀਆਂ ਵੱਢ ਕੇ ਕੇ ਇਹਨੂੰ ਰਵਾਤਾ। ਇਹ ਰੋਂਦਾ ਰੋਂਦਾ ਘਰ ਆਇਆ ਅਤੇ ਆਣ ਕੇ ਮਾਂ ਨੂੰ ਕਹਿੰਦਾ ਵੀ ਇਹ ਮੈਂ ਵੀ ਲਾਗੇ ਹਾਂ। ਮੈਨੂੰ ਆਣ ਕੇ ਕਹਿੰਦਾ ਵੀ ਮੈਨੂੰ ਜੱਸੂ ਨੇ ਐਰਕਾਂ ਦੰਦੀਆਂ ਵੱਢੀਆਂ ਇੱਥੇ। ਅਤੇ ਮੈਂ ਕਿਹਾ ਤੇਰੇ ਕੋਲ ਨਹੀਂ ਵੱਢੀਆਂ ਜਾਂਦੀਆਂ, ਤੇਰੇ ਨਾਲ ਤਗੜਾ ਤੂੰ ਜੇ ਦੰਦੀ ਵੱਢੀ ਤੂੰ ਵੀ ਦੰਦੀ ਵੱਢ ਦਿੰਦਾ। ਅਤੇ ਕਹਿੰਦਾ ਮੈਂ ਉਹਦੇ ਵੱਢਦਾ ਕਿੱਥੇ? ਅਤੇ ਮੈਂ ਕਿਹਾ ਕਿਉਂ? ਕਹਿੰਦਾ ਉਹਦਾ ਰੰਗ ਹੀ ਇੰਨਾ ਜ਼ਿਆਦਾ ਕਾਲਾ ਸੀ ਅਤੇ ਮੇਰਾ ਤਾਂ ਉਹ ਚਮੜੀ ਨੂੰ ਹੱਥ ਲਾਉਣ ਜੀ ਨਹੀਂ ਕਰਦਾ। ਮਤਲਬ ਬਚਪਨ ਤੋਂ ਹੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਸੁਭਾਅ ਮਜ਼ਾਕੀਆ ਕਿਸਮ ਦਾ ਸੀ ਔਰ ਚਿੰਤਾ ਤਾਂ ਨੇੜੇ ਤੇੜੇ ਨਹੀਂ ਸੀ ਢੁਕਦੀ। ਔਰ ਅਖੀਰਲੇ ਸਮੇਂ ਤੱਕ ਵੀ ਜਿਹੜੀ ਚਿੰਤਾ ਹੈ ਉਹਨੂੰ ਵੀ ਪਛਾੜਿਆ ਇਹਨਾਂ ਮਹਾਨ ਇਹ ਮੈਂ ਬਚਪਨ ਦੀ ਤਾਂ ਛੋਟੀਆਂ ਦੱਸਦਾ ਗੱਲਾਂ। ਇੱਕ ਵਾਰ ਦੀ ਗੱਲ ਆ, ਮੈਂ ਵੀ ਹੁਣ ਘਰ ਵਿੱਚ ਕੰਮ ਕਰਦਾ, ਮੇਰਾ ਮਨ ਵੀ ਹੁੰਦਾ ਵੀ ਚੱਲ ਇਹ ਵੀ ਕੰਮ ਕਰੇ। ਮੈਂ ਇਹਨੂੰ ਉਦੋਂ ਉਸ ਟਾਈਮ 'ਤੇ ਭਰੀਆਂ 2 ਝੰਡੇ ਦੇ ਇੱਕ ਸਾਡਾ ਬੰਦਾ ਰੱਖਿਆ ਹੁੰਦਾ, ਇੱਕ ਮੈਂ ਹਾਂ। ਬਾਹਰ ਮਸ਼ੀਨ ਲਾਈ ਹੋਣੀ ਅਤੇ ਚਲੋ ਇਹਨੂੰ ਮੈਂ ਕਿਹਾ ਵੀ ਤੂੰ ਡੰਗਰਾਂ ਨੂੰ ਪਾਣੀ ਪੂਣੀ ਢਾ ਕੇ ਅਤੇ ਛੇਤੀ ਆ ਜਾ ਇੱਥੇ, ਮੈਨੂੰ ਭਰੀਆਂ ਚੁਕਾਈ ਜਾਈ, ਕਣਕ ਦੀ ਭਰੀ। ਹੁਣ ਤਾਂ ਮਸਲਾ ਹੀ ਹੋਰ, ਉਦੋਂ ਮਸਲੇ ਹੋਰ ਹੀ। ਅਤੇ ਚੱਲ ਮੈਂ ਭਰੀਆਂ ਵੀ ਭਾਰੀਆਂ ਹੁੰਦੀਆਂ ਸੀ ਅਤੇ ਮੈਂ ਇਕੱਲਾ ਚੁੱਕ ਸੁੱਟਦਾ ਹਾਂ ਅਤੇ ਮੈਂ ਸੋਚਦਾ ਚੱਲ ਤੂੰ ਲਾਗੋਂ ਚੁਕਾ ਲਿਆ ਕਰੀ। ਇਹਨੂੰ ਮੈਂ ਡੀਕਦਾ ਰਿਹਾ, ਇਹ 12-1 ਵੱਜ ਗਿਆ। 1 ਵਜਾ ਅਤੇ ਜਿਹੜੇ ਜ਼ਿਮੀਂਦਾਰ ਵਾ ਇਹ ਸਤੜੀ ਲੈ ਕੇ ਨਹੀਂ ਗਰਮੀਆਂ 'ਚ ਜਾਂਦੇ ਆਪਣੇ ਸ਼ਹਿਰੀ ਲੋਕ, ਅਤੇ ਚਲੋ ਮੈਂ ਮੰਨ ਲੈਂਦਾ। ਇਹ 12-1 ਵਜੇ ਡੋਲੂ ਲੈ ਕੇ ਚਾਹ ਦਾ ਤੁਰਿਆ ਆਵੇ ਅਤੇ ਮੈਨੂੰ ਬੜਾ ਇੱਥੇ ਗੁੱਸਾ ਚੜਿਆ। ਇਹ ਸਤੜੀ ਸਿਰ 'ਤੇ ਲਈ, ਇਹਦਾ ਇਰਾਦਾ ਸੀ ਕਿ ਮੈਂ ਪੰਡ ਚਕਾ ਕੇ ਸਤੜੀ ਥੱਲੇ ਧੁੱਪੇ ਬੈਠਾ ਬਹਿਣ ਨਾਲ ਸਤੜੀ ਥੱਲੇ ਬਹਿ ਜਾ ਕरूँ। ਅਤੇ ਮੈਂ ਇੱਥੇ ਖਪਿਆ ਪਿਆ ਹਾਂ। ਮੈਨੂੰ ਗੁੱਸਾ ਬੜਾ ਜਦੋਂ ਮੇਰੇ ਲੱਗ ਗਿਆ, ਮੈਂ ਡੋਲੂ ਰੱਖ ਕੇ ਧਿਆਨ ਝਾਰੇ ਖੜਕਾਈਆਂ। ਸਤੜੀ ਇਹਦੇ ਕਿਸੇ ਤੁਰੀ ਫਿਰੇ, ਇਹ ਕਿਤੇ ਤੁਰਿਆ ਫਿਰੇ। ਫਿਰ ਮੇਰੇ ਸਿਰ 'ਤੇ ਪੰਡ ਰੱਖੀ ਅਤੇ ਮੁੜ ਕੇ ਐਂ ਕਰਦੇ ਕਰਦੇ ਨੇ ਪੰਡ ਛੁੱਟਤੀ। ਮੈਂ ਕਿਹਾ ਵੀ ਤੂੰ ਸਵੇਰ ਦਾ ਆਇਆ ਨਹੀਂ, ਮੈਂ ਖੱਪ ਕੰਮ ਮਰ ਗਿਆ। ਮਤਲਬ ਇਹੋ ਜਿਹੀਆਂ ਛੋਟੀਆਂ ਘਟਨਾਵਾਂ। ਮਤਲਬ ਬੇਸ਼ੱਕ ਉਸ ਛੋਟੀ ਪੰਡ ਤੋਂ, ਪੱਠਿਆਂ ਦੀ ਪੰਡ ਤੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਥੋੜ੍ਹੇ ਜਿਹੇ ਕਤਰਾਉਂਦੇ ਸੀ, ਪਰ ਕੀ ਪਤਾ ਸੀ ਤੁਹਾਨੂੰ ਵੀ ਔਰ ਪੂਰੀ ਕੌਮ ਨੂੰ ਵੀ। ਮੇਰੀ ਮਾਂ ਦਾ ਕਹਿਣਾ ਹੈ ਵੀ ਤੇਰੇ ਤੋਂ ਡਰਦਾ ਉਹ ਖਾਲਸਾ ਕਾਲਜ ਜਿਹੜਾ ਮੁੜ ਕੇ ਬੜਿਆ ਨਹੀਂ, ਵੀ ਤੂੰ ਉਹਨੂੰ ਕੰਮ ਲਾਉਣਾ ਅਤੇ ਉਹ ਕੰਮ ਕਰਨ ਜੋਗਾ ਨਹੀਂ ਹੈਗਾ। ਮਤਲਬ ਉਦੋਂ ਤਾਂ ਇਸ ਲਈ ਵੀ ਕੰਮ ਕਰਨ ਜੋਗਾ ਨਹੀਂ, ਪਰ ਤੁਹਾਨੂੰ ਜਾਂ ਕਿਸੇ ਨੂੰ ਵੀ ਇਹ ਨਹੀਂ ਸੀ ਪਤਾ ਵੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਹੋਣੀ ਕਿਹੋ ਜਿਹਾ ਵੱਡਾ ਕਾਰਜ ਕਰ ਜਾਣਗੇ ਔਰ ਮਾਈਲਸਟੋਨ, ਔਰ ਕੋਈ ਉਹਨਾਂ ਦਾ ਸਾਨੀ ਵੀ ਨਹੀਂ ਹੋਏਗਾ। ਔਰ ਉਹ ਜਿਹੜੀ ਪੰਡ ਤੋਂ, ਪੱਠਿਆਂ ਦੀ ਪੰਡ ਤੋਂ ਕਤਰਾਉਂਦੇ ਸੀ ਜਾਂ ਥੋੜ੍ਹਾ ਜਿਹਾ ਇੱਧਰ ਉੱਧਰ ਹੋਏ, ਪਰ ਪੰਥ ਦੀ ਜਿਹੜੀ ਮਤਲਬ ਜ਼ਿੰਮੇਵਾਰੀ ਦੀ ਜਿਹੜੀ ਪੰਡ ਸੀ, ਇਹਨਾਂ ਮਹਾਨ ਯੋਧਿਆਂ ਨੇ, ਦੋਵੇਂ ਯੋਧਿਆਂ ਨੇ ਉਹ ਆਪਣੇ ਸੀਸ 'ਤੇ ਰੱਖੀ ਔਰ ਫਾਂਸੀ ਦੇ ਤਖਤੇ ਤੱਕ ਵੀ ਮਤਲਬ ਡੋਲੇ ਨਹੀਂ। ਹਾਂਜੀ, ਹੈਰਾਨ ਰਹਿ ਗਿਆ ਵੀ ਇੰਨੇ ਕੱਟੜ ਕਿੱਦਾਂ ਬਣ ਕੇ, ਜਿੰਨੇ ਕੱਟੜ ਖਾਲਸਾ ਕਾਲਜ ਦਾ ਪੂਰਾ ਟੌਰ ਹੁੰਦਾ ਸੀ। ਅਤੇ ਮੈਂ ਹੈਰਾਨ ਆ ਵੀ ਇਹ ਤਾਂ ਮੇਰੇ ਕੋਲ ਰਹਿੰਦਾ ਰਿਹਾ ਤਾਂ ਮੈਂ ਤਾਂ ਜਦੋਂ ਮਰਜ਼ੀ ਇਹਨੂੰ ਜੋ ਮਰਜ਼ੀ ਕਰ ਲੈਣਾ। ਅਤੇ ਇਹ ਇੰਨਾ ਉੱਥੇ ਜਾ ਕੇ ਮੈਂ ਹੈਰਾਨ ਰਹਿ ਗਿਆ ਵੀ ਵਾਕਿਆ ਵੀ ਬੜਾ ਤਗੜਾ ਯੋਧਾ। ਬਿਲਕੁਲ, ਇਹ ਕੋਈ ਧੁਰ ਦਰਗਾਹ ਤੋਂ ਹੀ ਸ਼ਾਇਦ ਆਪਾਂ ਕਹਿ ਸਕਦੇ ਹਾਂ ਵੀ ਮਾਲਕ ਦਾ ਹੁਕਮ ਸੀ, ਗੁਰੂ ਪਾਤਸ਼ਾਹ ਦਾ ਹੁਕਮ ਸੀ ਕਿ ਇਹਨਾਂ ਮਹਾਨ ਯੋਧਿਆਂ ਤੋਂ ਇਹ ਸੇਵਾ ਲੈਣੀ ਸੀ। ਸੋ ਇਹ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੀ ਜਿਹੜੀ ਕਹਾਣੀ ਹੈ, ਬਚਪਨ ਤੋਂ ਲੈ ਕੇ ਫਾਂਸੀ ਦੇ ਤਖਤੇ ਤੱਕ, ਜਾਮੇ ਸ਼ਹਾਦਤ ਤੱਕ, ਸਾਰਾ ਸਫ਼ਰ ਉਹਨਾਂ ਦੇ ਪਰਿਵਾਰ ਵੱਲੋਂ
ਉਹਨਾਂ ਦੇ ਸਕੇ ਭਰਾ ਭਾਈ ਭੁਪਿੰਦਰ ਸਿੰਘ ਭਿੰਦਾ ਜੀ ਨੇ ਸਾਨੂੰ ਤੁਹਾਨੂੰ ਦੱਸਿਆ। ਔਰ ਜੋ ਤਰਾਸਦੀ ਹੈ, ਜੋ ਦੁੱਖ ਹੈ, ਜੋ ਦਰਦ ਹੈ ਸ਼ਹੀਦ ਪਰਿਵਾਰਾਂ ਦੇ, ਉਹ ਵੀ ਤੁਹਾਡੇ ਸਾਹਮਣੇ ਆਏ। ਸੋ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।